ਕਸੂਰ ਹੈ ਬਾਈ ਇਹਦਾ ਡਰਾਈਵਰ। ਹੋਲਡ ਔਨ ਪਲੀਜ਼ ਕਾਲਰਸ, ਯੂ ਆਰ ਟੂ ਮਚ। ਡਰਾਈਵਰਾਂ ਨੂੰ ਪੇਪਰ ਹੀ ਨਹੀਂ ਵੇਖੇ ਕਹੀ ਜਾਂਦਾ ਇਹ। ਹੋਲਡ ਔਨ, ਡਰਾਈਵਰਾਂ ਨੂੰ ਪੇਪਰ ਨਹੀਂ ਵੇਖੇ। ਹੋਲਡ ਔਨ ਪਲੀਜ਼। ਹਾਂਜੀ ਡਰਾਈਵਰ ਚਾਹ ਵੀ ਬੰਦਾ ਫਸੀ ਜਾਂਦਾ ਇਹ। ਮੈਨੂੰ ਵੀ 25 ਸਾਲ ਹੋ ਗਏ ਟਰੱਕਿੰਗ ਦੇ ਵਿੱਚ ਟਰੱਕ ਚਲਾਉਂਦੇ ਨੂੰ। ਰਣਜੀਤ ਜੀ ਤੁਸੀਂ ਤਾਂ ਗਾੜਾ ਅਗਲੇ ਨੇ ਫੜ ਨੂੰ ਫਿਰਦੇ, ਹੋਲਡ ਕਰੋ। ਨਹੀਂ ਨਹੀਂ ਇਦਾਂ ਨਹੀਂ, ਇਦਾਂ ਦੇਖੋ ਕਾਨੂੰਨ ਦੇ ਮੁਤਾਬਕ ਚੱਲੋ ਭਾਈ ਸਾਹਿਬ। ਬਿਨਾਂ ਅਫਸਰ ਤੋਂ ਟਰੱਕ ਰੋਡ ਤੇ ਚੜਨਾ ਪਤਾ ਕਿੰਨਾ ਜੁਰਮ ਜੇਲ੍ਹ ਹੋ ਸਕਦੀ ਹੈ ਬੰਦੇ ਨੂੰ। ਜੇਲ੍ਹ ਚੱਲਦੇ ਆ। ਹੋਲਡ ਔਨ ਪਲੀਜ਼, ਸਟਾਪ ਇਟ। ਭਾਜੀ ਗੱਲ ਤਾਂ ਸੁਣੋ ਜੀ। ਅੰਗਰੇਜ਼ ਸਿੰਘ ਤੁਸੀਂ ਸਾਨੂੰ ਕਾਲ ਕੀਤਾ ਔਰ ਤੁਸੀਂ ਸਾਡੇ ਨਾਲ ਗੱਲ ਕਰਨੀ ਚਾਹੀ। ਮੈਂ ਸੋਚਿਆ ਕਿ ਪਬਲਿਕ ਦੇ ਵਾਸਤੇ ਤੁਹਾਡੇ ਵਿਚਾਰ ਰੱਖੇ ਜਾਣ। ਪਿੱਛੋਂ ਆਵਾਜ਼ ਆ ਰਹੀ ਹੈ, ਰੋਕ ਸਕਦੇ ਹੋ ਕਿਸ ਤਰ੍ਹਾਂ? ਤੁਹਾਡੀ ਆਵਾਜ਼ ਕਾਫੀ ਆ ਰਹੀ ਹੈ। ਹਾਂਜੀ ਹਾਂ ਟਰੱਕ ਦੀ ਆਵਾਜ਼ ਆ ਰਹੀ। ਮੈਂ ਕਮਿਊਨਿਟੀ ਸਾਈਡ ਤੇ ਲਾ ਰਿਹਾ ਟਰੱਕ ਜੀ। ਮੇਕ ਸ਼ੋਰ ਕਿ ਟਰੱਕ ਸੇਫ ਸਾਈਡ ਤੇ ਲਾਓ ਆਪਣਾ। ਹਾਂਜੀ ਹਾਂਜੀ ਮੈਂ ਰੁਕ ਸਕਦਾ, ਮੈਂ ਕਮਰਸ਼ੀਅਲ ਬ੍ਰੇਕ ਲੈ ਸਕਦਾ, ਪਰ ਮਸਟ ਰੋਡ ਤੇ ਨਹੀਂ ਟਰੱਕ ਨੂੰ ਖੜੇ ਕਰਨਾ ਕਿਉਂਕਿ ਮੌਸਮ ਨਹੀਂ ਆਪਣਾ ਮੈਂ ਟਰੱਕ ਸਟਾਪ ਤੇ। ਹਾਂਜੀ ਟਰੱਕ ਸਟਾਪ ਤੇ ਆ। ਮਸਟ ਇੰਜਨ ਸ਼ਟ ਡਾਊਨ ਨਾ ਕਰਿਓ ਕਿਉਂਕਿ ਇੰਜਨ ਨੂੰ ਔਨ ਰੱਖੋ ਕਿਉਂਕਿ ਟਾਈਮ ਜਿਹੜਾ ਹੈ ਮੌਸਮ ਦਾ ਹੈ। ਔਰ ਟੈਂਪਰੇਚਰ ਕਿਹੋ ਜਿਹਾ ਇੱਥੇ? ਟੈਂਪਰੇਚਰ -23 ਜਿਹੜਾ ਹੈਗਾ ਮੇਰਾ ਟਰੱਕ ਜੀ ਉਹ ਸ਼ੋ ਕਰ ਰਿਹਾ ਹੈ। ਓਕੇ ਸੋ ਫੀਲ ਲਾਈਕ ਜ਼ਿਆਦਾ ਹੋਏਗਾ। ਓਕੇ ਸੋ ਮਸਟ ਇੰਜਨ ਨੂੰ ਰੱਖਣਾ। ਠੀਕ ਪਲੀਜ਼। ਹਾਂਜੀ ਸਰ। ਇਹ ਨਾ ਹੋਵੇ ਸਟੋਰੀ ਦੇ ਵਿੱਚ ਤੁਸੀਂ ਫਰੀਜ਼ ਹੋ ਜਾਓ। ਹਾਂਜੀ ਸਰ। ਅੰਗਰੇਜ਼ ਸਿੰਘ ਮੈਂ ਲਾ ਦਿੱਤਾ। ਓਕੇ ਥੈਂਕ ਯੂ ਸੋ ਮਚ। ਮਤਲਬ ਔਨ ਰੱਖਣਾ ਇੰਜਨ ਨੂੰ ਆਪਣੇ ਨੂੰ। ਤੁਸੀਂ ਕਦੋਂ ਕੈਨੇਡਾ ਕੇ? ਤੁਸੀਂ ਕਿਹੜੇ ਪਿੰਡ ਤੋਂ? ਪੰਜਾਬ ਤੋਂ? ਪੰਜਾਬ ਚੋਂ ਮੇਰਾ ਪਿੰਡ ਸਰਾਵਾਂ ਜੀ। ਕਾਫੀ ਮਸ਼ਹੂਰ ਪਿੰਡ ਹੈ। ਮੈਂ ਤੁਹਾਨੂੰ ਇੱਕ ਦੱਸ ਦਿਆਂ, ਮੈਂ ਇੰਡੀਆ ਦੇ ਵਿੱਚ ਰਾਈਟਰ ਵੀ ਹੁੰਦਾ ਸੀਗਾ। ਬੜਾ ਵਧੀਆ ਮੇਰੇ ਸਿੰਗਰਾਂ ਨੇ ਗੀਤ ਗਾਏ ਆ। ਦੀਪ ਢਿੱਲੋਂ, ਜੈਸਮੀਨ ਜੱਸੀ, ਮੇਰੇ ਕਾਫੀ ਗੀਤ ਗਾਏ ਉਹਨਾਂ ਨੇ। ਅੱਛਾ ਨਹੀਂ ਸਮਰਾਮਾ ਕਿਹੜਾ ਜਿਹੜਾ ਜੜਿਆਲੇ ਬਡਾਲਾ ਕੋਲੇ? ਉਹ ਨਹੀਂ ਸਰਾਵਾਂ ਪਿੰਡ ਹੈ ਜੀ, ਕੋਟਕਪੂਰੇ ਦੇ ਕੋਲ ਹੈ ਜੀ। ਸਰਾਮਾ ਪਿੰਡ। ਮੈਂ ਕਿ ਸਮਰਾਮਾ। ਅੱਛਾ ਸਰਾਮਾ। ਹਾਂ ਹਾਂਜੀ ਹਾਂਜੀ। ਤੁਹਾਡਾ ਨਾਮ ਅੰਗਰੇਜ਼, ਯੂ ਲੁਕਸ ਲਾਈਕ ਅੰਗਰੇਜ਼ ਬਾਈ ਦ ਵੇ। ਹਾਂਜੀ। ਕਿੰਨੀ ਉਮਰ ਤੁਹਾਡੀ ਬੇਟਾ? ਮੇਰੀ ਉਮਰ ਜੀ 38 ਹੈ ਜੀ। ਆਪ ਜੀ ਕਦੋਂ ਆਏ ਸੀ? ਮੈਂ 2017 ਅਗਸਤ ਦੇ ਵਿੱਚ ਆਇਆ ਜੀ ਇੱਥੇ। ਕਿਵੇਂ ਆਏ ਕੈਨੇਡਾ? ਕੈਨੇਡਾ ਇੱਥੇ ਮੇਰੇ ਮਾਮੇ ਦਾ ਬੇਟਾ ਰਹਿੰਦਾ ਸੀ। PNP ਪ੍ਰੋਗਰਾਮ ਦੇ ਵਿੱਚ ਵਿਨੀਪੈਗ ਆਏ ਸੀਗੇ ਅਸੀਂ। ਸ਼ਾਦੀशुदा ਹੋ? ਹਾਂਜੀ ਹਾਂਜੀ। ਕਿੰਨੇ ਬੱਚੇ ਤੁਹਾਡੇ? 2 ਬੱਚੇ ਆ ਜੀ। 2 ਬੱਚੇ ਆ ਜੀ, ਇੱਕ ਬੇਟਾ ਇੱਕ ਬੇਟੀ। ਹਾਂਜੀ ਵੈਰੀ ਗੁੱਡ। ਸੋ ਤੁਸੀਂ ਕਿਹੜੇ ਸ਼ਹਿਰ ਚ ਰਹਿੰਦੇ ਹੋ ਇੱਥੇ? ਮੈਂ ਵਿਨੀਪੈਗ ਰਹਿ ਰਿਹਾ ਜੀ। ਵਿਨੀਪੈਗ ਰਹਿ ਰਹੇ ਹੋ? ਹਾਂਜੀ ਹਾਂਜੀ। ਕਾਰੋਬਾਰ ਕੀ ਤੁਹਾਡਾ? ਮੈਂ ਟਰੱਕ ਹੀ ਚਲਾਉਣਾ ਆਪਣਾ। ਮੇਰਾ ਖੁਦ ਦਾ ਆਪਦਾ ਟਰੱਕ ਆ। ਪਹਿਲਾਂ ਮੈਂ ਡਰਾਈਵਰੀ ਕਰਦਾ ਸੀ। 2 ਸਾਲ ਪਹਿਲਾਂ ਮੈਂ ਟਰੱਕ ਲਿਆ ਸੀਗਾ ਜੀ। ਕਿੰਨੇ ਕੁ ਪੈਸੇ ਕਮਾ ਲੈਂਦੇ ਹੋ ਅੰਗਰੇਜ਼ ਤੁਸੀਂ ਆਪਣਾ ਟਰੱਕ ਲੈ ਕੇ ਜਦੋਂ ਐਜ਼ ਏ ਓਨਰ ਆਪਰੇਟਰ ਹੁੰਦੇ ਹੋ? ਐਜ਼ ਏ ਓਨਰ ਆਪਰੇਟਰ ਇਹ ਦੇਖੋ ਕੰਪਨੀ ਤੇ ਡਿਪੈਂਡ ਕਰਦਾ। ਜੇ ਜੀ ਕੰਪਨੀ ਮੈਨੂੰ ਮਿਲੀ ਆ ਉਹ ਚ ਤਾਂ ਸਮਝ ਲਓ ਪੱਲਿਓਂ ਪੈਣ ਵਾਲਾ ਕੰਮ ਹੀ ਹੋ ਜਾਂਦਾ ਜੀ। ਨਹੀਂ ਬਸ ਵੀ ਉਹੀ ਆਪਦਾ ਸਿੰਗਲ ਚਲਾ ਰਿਹਾ ਮੈਂ ਤਾਂ ਉਹੀ 8-9 ਹਜ਼ਾਰ ਮੰਥਲੀ ਯਾਨੀ ਕਿ ਬਚ ਜਾਂਦਾ ਆਪਦਾ। 10,000 ਤੁਸੀਂ ਬਚਾ ਲੈਂਦੇ ਹੋ? 8 ਤੋਂ 10,000 ਬਚਾ ਲੈਂਦੇ ਹੋ? ਹਾਂਜੀ ਕਿਸ਼ਤ ਕੱਢ ਕੇ 8-10 ਹਜ਼ਾਰ ਤੁਸੀਂ ਸਮਝ ਕੇ। ਕਿੰਨੇ ਘੰਟੇ ਕੰਮ ਕਰਦੇ ਹੋ? ਮੈਂ 13 ਉਹੀ ਜਿਹੜੀ ਆਪਣੀ ਟਰੱਕ ਦੀ ਆਮ ਆਵਰ ਹੁੰਦੇ ਆ ਜੀ। ਕਿੰਨੇ ਦਿਨ ਕਰਦੇ? 5 ਡੇਜ਼। ਹਾਂਜੀ। ਵੈਰੀ ਗੁੱਡ। 2 ਦਿਨ ਬੱਚੇ ਚ ਰਹਿਣਾ ਬਹੁਤ ਜ਼ਰੂਰੀ ਹੈ। ਬੜੀ ਅੱਛੀ ਸੋਚ ਹੈ। ਹਾਂਜੀ। ਅੰਗਰੇਜ਼ੀ ਤੁਸੀਂ ਸਾਨੂੰ ਦੱਸਣਾ ਕੀ ਚਾਹੁੰਦੇ ਹੋ? ਤੁਸੀਂ ਅਪਸੈਟ ਕਿਉਂ? ਅਪਸੈਟ ਸਰ ਗੱਲ ਇਹ ਹੈ, ਮੈਂ 2020 ਦੇ ਵਿੱਚ ਟਰੱਕ ਲਿਆ ਸੀ। ਇੱਕ ਕੰਪਨੀ ਨਾਲ ਪਾਇਆ ਸੀਗਾ, ਉਹਦਾ ਨਾਂ ਹੈਗਾ ਵੀ ਟਰਾਂਸ। ਉਹਦਾ ਮਾਲਕ ਹੈ ਜਿਹੜਾ ਉਹ ਹੈਗਾ ਕੁਲਦੀਪ ਸਿੰਘ, ਉਹਦਾ ਨਾਂ ਹੈ ਕੁਲਦੀਪ ਸਿੰਘ ਅਟਾਲ। ਇੱਥੇ ਬਰੈਂਪਟਨ ਰਹਿ ਰਿਹਾ। ਉਹਦੀਆਂ 2-3 ਕੰਪਨੀਆਂ, ਇੱਕ ਹੈਗੀ ਐਲੀਜ਼ੀਅਮ, ਇੱਕ 5911, ਇੱਕ ਹੈਗੀ ਹੈ ਕੰਪਨੀ ਦਾ ਨਾਮ ਵੀ ਟਰਾਂਸ। ਵੀ ਟਰਾਂਸ ਹੈ ਜਿਹੜੀ ਉਹ ਅਲਬਰਟਾ ਤੋਂ ਰਜਿਸਟਰਡ ਹੈ ਜੀ। ਤੇ ਉਹਦੀ ਇੱਕ ਐਡ ਦੇਖ ਕੇ ਮੈਂ ਉਹਦੇ ਨਾਲ ਕੰਮ ਸ਼ੁਰੂ ਕੀਤਾ ਸੀਗਾ। ਉਹਦੇ ਨਾਲ ਗੱਲ ਇਹ ਹੋਈ ਸੀ ਵੀ ਇੱਕ ਗੇੜਾ ਲਾ ਤੇ ਉਦੋਂ ਬਾਅਦ ਪੇਮੈਂਟ ਮਿਲੇਗੀ ਪਰ ਵੀਕ। ਵੀਕਲੀ ਪੇਮੈਂਟ ਹੋਊਗੀ ਯਾਨੀ ਕਿ 8 ਦਿਨ ਬਾਅਦ। ਮੈਂ ਕਿਹਾ ਵੀ ਠੀਕ ਹੈ। ਮੈਂ ਨਾਲ ਇੱਕ ਮੁੰਡਾ ਰੱਖਿਆ ਡਰਾਈਵਰ ਆਪਦੇ ਤੇ ਅਸੀਂ ਦੋਨੇ ਟਰੱਕ ਚਲਾਉਣ ਲੱਗੇ। ਉਹ ਲੇਟ ਕਰਦਾ ਪੈਸੇ ਮੇਰੇ ਯਾਨੀ ਕਿ ਜਿਹੜੇ $26,000 ਹੋ ਗਿਆ ਸੀ ਉਹਦੇ ਲਈ। ਤੇ 1-2 ਬੰਦਿਆਂ ਨੂੰ ਉਹਨੇ ਹੋਰ ਚੀਟ ਕੀਤਾ। ਮੈਨੂੰ ਜਦੋਂ ਪਤਾ ਲੱਗਿਆ ਮੈਂ ਆਪਦਾ ਟਰੱਕ ਰੋਕਤਾ ਹਨਾ ਵੀ ਆਪਾਂ ਫ੍ਰੀ 'ਚ ਕੰਮ ਕਿਉਂ ਕਰੀਏ। ਤੇ ਨਾਲ ਡਰਾਈਵਰ ਨੂੰ ਵੀ ਪੇ ਦੇਣੀ ਹੁੰਦੀ ਹੈ ਤੇ ਨਾਲ ਟਰੱਕ ਦੀ ਕਿਸ਼ਤ ਵੀ ਦੇਣੀ ਹੁੰਦੀ ਹੈ। ਜੇ ਟਰੱਕ ਰੋਕਤਾ ਤੇ ਉਦੋਂ ਬਾਅਦ ਦੇ ਵਿੱਚ 26,000 ਚੋਂ ਯਾਨੀ ਕਿ $10,000 ਉਹਨੇ ਦੇਤਾ ਸੀ ਵੀ ਮੈਨੂੰ। ਉਹਨੇ ਹਿਸਾਬ ਵੀ ਭੇਜਿਆ ਸੀਗਾ $12,800 ਦਾ। ਉਹਨੇ ਆਪ ਭੇਜਿਆ ਹਿਸਾਬ ਮੈਨੂੰ, ਮੈਂ ਤੇਰਾ ਦੇਣਾ। ਤੇ 3,000 ਹੋਲਡ ਬੈਕ ਰੱਖੇ ਉਹਨੇ। ਹਰੇਕ ਪੇਮੈਂਟ ਚੋਂ $500 ਘੱਟਦਾ ਸੀਗਾ ਉਹ ਹੋਲਡ ਬੈਕ। ਉਹ ਹੋਲਡ ਬੈਕ ਹੁੰਦਾ ਵੀ ਕੋਈ ਹੈਪਨ ਕਰਤਾ ਬੰਦੇ ਨੇ ਜਾਂ ਵੀ ਕੋਈ ਉਹਦਾ ਡਿਡਕਟੀਬਲ ਵਗੈਰਾ ਸੇਫਟੀ ਵਾਸਤੇ ਕੰਪਨੀ ਦੇ ਰੂਲ ਹੋਣਗੇ ਉਹਨਾਂ ਦੇ ਆਪਣੇ ਜੀ। ਹਾਂਜੀ ਜੀ। ਉਦੋਂ ਬਾਅਦ ਚ ਮੈਂ ਜੋ ਟਰੱਕ ਰੋਕਤਾ ਮੈਂ ਦੂਜੀ ਜਗਦੀਪ ਸਿੰਘਾ ਟਰਾਂਸਪੋਰਟ ਕੰਪਨੀ ਚਲਾ ਗਿਆ ਹਨਾ। ਤੇ ਉਦੋਂ ਬਾਈ ਸਿੰਗਰ ਜਿਹੜੇ ਆਪਣੇ ਦੀਪ ਢਿੱਲੋਂ ਵੀ ਮੇਰੇ ਨਾਲ ਹੀ ਰਹਿ ਰਹੇ ਸੀ। ਪਿਛਲੇ ਸਾਲ ਦੀ ਗੱਲ ਹੈ ਇੱਥੇ। ਉਹਨਾਂ ਨੇ ਮੇਰੇ ਬਿਹਾਵ ਤੇ ਗੱਲ ਕੀਤੀ ਉਹਦੇ ਨਾਲ ਵੀ ਤੂੰ ਇਹਦੇ ਪੈਸੇ ਦੇ
ਉਹ ਕਹਿੰਦਾ ਵੀ ਮੇਰੇ ਇਹਨੇ ਟਰੱਕ ਰੋਕਤਾ, ਮੈਨੂੰ ਦੱਸਿਆ ਨੀਗਾ ਤੇ ਮੈਨੂੰ ਇੰਸ਼ੋਰੈਂਸ ਪੈ ਗਈ। ਮੈਂ ਪੁੱਛਿਆ ਉਹਨੂੰ ਬਾਈ ਕਿੰਨੀ ਇੰਸ਼ੋਰੈਂਸ? ਕਹਿੰਦਾ $3500 ਹੈ। ਮੈਂ ਵੀ ਚੱਲ ਤੂੰ 3500 ਕੱਟ ਕੇ ਬਾਕੀ ਦੇ ਦੇ, ਹਨਾ ਜੀ, ਵੀ ਚੱਲ ਤੈਨੂੰ ਲਾਸ ਹੋਇਆ, ਮੈਨੂੰ ਕੋਈ ਗੱਲ ਨਹੀਂ। ਉਦੋਂ ਬਾਅਦ ਚ ਕਹਿੰਦਾ ਮੈਂ ਅੱਜ ਦਿਨ ਕੱਲ ਦਿਨ ਕਰਦੇ ਕਰਦੇ ਫਿਰ ਮੈਨੂੰ ਕਹਿੰਦਾ ਮੇਰੇ ਕੋਲ ਇੱਕ ਟਰੱਕ ਮੈਂ ਉਹਨੂੰ ਹੋਰ ਲੈ ਲਿਆ ਸੀ। ਮੈਨੂੰ ਕਹਿੰਦਾ ਵੀ ਟਰੱਕ ਹੋਰ ਲਿਆ ਤੇ ਵੀ ਆਪਾਂ ਜਿਸ ਦਿਨ ਤੂੰ ਟਰੱਕ ਮੇਰੇ ਨਾਲ ਲੈ ਆਏਗਾ ਉਸੇ ਦਿਨ ਹੀ $5000 ਮੈਂ ਤੈਨੂੰ ਦੇ ਦੂੰਗਾ, ਬਾਕੀ ਚਲੋ ਮੈਂ ਹਰੇਕ ਹਫ਼ਤੇ ਜਿਹੜੀ ਤੈਨੂੰ ਪੇਮੈਂਟ ਦੇਊਂਗਾ, ਜੇ ਦੇਊਂਗਾ ਤਾਂ ਗਾਂ ਟਰੱਕ ਦਾ ਜਿਹੜਾ ਲਾਈ ਨਹੀਂ ਨਾ ਲਾਈ, ਤੇ ਬਾਕੀ ਤੈਨੂੰ ਨਾਲ ਦੀ ਨਾਲ ਵੀ ਮੈਂ $5000 5 ਕਰਕੇ ਦੇ ਦੂੰਗਾ, ਹਨਾ, ਥੋੜੇ ਥੋੜੇ ਕਰਕੇ ਵੀ 2 4 ਜਿੰਨਾ ਵੀ ਹੋਊਗਾ। ਮੈਂ ਇੱਥੋਂ ਮੁੰਡੇ ਦੋਨੋਂ ਡਰਾਈਵਰ ਭੇਜਤੇ, ਟਰੱਕ ਭੇਜਤਾ ਆਪਦਾ, ਮੇਰਾ 15 ਮਾਡਲ ਟਰੱਕ ਸੀਗਾ ਇੱਕ, ਤੇ ਉਹਨਾਂ ਨੇ ਉੱਥੇ ਜਾ ਕੇ ਪਲੇਟਾਂ ਲਾ ਲਈਆਂ, ਡੈਕਲ ਸਟਿੱਕਰ ਦੇਤੇ, ਉਹਨੇ ਬਾਈਂਡਰ ਦੇਤਾ ਤੇ ਲੋਡ ਚੁਕਾਤਾ। 19 ਅਪ੍ਰੈਲ ਦੀ ਗੱਲ ਐ, ਮੈਂ ਭੇਜਿਆ ਸੀ ਤੇ 20 ਨੂੰ ਉਹਨੇ ਲੋਡ ਚੁਕਾਤਾ, 20 ਅਪ੍ਰੈਲ ਨੂੰ। ਤੇ ਉਧਰੋਂ ਲੋਡ ਚੱਕ ਕੇ ਉਹ ਵਾਪਸ ਆ ਰਹੇ ਸੀ ਮੁੰਡੇ, ਨਿੱਪੀ ਗੰਨ ਦੇ ਕੋਲ ਆ ਕੇ ਮੁੰਡੇ ਤੋਂ ਟਰੱਕ ਹੈ ਜਿਹੜਾ ਵੀ ਉਹ ਸੰਭਲਿਆ ਨਹੀਂ, ਸਾਈਡ ਤੇ ਉਤਰ ਗਿਆ ਡੱਚ ਦੇ ਵਿੱਚ। ਉਹ ਡੱਚ ਚ ਉਤਰਨ ਨਾਲ ਵੀ ਟਰੱਕ ਟੋਟਲ ਲੋਸਟ ਹੋ ਗਿਆ। ਮੇਰੇ ਕੋਲ ਪਿਕਚਰ ਵੀ ਹੈਗਾ ਉਹਦੀਆਂ, ਸਾਰਾ ਕੁਝ ਹੈਗਾ। ਚਲੋ ਪੁਲਿਸ ਆ ਗਈ, ਜੋ ਵੀ ਹੁੰਦਾ, ਉਹਨਾਂ ਟੋ ਕਰਾ ਕੇ ਬਰੈਂਪਟਨ ਲੈ ਗਏ ਟਰੱਕ। ਉਹ ਜਿਹੜੀ ਕੰਪਨੀ ਦੀਆਂ ਪਲੇਟਾਂ ਹੁੰਦੀਆਂ ਉਸੇ ਨੇ ਹੀ ਟੋ ਕਰਾਉਣਾ ਹੁੰਦਾ ਵੀ ਕੇਰਾ ਤੋਂ ਉਹਦੀ ਰਿਸਪੌਂਸਿਬਿਲਟੀ ਹੁੰਦੀ ਹੈ ਨਾ, ਇਹ ਡੈਕਲ ਸਟਿੱਕਰ ਹੋਣਾ। ਤਾਂ ਇੰਸ਼ੋਰੈਂਸ ਕਿਹੜੀ ਕਰਾਈ ਹੁੰਦੀ ਹੈ ਫਿਰ? ਹੈ ਜੀ, ਇੰਸ਼ੋਰੈਂਸ ਦਾ ਜ਼ਿੰਮੇਵਾਰ ਕੌਣ ਹੁੰਦਾ? ਇੰਸ਼ੋਰੈਂਸ ਦਾ ਜ਼ਿੰਮੇਵਾਰ ਕੰਪਨੀ ਹੁੰਦੀ ਜਿਹਨੇ ਆਪਾਂ ਨੂੰ ਪਲੇਟਾਂ ਦਿੱਤੀਆਂ ਹੁੰਦੀਆਂ ਜੀ। ਉਹ ਕਰਾਈ ਹੋਈ ਸੀ? ਹਾਂ, ਉਹਦੀ ਮੈਂ ਉਹੀ ਦੱਸਦਾ। ਇੰਸ਼ੋਰ ਜਦੋਂ ਮੈਂ ਲੀਜ਼ਿੰਗ ਕੰਪਨੀ ਨੂੰ ਸਾਰੀ ਸਟੋਰੀ ਦੱਸੀ, ਉਹਨੂੰ ਸਾਰਾ ਕੁਝ ਭੇਜਿਆ, ਤੇ ਉਹ ਫੇਕ ਸੀਗੀ ਇੰਸ਼ੋਰੈਂਸ ਦੀ। ਇੰਸ਼ੋਰੈਂਸ ਉਹ ਫੇਕ ਸੀ, ਜਿਹੜੀ ਮਤਲਬ ਉਹਨੇ ਕੱਢ ਕੇ ਦਿੱਤੇ ਇੰਸ਼ੋਰੈਂਸ ਦੇ ਪ੍ਰਿੰਟ ਕੱਢ ਕੇ ਦੇਤੇ ਬੰਦੇ ਨੇ, ਬਟ ਉੱਥੇ ਗਾਂ ਹੈ ਨਹੀਂ ਸੀਗੀ ਜਿਹੜੀ ਕੰਪਨੀ ਨਾਲ ਉਹਨਾਂ ਨੇ ਮਤਲਬ ਵੀ ਕੰਮ ਕਰਦਾ ਹੈ, ਜਿਹਦੇ ਕੰਪਨੀ ਦਾ ਉੱਪਰ ਨਾਮ ਲਿਖਿਆ ਸੀ, ਬੈਂਕ ਸਲਿੱਪ ਜਾਂ ਇੰਸ਼ੋਰੈਂਸ ਸਰਟੀਫਿਕੇਟ ਦੇ ਉੱਤੇ ਲਿਖਿਆ ਹੁੰਦਾ। ਉਹਨਾਂ ਨੇ ਜਦੋਂ ਸਾਰੀ ਪੜਤਾਲ ਕੀਤੀ, ਉਹਨਾਂ ਨੇ ਕੰਪਨੀ ਨੇ ਇਨਵੈਸਟੀਗੇਸ਼ਨ ਕੀਤੀ, ਤਾਂ ਉਹ ਜਿਹੜੀ ਆਪਣੀ ਇੰਸ਼ੋਰੈਂਸ ਫੇਕ ਸੀ। ਚਲੋ ਜੀ, ਇਹ ਕਹਿੰਦਾ, ਇਹ ਆਪ ਵੀ ਕਹਿੰਦਾ ਸੀ ਇੰਸ਼ੋਰੈਂਸ ਨਹੀਂ ਮਿਲਣੀ, ਮੈਂ ਤੁਹਾਨੂੰ ਟਰੱਕ ਫਿਕਸ ਕਰਾ ਦਿੰਦਾ ਵੀ ਇਹਦਾ ਜਿਹੜੀ ਮੋਟਰ ਕੱਢ ਕੇ ਆਪਾਂ, ਮੇਰੇ ਕੋਲ ਇੱਕ ਟਰੱਕ ਖੜਾ ਉਹ ਚ ਰਖਾ ਦਿੰਦੇ ਆ। ਮੈਂ ਚੱਲ ਵੀ ਐਂ ਕਰ ਲਾ, ਇਵੇਂ ਚੱਲ ਆਪਾਂ ਵੀ ਕਰ ਲੈਂਦੇ ਆ। ਕਹਿੰਦਾ ਮੈਨੂੰ ਕਹਿੰਦਾ ਮੋਟਰ ਕੱਢ ਕੇ ਤੇ ਰੱਖੀ ਪਈ ਆ, ਤੂੰ ਕੈਲਗਰੀ ਜਾ ਕੇ ਟਰੱਕ ਵੇਖਿਆ ਮੇਰਾ ਜਿਹੜਾ ਖੜਾ ਹੈ ਉਹ ਫਲਾਨੀ ਸ਼ਾਪ ਤੇ ਖੜਾ ਹੈ। ਮੈਂ ਉਹ ਸ਼ਾਪ ਤੇ ਚਲਾ ਗਿਆ, ਜਦੋਂ ਉੱਥੇ ਗਿਆ ਉਹ ਕਹਿੰਦੇ ਵੀ ਸਾਡੇ ਕੋਲ ਟਰੱਕ ਨਹੀਂ ਹੈਗਾ। ਮੈਂ ਇਹਨੂੰ ਕਾਲ ਕੀਤੀ, ਕਹਿੰਦਾ ਵੀ ਯਾਰ ਇਹਨਾਂ ਕੋਲ ਹੀ ਸੀਗਾ। ਫਿਰ ਮੈਂ ਚਲੋ ਉੱਥੇ ਇੱਕ ਰਾਤ ਰੁਕਿਆ ਤੇ ਮੁੜਿਆ, ਨਾ ਕੁਛ ਬਣਿਆ। ਉਦੋਂ ਬਾਅਦ ਦੇ ਵਿੱਚ ਮੈਂ ਉਹਨਾਂ ਨੂੰ ਦੱਸਤਾ ਆਪਦੀ ਜਿਹੜੀ ਲੀਜ਼ਿੰਗ ਕੰਪਨੀ ਸੀ ਵੀ ਉਹਦੇ ਲੋ ਹੱਥ ਖੜੇ ਆ, ਵੀ ਪਹਿਲਾਂ ਉਹਨੂੰ ਮੈਂ ਦੱਸਿਆ ਵੀ ਲੀਜ਼ਿੰਗ ਕੰਪਨੀ ਨੂੰ ਮੈਨੂੰ ਟਰੱਕ ਫਿਕਸ ਕਰਾ ਕੇ ਦਿੰਦਾ ਵੀ ਚਲੋ ਪੇਮੈਂਟ ਜਾਈ ਗਈ। ਹੁਣ ਉਹ 10% ਪੇਮੈਂਟ ਤੇ ਪਲੱਸ $300 ਇੰਸ਼ੋਰੈਂਸ ਮੇਰੀ ਚੱਕ ਰਹੀ ਹੈ। ਲੀਜ਼ਿੰਗ ਕੰਪਨੀ ਦਾ ਨਾਮ ਬੋਡਕਿਨ, ਤੇ ਇਹਦਾ ਜਿਹੜਾ ਬ੍ਰੋਕਰ ਸੀਗਾ ਉਹ ਪਲਾਨਟ ਫਾਈਨੈਂਸ਼ੀਅਲ ਵਾਲਾ ਗੌਰਵ ਹੈ ਜੀ, ਟੋਰਾਂਟੋ ਹੀ ਆ ਉਹ ਵੀ, ਮਿਸੀਸਾਗਾ। ਤੇ ਉਸ ਤੋਂ ਬਾਅਦ ਉਹ ਕਹਿੰਦੇ ਚਲੋ ਜੀ ਅਸੀਂ ਆਪਦੀ ਜਿਹੜੀ ਗੈਪ ਇੰਸ਼ੋਰੈਂਸ ਹੁੰਦੀ ਹੈ ਇੱਕ ਲੀਜ਼ਿੰਗ ਕੰਪਨੀ ਦੀ, ਜਿਹਨੇ ਆਪਾਂ ਨੂੰ ਟਰੱਕ ਲੀਜ਼ ਤੇ ਦਿੱਤਾ ਹੁੰਦਾ, ਉਹ ਉਹਦੇ ਕੋਲੇ ਚਲੇ ਗਏ। ਗ੍ਰੇਟ ਅਮਰੀਕਨ ਇੰਸ਼ੋਰੈਂਸ ਆ ਉਹਨਾਂ ਦੀ ਕੋਈ। ਉਹਨਾਂ ਨੇ ਜੇ ਚਲੋ ਸਾਰਾ ਕੇਸ ਲੈ ਲਿਆ, ਕਲੇਮ ਉਹਨਾਂ ਕੋਲੇ ਓਪਨ ਹੋ ਗਿਆ। ਮੈਨੂੰ ਕਹਿੰਦੇ ਵੀ ਸਾਨੂੰ ਟਰੱਕ ਦੱਸ ਕਿੱਥੇ ਖੜਾ। ਮੈਂ ਇਹਨੂੰ ਪੁੱਛਿਆ ਵੀ ਟਰੱਕ ਕਿੱਥੇ ਖੜਾ ਹੈ? ਕਹਿੰਦਾ ਫਲਾਨੇ ਟੋਇੰਗ ਵਾਲਿਆਂ ਕੋਲ, ਪੈਸੀਫਿਕ ਟੋਇੰਗ ਹੈ ਕੋਈ ਉਹਨਾਂ ਦੀ, ਉੱਥੇ ਹੈ। ਉਹਨਾਂ ਨੂੰ ਕਾਲ ਕੀਤੀ, ਉਹਨਾਂ ਨੇ 5-4 ਦਿਨ ਤਾਂ ਦੱਸਿਆ ਨਹੀਂ। ਫਿਰ ਮੈਨੂੰ ਕਹਿੰਦੇ ਅਸੀਂ ਤਾਂ ਟਰੱਕ ਉਹਦੇ ਯਾਰਡ ਦੇ ਵਿੱਚ ਛੱਡਤਾ ਸੀ, 115 ਈਸਟ ਡਰਾਈਵ ਬਰੈਂਪਟਨ, ਉੱਥੇ ਯਾਰਡ ਆ ਉਹਦਾ ਜੀ। ਤੇ ਉਦੋਂ ਬਾਅਦ ਚ ਮੈਂ ਫਿਰ ਇਹਦੇ ਨਾਲ ਗੱਲ ਕੀਤੀ, ਇਹ ਕਹਿੰਦਾ ਨਹੀਂ ਜੀ ਉਹਨਾਂ ਕੋਲੇ ਆ, ਉਹ ਕਹਿੰਦਾ ਉਹਨਾਂ ਕੋਲੇ ਆ। ਚਲੋ ਗੱਲ ਕਰਦੇ ਕਰਦੇ ਮੈਂ ਸਾਰੀ ਫੇਰ ਲੀਜ਼ਿੰਗ ਕੰਪਨੀ ਦੱਸਤੀ। ਉਹਨਾਂ ਨੇ ਪੈਸੀਫਿਕ ਟੋਇੰਗ ਵਾਲਿਆਂ ਨਾਲ ਕੰਟੈਕਟ ਕੀਤਾ, ਉਹਨੇ ਆਪਦੀ ਸਟੇਟਮੈਂਟ ਦੇਤੀ ਜੀ ਮੈਂ ਟਰੱਕ ਉਹਦਾ ਉੱਥੇ ਛੱਡਤਾ ਸੀ। ਉਹਨੇ ਮੇਲ ਮੇਰੇ ਕੋਲੇ ਹਜੇ ਪਈ ਆ, ਉਹ ਜਿਹੜੀ ਈਮੇਲ ਆਈ ਹੈ ਮੈਨੂੰ। ਔਰ ਟੋਇੰਗ ਕੰਪਨੀ ਨੂੰ ਪੇ ਜਿਹੜੇ ਆ ਉਹ ਕਰਨੇ ਸੀਗੇ ਜਿਹਦੇ ਇੰਸ਼ੋਰੈਂਸ ਕੰਪਨੀ ਸੀ। ਹਾਂ, ਪਲੇਟਡ ਕੰਪਨੀ ਨੇ ਹੀ ਕਰਨੇ ਹੁੰਦੇ। ਚਲੋ ਜੇ ਨਾ ਕਰਦੀ, ਮੈਂ ਫਿਰ ਵੀ ਆਪਦੇ ਮੇਰੇ ਟਰੱਕ ਦੇ ਕਿੰਨੇ ਕੁ ਬਣਨੇ ਸੀ, ਟ੍ਰੇਲਰ ਦੇ ਟਰੱਕ ਦੋਨੋਂ ਲੈ ਕੇ ਗਿਆ ਸੀਗਾ। ਜੇ ਮੈਂ ਆਪਦੇ ਟਰੱਕ ਦੇ ਪੇ ਵੀ ਕਰ ਦਿੰਦਾ, ਨੋ ਪ੍ਰੋਬਲਮ, ਹਨਾ, ਮੈਨੂੰ ਇੰਸ਼ੋਰੈਂਸ ਮਿਲਦੀ ਸੀ, ਮੇਰਾ ਕਿਹੜਾ ਛੁੱਟਦਾ, ਹਨਾ। ਤੇ ਚਲੋ ਉਦੋਂ ਬਾਅਦ ਦੇ ਵਿੱਚ ਇਹ ਮੈਨੂੰ ਹੁਣ 2-3 ਮਹੀਨੇ ਹੋ ਗਏ ਲਾਰੇ ਲਾਈ ਜਾਂਦਾ, ਮੈਂ ਅੱਜ ਪਤਾ ਕਰਦਾ, ਕੱਲ ਪਤਾ ਕਰਦਾ, ਮੈਨੂੰ ਟਰੱਕ ਨਹੀਂ ਦੇ ਰਿਹਾ ਹੈਗਾ ਬੰਦਾ। ਮੈਨੂੰ ਲੱਗਦਾ ਵੀ ਉਹਨੇ ਜਿਹੜੇ ਪਾਰਟ ਆ ਕੱਢ ਕੇ ਯੂਜ਼ ਕਰ ਲਏ ਕਿਤੇ, ਜਾਂ ਉਹ ਸੇਲ ਕਰਤੇ ਪਾਰਟ ਉਹਦੇ ਸੀਗੇ ਟਰੱਕ ਦੇ ਮੇਰੇ ਦੇ। ਇਹ ਤਾਂ ਤੁਸੀਂ ਅਜ਼ਿਊਮ ਕਰਦੇ ਹੋ ਨਾ ਕਿ ਕੋਵਿਡ ਕਰਕੇ, ਦੇਖੋ ਅੰਗਰੇਜ਼ ਜ਼ਿੰਦਗੀ ਦੇ ਵਿੱਚ ਕੋਵਿਡ ਨੇ ਬਹੁਤ ਕੁਝ ਹਿਲਾ ਕੇ ਰੱਖ ਦਿੱਤਾ, ਆਰਥਿਕ ਪੱਖੋਂ ਸਭ ਕੁਝ ਤਬਾਹ ਕਰਕੇ ਦਿੱਤਾ, ਦੁਨੀਆ ਰੱਖ ਦਿੱਤਾ, ਦੇਸ਼ਾਂ ਰੱਖ ਦਿੱਤਾ, ਸਰਕਾਰਾਂ ਨੂੰ, ਆਮ ਵਿਅਕਤੀਆਂ ਨੂੰ, ਬਿਜ਼ਨਸਮੈਨ ਨੂੰ ਬਲੂਣਾ ਲੱਗਾ ਕਾਫੀ। ਔਰ ਹੋ ਸਕਦਾ ਕਿ ਕੋਵਿਡ ਕਰਕੇ ਇਹ ਸਾਰਾ ਕੁਝ ਡਿਲੇ ਹੋ ਰਿਹਾ। ਸੋ ਜਦੋਂ ਇਹੋ ਜਿਹੀਆਂ ਜਿਹੜੀ ਸੈਟਲਮੈਂਟਸ ਨੇ ਰੇਡੀਓ ਤੇ ਲਿਆਉਣੀਆਂ ਔਰ ਤੁਸੀਂ ਕਿਸੇ ਨੂੰ ਡੈਮੇਜ ਕਰਨਾ ਕਹਿ ਕੇ, ਇਜ਼ ਨਾਟ ਐਕਸੈਪਟੇਬਲ। ਕਿਉਂਕਿ ਮੈਂ ਦੱਸਿਆ ਵਨ ਸਾਈਡ ਸਟੋਰੀ ਹੈ, ਕਿਉਂਕਿ ਮੈਂ ਦੂਜੇ ਪਾਸੇ ਦੂਜੇ ਧਿਰ ਨਾਲ ਜਿਹਦੇ 'ਚ ਗੱਲ ਨਹੀਂ ਕਰਦਾ, ਉਹਨਾਂ 'ਚ ਮੈਂ ਨਹੀਂ ਕਹਿ ਸਕਦਾ ਕਿ ਇਹਦਾ ਫਾਲਟ ਹੈ। ਪਹਿਲੀ ਗੱਲ ਹੈ ਕਿ ਤੁਸੀਂ ਜਿਹੜੇ ਡਰਾਈਵਰ ਆਪਣੇ ਟਰੱਕ ਖਰੀਦਿਆ ਸੀਗਾ, ਜਿਹੜੇ ਡਰਾਈਵਰ ਚਲਾਉਣ ਨੂੰ ਦਿੱਤੇ ਆ, ਜੋ ਕੁਆਲੀਫਾਈਡ ਕਰਦੇ ਸੀਗੇ ਕੰਪਨੀ ਦੇ ਮੁਤਾਬਕ, ਉਹੀ ਡਰਾਈਵ ਕਰਦੇ ਸੀਗੇ?
ਇਹ ਹਾਇਰ ਉਹਨਾਂ ਨੇ ਕੀਤਾ ਡਰਾਈਵਰ? ਹਾਂਜੀ, ਹਾਇਰ ਉਹਨਾਂ ਨੇ ਕੀਤਾ। ਮੈਂ 2 ਦਿਨ ਪਹਿਲਾਂ ਲਾਇਸੈਂਸ ਭੇਜਿਆ ਉਹਨਾਂ ਨੂੰ, ਲਾਇਸੈਂਸ ਦੀਆਂ ਕਾਪੀਆਂ। ਉਹ ਦੋਨੋਂ ਕਿੰਨਾ ਸਮਾਂ ਹੋ ਗਿਆ ਇਸਨੇ ਡਰਾਈਵ ਕਰਦੇ ਨੂੰ? ਇੱਕ ਤਾਂ ਨਿਊ ਸੀਗਾ ਜੀ, ਇੱਕ ਨੂੰ ਮਤਲਬ 1.5 ਪੌਣੇ 2 ਸਾਲ ਦੀ ਐਕਸਪੀਰੀਅੰਸ ਸੀਗਾ ਬੰਦੇ ਕੋਲੇ ਜੀ। ਜਿਹੜਾ ਨਿਊ ਸੀ ਉਹਦੇ ਤੋਂ ਹੀ ਹੈਪਨ ਹੋਇਆ, ਨਵੇਂ ਤੋਂ ਹੋਇਆ ਨਾ। ਸੋ ਹੁਣ ਪ੍ਰੋਬਲਮ ਤਾਂ ਇਹ ਆ ਕਿ ਜਿਹੜੀ ਟਰੱਕਿੰਗ ਇੰਡਸਟਰੀ ਆ ਉਹ ਵੀ ਥੱਲੇ ਡਾਊਨ ਜਾ ਰਹੀ ਆ ਕੋਵਿਡ ਕਰਕੇ। ਇਹਨਾਂ ਨੂੰ ਜਿਹੜੇ ਵੱਡੀ ਕੰਪਨੀਆਂ ਸਮੇਂ ਸਿਰ ਪੈਸੇ ਨਹੀਂ ਦੇ ਰਹੀਆਂ। ਸੋ ਕੋਵਿਡ ਦੇ ਵਿੱਚ ਬਹੁਤ ਕੁਝ ਡਿਲੇ ਹੋ ਰਿਹਾ, ਬਹੁਤ ਕੁਝ ਇੱਧਰ ਉੱਧਰ ਹੋ ਰਿਹਾ। ਸੋ ਐਡਜਸਟਮੈਂਟ ਤੁਹਾਨੂੰ ਆਪ ਸੱਚੀ ਕਰ ਲੈਣੀ ਚਾਹੀਦੀ, ਕਿਉਂਕਿ ਇਹਦੇ ਵਿੱਚ ਮੈਂ ਨਹੀਂ ਕਹਿ ਸਕਦਾ ਕਿ ਉਹ ਦੂਜੀ ਧਿਰ ਦਾ ਕਸੂਰ ਹੈ ਜਾਂ ਤੁਸੀਂ ਝੂਠ ਬੋਲ ਰਹੇ ਹੋ। ਸੋ ਹਾਂਜੀ ਸਰ, ਗੱਲ ਇਹ ਹੈ ਨਾ ਜੀ, ਮੇਰਾ ਡੈਮੇਜ ਹੋਇਆ ਟਰੱਕ ਮੈਨੂੰ ਦੇ ਦੇਵੇ, ਹਨਾ। ਆਪਾਂ ਨਾ ਹੋਰ ਕੁਝ ਨਹੀਂ ਕਹਿੰਦੇ, ਨਾ ਆਪਾਂ ਇਹ ਕਹਿੰਦੇ ਆ ਵੀ ਉਹ ਆਪਦੀ ਇੰਸ਼ੋਰੈਂਸ ਦਵਾਵੇ। ਹੁਣ ਤੁਹਾਡੀ ਡਿਮਾਂਡ ਕੀ ਹੈ? ਪਹਿਲੀ ਗੱਲ ਤਾਂ ਇੰਸ਼ੋਰੈਂਸ ਜਿਹੜੀ ਹੈ ਉਹ ਫੇਕ ਸੀ, ਇੰਸ਼ੋਰੈਂਸ ਮੈਂ ਤੇ ਵੈਲਿਡ ਨਹੀਂ ਸੀ, ਉਦੋਂ ਹੀ ਬਣਾਇਆ ਹੋਇਆ ਸੀ ਸਰਟੀਫਿਕੇਟ। ਹਾਂਜੀ ਮੇਰੇ ਕੋਲ ਪਿਆ ਜੀ, ਉਹ ਮੈਂ ਤੁਹਾਨੂੰ ਭੇਜ ਸਕਦਾ, ਤੁਸੀਂ ਆਪ ਪਤਾ ਕਿ ਬਹੁਤ ਵੱਡਾ ਕ੍ਰਾਈਮ ਹੈ ਇਹ। ਹਾਂਜੀ ਇਹ ਜਿਹਨੇ ਇੰਸ਼ੋਰੈਂਸ ਲਿਖ ਕੇ ਦਿੱਤੀ ਆ ਉਹ ਤਾਂ ਲਾਇਸੈਂਸ ਜਾ ਸਕਦਾ ਉਸ ਬੰਦੇ ਦਾ, ਔਰ ਉਹਨੂੰ ਜੇਲ੍ਹ ਹੋ ਸਕਦੀ ਆ। ਕਿ ਤੁਸੀਂ ਜੇਕਰ ਇਨ ਕੇਸ ਕੋ ਬੰਦੇ ਦੀ ਡੈਥ ਹੋ ਜਾਵੇ, ਜ਼ਿੰਮੇਵਾਰ ਕੌਣ ਹੈ ਫਿਰ? ਸਪੋਜ਼ ਕਰ ਲਓ ਕਿ ਉਹੀ ਡਰਾਈਵਰ ਡੈਚ ਵਿੱਚ ਜੋ ਟਰੱਕ ਡਿੱਗਿਆ, ਨਵਾਂ ਡਰਾਈਵਰ ਆ ਜਾਂ ਪੁਰਾਣਾ ਡਰਾਈਵਰ ਆ, ਕਿਸੇ ਨੂੰ ਹੋਰ ਹਿੱਟ ਕਰਦਾ, ਐਕਸੀਡੈਂਟ ਰਸਤੇ ਵਿੱਚ ਹੋ ਜਾਂਦਾ, ਕਿਸੇ ਦੀ ਗਲਤੀ ਹੋਰ ਹੁੰਦੀ, ਨਾ ਤੁਹਾਡੀ ਹੁੰਦੀ, ਕਿਸੇ ਦੀ ਮੌਤ ਹੋ ਜਾਂਦੀ, ਤੇ ਤੁਸੀਂ ਕਲੇਮ ਕਰਦੇ ਤੇ ਕਲੇਮ ਤੁਹਾਨੂੰ ਮਿਲਣਾ ਨਹੀਂ ਸੀ ਕਿਉਂਕਿ ਇੰਸ਼ੋਰੈਂਸ ਫਿਕਸ ਸੀ। ਹਾਂਜੀ ਇਹ ਬਾਅਦ ਵਿੱਚ ਪਤਾ ਲੱਗਿਆ ਨਾ ਸਾਨੂੰ, ਕਿਉਂਕਿ ਇੱਕ ਡਰਾਈਵਰ ਦਾ ਕੀ ਕੰਮ ਹੁੰਦਾ, ਉਹਨੇ ਆਪਦੀ ਬੈਂਕ ਸਲਿੱਪ ਵੀ ਲੈਣੀ ਹੈ, ਸਰਟੀਫਿਕੇਟ ਵੇਖਣਾ, ਟਰੱਕ ਦਾ ਬਾਈਂਡਰ ਆਲ ਚੈੱਕ ਕਰਨਾ, ਸੇਫਟੀ ਜੇ ਉਹ ਜੋ ਵੀ ਹੁੰਦਾ, ਕੈਬ ਕਾਰਡ, ਹੈ ਨਾ ਜੀ। ਉਹਨਾਂ ਨੇ ਉਹ ਚੈੱਕ ਕੀਤਾ। ਮਤਲਬ ਉਸ ਵੇਲੇ ਇਹ ਇੰਸ਼ੋਰੈਂਸ ਕੰਪਨੀ ਵੈਲਿਡ ਸੀ, ਪਰ ਜਦ ਕੰਪਨੀ ਨੂੰ ਚੈੱਕ ਕੀਤਾ ਟੋਇੰਗ ਕੰਪਨੀ ਨੇ, ਉਹ ਕਹਿੰਦੇ ਇਹ ਤਾਂ ਫੇਕ ਹੈ। ਇਹ ਨਹੀਂ, ਲੀਜ਼ਿੰਗ ਕੰਪਨੀ ਨੇ ਕੀਤਾ। ਹਾਂਜੀ, ਟੋਇੰਗ ਕੰਪਨੀ ਨੇ ਨਹੀਂ, ਲੀਜ਼ਿੰਗ ਕੰਪਨੀ। ਵੇਖੋ ਹੁਣ ਮੈਂ ਇੱਕ ਪੇਪਰ ਬਣਾ ਕੇ ਦਿੰਦਾ ਕਿਸੇ ਕੰਪਨੀ ਦੇ ਨਾਂ ਦੇ ਹੇਠ, ਤੁਹਾਨੂੰ ਫੇਕ ਪੇਪਰ ਬਣਾ ਕੇ ਪ੍ਰਿੰਟ ਕਰਕੇ। 1 ਸੈਕਿੰਡ, 2 ਕੁਐਸਚਨ। ਜਦੋਂ ਬੰਦੇ ਨੇ ਟੋ ਕੰਪਨੀ ਨੇ ਟੋ ਕੀਤਾ ਤੇ ਟੋਇੰਗ ਕੰਪਨੀ ਵਾਲੇ ਕਹਿੰਦੇ ਕਿ ਅਸੀਂ ਆਪਣੇ ਆਪ ਇੰਸ਼ੋਰੈਂਸ ਕੰਪਨੀ ਦੇ ਪੈਸੇ ਲੈ ਲਵਾਂਗੇ, ਤਾਂ ਉਹਨਾਂ ਨੇ ਦੱਸਿਆ ਤੁਹਾਨੂੰ ਕਿਉਂਕਿ ਪੈਸੇ ਜਿਹੜੇ ਆ ਉਹਨਾਂ ਨਹੀਂ ਦਿੰਦਾ ਪ੍ਰਾਪਰਟੀ ਮਾਲਕ, ਇੰਸ਼ੋਰੈਂਸ ਤੋਂ ਕਲੇਮ ਕਰਦੇ ਇਹ ਲੋਕ, ਉਹਨਾਂ ਨੂੰ ਨਹੀਂ ਪਤਾ ਲੱਗਾ? ਨਹੀਂ, ਉਹ ਵੀ ਕਹਿੰਦੇ ਸਾਡਾ $35,000 ਹੈ ਜਿਹੜਾ ਇਹਦੇ ਨਾਲ ਖੜਾ ਹੈਗਾ ਵੀਟਰਾਂਸ, ਨਹੀਂ ਉਹ ਦੇ ਨਹੀਂ ਰਿਹਾ ਸਾਨੂੰ। ਨਹੀਂ, ਉਹ ਕਹਿੰਦੇ ਕਿ ਇਹ ਹੋਲਡਰ ਉਹਨਾਂ ਨੇ ਵੀ ਕਲੇਮ ਕੀਤਾ ਹੈ, ਟੋਇੰਗ ਕੰਪਨੀ ਨੇ ਵੀ ਕਿਹਾ ਹੈ ਕਿ ਇਹ ਇੰਸ਼ੋਰੈਂਸ ਕੰਪਨੀ ਕਲੇਮ ਨਹੀਂ ਲੈ ਰਹੀ ਕਿਉਂਕਿ ਇਹ ਵੈਲਿਡ ਨਹੀਂ ਹੈ, ਇਹ ਫੇਕ ਹੈ। ਨਹੀਂ, ਉਹ ਕਹਿੰਦੇ ਵੀ ਸਾਡਾ ਇੰਸ਼ੋਰੈਂਸ ਕੰਪਨੀ ਨਾਲ ਕੋਈ ਤਾਲੁਕਾਤ ਨਹੀਂ, ਅਸੀਂ ਸਿਰਫ ਜਿਹੜੀ ਵੀਟਰਾਂਸ ਟਰਾਂਸਪੋਰਟ ਹੈ ਉਹਦੇ ਨਾਲ ਗੱਲ ਕਰਨੀ ਹੈ, ਵੀ ਉਹ ਤੋਂ ਪੈਸੇ ਲੈਣੇ ਆ, ਵੀ ਸਾਨੂੰ ਨਹੀਂ ਪਤਾ ਵੈਲਿਡ ਹੈ। ਮੈਂ ਕਿਹਾ ਵੀ ਤੁਹਾਡੇ ਪੈਸੇ ਹੀ ਮਰ ਰਹੇ ਆ, ਤੁਸੀਂ ਵੀ ਗੱਲ ਕਰੋ। ਕਹਿੰਦੇ ਵੀ ਸਾਡੇ ਪੈਸੇ ਨਹੀਂ ਮਰਦੇ ਹੁੰਦੇ, ਵੀ ਸਾਨੂੰ ਤਾਂ ਜੇ ਪਾਉਂਦੀ ਅੱਜ ਪੁਲਿਸ ਕਾਲ ਕਰ ਦਿੰਦੀ ਹੈ, ਕਹਿ ਦਿੰਦੀ ਹੈ ਵੀ ਇੱਕ ਟਰੱਕ ਇਹਨਾਂ ਦਾ ਹੋਰ ਡਿੱਗ ਪਿਆ, ਉਹ ਚੱਕ ਲਿਓ, ਸਾਨੂੰ ਚੱਕਣਾ ਪਊਗਾ। ਉਹਨਾਂ ਨੇ ਮੈਨੂੰ ਇਹ ਕਿਹਾ। ਉਹਦਾ ਨਾਮ ਤੀਰਥ ਸਿੰਘ ਹੈ ਬਾਈ, ਪੈਸੀਫਿਕ ਟੋਇੰਗ ਕੰਪਨੀ ਵਾਲਾ, ਮਿਸੀ ਸਾਗਾ ਕੋਈ ਨਹੀਂ। ਪਰ ਮੇਰੇ ਕਹਿਣ ਦਾ ਭਾਵ ਹੈ ਕਿ ਜੇ ਟੋਇੰਗ ਕੰਪਨੀ ਆ ਉਹਨੇ ਪੈਸੇ ਜਿਹੜੇ ਇੰਸ਼ੋਰੈਂਸ ਤੋਂ ਲੈਣੇ ਆ, ਜੇ ਇੰਸ਼ੋਰੈਂਸ ਵੈਲਿਡ ਨਹੀਂ ਗਈ, ਉਹ ਇੱਕ ਡਿਫਰੈਂਟ ਫਰਾਡ ਆ। ਉਹਦੇ ਵਿੱਚ ਕੋਈ ਲੈਟਸ ਸੀ ਕਿ ਪਬਲਿਕ ਤੋਂ opinion ਲੈਣੀ ਚਾਹਾਂਗੇ ਕਿ ਤੁਹਾਨੂੰ ਮੇਕ ਸ਼ੋਰ ਕਿ ਹੋਣਾ ਚਾਹੀਦਾ ਆ। ਇਹ ਫਿਰ ਹੁਣ ਹੋਣਾ ਕੀ ਚਾਹੀਦਾ ਕਿ ਔਨ ਦੀ ਫਿਊਚਰ ਦੇ ਵਿੱਚ ਜੋ ਤੁਸੀਂ ਟਰੱਕ ਚਲਾਉਂਦੇ ਹੋ ਕਿਸੇ ਦਾ, ਤੁਸੀਂ ਚੈੱਕ ਕਰੋ ਕਿ ਇੰਸ਼ੋਰੈਂਸ ਜਿਹੜੀ ਇਹ ਅਸਲੀ ਹੈ ਜਾਂ ਨਕਲੀ ਆ ਜਾਂ ਫੇਕ ਆ। ਇਹਦਾ ਹੋਰ ਵੀ ਲੋਕ ਕਰਦੇ ਹੋਣਗੇ ਵੀ ਆਈ ਡੋਂਟ ਨੋ ਕਿ ਇਹ ਮਤਲਬ ਹੋ ਸਕਦਾ ਕਿ ਜਿਹੜੀ ਕੰਪਨੀ ਨਾਲ ਲੈਂਦੇ ਜਿਹਨੇ ਇੰਸ਼ੋਰੈਂਸ ਬਣਾਈ ਆ ਉਹਨੇ ਆਪਣੇ ਆਪ ਫੇਕ ਬਣਾਤੀ ਹੋਵੇ। ਹਾਂਜੀ, ਇਹ ਵੀ ਹੋ ਸਕਦਾ ਜੀ। ਪਰ ਜਦੋਂ ਉਹਨਾਂ ਨੇ ਜਿਹੜੀ ਲੀਜ਼ਿੰਗ ਕੰਪਨੀ ਆ, ਉਹਨਾਂ ਦੇ ਜਿਹੜੇ ਐਡਜਸਟਰ ਸੀਗੇ, ਜਦੋਂ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਉਹ ਕਹਿੰਦੇ ਵੀ ਇਹ ਟਰੱਕ ਦੀਆਂ ਜਿਹੜੀਆਂ ਆਹ ਪਲੇਟ ਦਿੱਤੀ ਆ ਤੁਹਾਨੂੰ, ਇਹਦੀ ਇੰਸ਼ੋਰੈਂਸ 20 ਦਸੰਬਰ ਯਾਨੀ ਕਿ 31 ਦਸੰਬਰ 2020 ਵਿੱਚ ਹੀ ਖਤਮ ਹੋ ਗਈ। ਇਹ ਜਿਹੜਾ ਹੈਪਨ ਹੋਇਆ ਇਹ 2021 ਵਿੱਚ 21 ਅਪ੍ਰੈਲ ਨੂੰ ਹੋਇਆ ਜੀ, 4 ਮਹੀਨੇ ਬਾਅਦ ਹੈਪਨ ਹੋਇਆ। ਪਰ ਜਿਹੜੀ ਇੰਸ਼ੋਰੈਂਸ ਸੀ ਵੈਲਿਡ ਉਹ ਸੀਗੀ ਸਿਰਫ 31 ਦਸੰਬਰ ਤੱਕ, ਪਰ ਜਿਹੜੀਆਂ ਟਰੱਕ ਦੀਆਂ ਪਲੇਟਾਂ ਲੱਗੀਆਂ ਸੀਗੀਆਂ ਉਹ 18-19 ਤਰੀਕ ਨੂੰ ਹੀ ਲੱਗੀਆਂ ਸੀਗੀਆਂ, 19 ਤਰੀਕ ਨੂੰ ਸਮਝ ਲਓ, 21 ਅਪ੍ਰੈਲ ਦੇ ਵਿੱਚ। ਹੋ ਸਕਦਾ ਜਿਹੜੀ ਨਵੀਂ ਇੰਸ਼ੋਰੈਂਸ ਕਰਾਈ ਹੋਵੇ ਉਹ ਤੁਹਾਡੇ ਕੋਲ ਰਸੀਟ ਨਾ ਦਿੱਤੀ ਹੋਵੇ, ਗਲਤੀ ਨਾਲ ਮਿਸਟੇਕ ਹੋ ਗਈ ਹੋਵੇ ਓਨਰ ਕੋਲੋਂ। ਨਹੀਂ ਜੀ, ਓਨਰ ਕੋਲ ਆਪਦਾ ਵੈਨ ਨੰਬਰ ਸੇਮ ਹੈ ਟਰੱਕ ਦਾ, ਹੈ ਨਾ, ਉੱਤੇ ਵੈਨ ਨੰਬਰ ਹੁੰਦਾ ਟਰੱਕ ਦਾ ਜੀ। ਹੁਣ ਮੈਨੂੰ ਇਹ ਪਤਾ ਨਹੀਂ, ਲੈਟਸ ਸੀ ਮੈਂ ਕੁਝ ਕਾਲ ਲੈਣਾ ਚਾਹਾਂਗਾ ਕਿ ਇਸ ਮਾਮਲੇ ਵਿੱਚ ਪਬਲਿਕ ਕੀ ਕਹਿਣਾ ਚਾਹੁੰਦੀ ਆ। ਆਈ ਹੈਵ ਨੋ ਐਨੀ ਆਈਡੀਆ ਕਿ ਇਨ ਦੀ ਫਿਊਚਰ ਟਰੱਕ ਡਰਾਈਵਰ ਜਿਹੜਾ ਸੀ ਮੁੰਡਾ, ਇਨ ਕੇਸ ਜੇ ਉਹਦੇ ਕੋਈ ਸੱਟ ਪੇਟ ਲੱਗ ਜਾਂਦੀ, ਕੋਈ ਬਾਂਹ ਤੇ ਲੱਤ ਤੇ ਸਿਰ ਤੇ ਡੈਮੇਜ ਹੋ ਜਾਂਦਾ, ਰੱਬ ਨਾ ਕਰੇ ਕੁਝ ਸੀਰੀਅਸ ਵਾਪਰ ਜਾਂਦਾ, ਤਾਂ ਫਿਰ ਉਹ ਕਲੇਮ ਕਿਵੇਂ ਕਰਦਾ? ਸਵਾਲ ਇਹ ਪੈਦਾ ਹੁੰਦਾ। ਹਾਂ, ਉਹਦਾ ਇਹ ਜ਼ਿੰਮੇਵਾਰ ਕੌਣ ਸੀਗਾ, ਹਨਾ। ਅਸੀਂ ਵੇਟ ਕਰੋ ਜੇ ਸਾਡੇ ਜਿਹੜੇ ਸੁਣਨ ਵਾਲੇ ਨੇ ਟਰੱਕਿੰਗ ਇੰਡਸਟਰੀ ਵਿੱਚ ਉਹ ਕੀ ਕਹਿਣਾ ਚਾਹੁੰਦੇ ਨੇ।
ਅੰਗਰੇਜ਼ ਸਿੰਘ ਜਿਹੜੇ ਨੇ ਇਹ ਕਸੂਰ ਤੇ ਫਸ ਗਏ ਨੇ। ਸੋ ਸਾਡਾ ਸਟੇਸ਼ਨ ਦਾ ਸਹਿਮਤ ਹੋਣਾ ਕੋਈ ਬਿਲਕੁਲ ਜ਼ਰੂਰੀ ਨਹੀਂ, ਕਿਉਂਕਿ ਵਨ ਸਾਈਡਡ ਸਟੋਰੀ ਹੈ। ਕਿਉਂਕਿ ਕੋਵਿਡ ਦੇ ਵਿੱਚ ਬਹੁਤ ਕੁਝ ਡਿਲੇ ਹੈ। ਪੇਮੈਂਟਾਂ ਟਰੱਕ ਇੰਡਸਟਰੀ ਦੇ ਵੱਲੋਂ ਟਰੱਕ ਡਰਾਈਵਰਾਂ ਨੂੰ ਦੇਣੀਆਂ ਲੇਟ ਹੋਣਾ, ਇਹ ਪੋਸੀਬਿਲਿਟੀ ਕੋਈ ਪਿੱਛੋਂ ਕਈ ਵਾਰ ਪੇਮੈਂਟਾਂ ਲੇਟ ਆ ਰਹੀਆਂ। ਸੋ ਇਹਦੇ ਇਸ਼ੂ ਤੇ ਅਸੀਂ ਗੱਲ ਨਹੀਂ ਕਰਨੀ ਚਾਹਾਂਗੇ। ਸੋ ਗੱਲ ਇਹ ਆ ਕਿ ਇਹਦੀ ਇੰਸ਼ੋਰੈਂਸ ਆ, ਇਹ ਕਹਿੰਦੇ ਆ ਕਿ ਇਹ ਫੇਕ ਸੀਗੀ, ਵੈਲਿਡ ਨਹੀਂ ਸੀ, ਤੇ ਜ਼ਿੰਮੇਵਾਰ ਕੌਣ ਆ ਤੇ ਜ਼ਿੰਮੇਵਾਰ ਤੁਸੀਂ ਕਿਹਨੂੰ ਠਹਿਰਾਉਂਦੇ? ਹੁਣ ਮੈਨੂੰ ਇਹਦੇ ਬਾਰੇ ਪੂਰਾ ਗਿਆਨ ਨਹੀਂ, ਮੈਨੂੰ ਸਟੱਡੀ ਕਰਨੀ ਚਾਹੀਦੀ ਸੀ, ਬਟ ਇਹ ਅਸੀਂ ਸਟੋਰੀ ਲੈ ਕੇ ਆਏ ਆ, ਵਨ ਸਾਈਡ ਕਹਿ ਕੇ ਆਏ ਆ। ਔਰ ਮੈਂ ਜਾਣਨਾ ਚਾਹਾਂਗਾ ਜਿਹੜੇ ਲੋਕ ਟਰੱਕਿੰਗ ਇੰਡਸਟਰੀ ਵਿੱਚ ਨੇ ਇਸ ਵੇਲੇ ਪ੍ਰੋਬਲਮ ਨੂੰ ਸਹੁਰੇ, ਉਹ ਮੈਨੂੰ ਕਾਲ ਕਰਨ ਕਿ ਇਹਨਾਂ ਹਾਲਾਤਾਂ ਵਿੱਚ ਹੀ ਇਹ ਕਰਨ ਕੀ। ਸੋ ਇਹ ਆਪਣਾ ਟਰੱਕ ਜਿਹੜਾ ਆ ਇਹ ਵਾਪਸ ਚਾਹੁੰਦੇ ਨੇ, ਤਾਂ ਤੁਹਾਡਾ ਟਰੱਕ ਜਿਹੜਾ ਆ ਉਹ ਜਿਸ ਕੰਪਨੀ ਟਰੱਕ ਪਾਇਆ ਸੀ ਉਹ ਤੁਹਾਡਾ ਟਰੱਕ ਨਹੀਂ ਦੇ ਰਿਹਾ ਹੁਣ, ਉਹ ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਨਹੀਂ ਦੇ ਰਹੇ ਹਾਂ ਜੀ ਡੈਮੇਜ ਹੋਇਆ ਦੇ ਦੇਣਾ, ਤਾਂ ਕਿ ਜਿਹੜੀ ਗੈਪ ਇੰਸ਼ੋਰੈਂਸ ਹੈ ਉਹਨੂੰ ਜਾ ਕੇ ਉਹਦਾ ਐਡਜਸਟਰ ਉਹਨੂੰ ਮਤਲਬ ਇੰਸਪੈਕਟ ਕਰੇ, ਤਾਂ ਉਹ ਮੈਨੂੰ ਕੁਛ ਦੇ ਦੇਣਾ ਹਨਾ, ਵੀ ਉਹ ਜਿਹੜੀਆਂ ਕਿਸ਼ਤਾਂ ਮੇਰੀਆਂ ਬੰਦ ਹੋ ਜਾਣਗੀਆਂ। ਨਹੀਂ, ਤੁਹਾਡਾ ਟਰੱਕ ਉਹਨਾਂ ਨੇ ਕੀ ਕਰਨਾ ਹੈ? ਟਰੱਕ ਤੁਹਾਡੇ ਨਾਂ ਤੇ ਆ, ਠੀਕ ਹੈ ਨਾ? ਹਾਂਜੀ ਨਹੀਂ ਜੀ, ਇਹ ਨਾ ਦੋ, ਜਿਹੜਾ ਇੱਕ ਤਾਂ ਲੋਨ ਹੁੰਦਾ, ਇੱਕ ਲੀਜ਼ ਹੁੰਦੀ ਹੈ। ਜਿਹੜੀ ਲੀਜ਼ ਹੁੰਦੀ ਆ ਉਹ ਦੋ ਜਣੇ ਇਨਵੋਲਵ ਹੁੰਦੇ, ਇੱਕ ਤਾਂ ਲੀਜ਼ਿੰਗ ਕੰਪਨੀ, ਇੱਕ ਜਿਹੜੇ ਨੂੰ ਉਹਨਾਂ ਨੇ ਟਰੱਕ ਦਿੱਤਾ, ਲੀਜ਼ ਕੀਤਾ ਜਿਹਨੂੰ ਟਰੱਕ, ਅਸੀਂ ਦੋ ਬੰਦੇ ਇਨਵੋਲਵ ਹੈ, ਇੱਕ ਤਾਂ ਲੀਜ਼ਿੰਗ ਕੰਪਨੀ, ਇੱਕ ਮੈਂ ਹਨਾ ਜਿਹੜਾ ਓਨਰ ਆ, ਮੈਂ ਵੀ ਟਰੱਕ ਦਾ, ਤੇ ਹਾਫ ਓਨਰ ਹੈਗੇ ਜਿਹੜੀ ਲੀਜ਼ਿੰਗ ਕੰਪਨੀ, ਮੇਨ ਓਨਰ ਤਾਂ ਮੇਨ ਉਹੀ ਹੈ, ਬਟ ਉਹਨਾਂ ਨੇ ਮੈਨੂੰ ਲੀਜ਼ ਕੀਤਾ। ਉਹ ਅਸੀਂ ਦੋ ਜਣੇ ਦੇਖ ਸਕਦੇ ਹਾਂ ਇਸ ਕੇਸ ਨੂੰ, ਵੀ ਦੋ ਜਣੇ ਓਨਰ ਹੈ ਇਹ ਟਰੱਕ ਦੇ, ਸਮਝੋ ਇੱਕ ਮਾਲਕ ਹੈ ਤੇ ਤੁਸੀਂ ਹੋ। ਹਾਂਜੀ ਹਾਂਜੀ। ਪੇਮੈਂਟ ਕੌਣ ਕਰਦਾ ਫਿਰ? ਇੰਸਟਾਲਮੈਂਟ ਕੌਣ ਕਰਦਾ ਟਰੱਕ ਦੀ? ਮੈਂ ਦੇ ਰਿਹਾ ਜੀ, ਜਦੋਂ ਪੇਮੈਂਟਾਂ ਪੂਰੀਆਂ ਹੋ ਜਾਂਦੀਆਂ ਉਦੋਂ ਟਰੱਕ ਪ੍ਰੋਪਰ ਤੌਰ ਤੇ ਮੇਰਾ ਹੋਣਾ ਸੀਗਾ। ਆਈ ਡੋਨਟ ਨੋ, ਲੈਟਸ ਸੀ ਕਿ ਅਸੀਂ ਜਿਹੜੇ ਸਾਡੇ ਟਰੱਕਿੰਗ ਇੰਡਸਟਰੀ ਵਿੱਚ ਪ੍ਰੋਗਰਾਮ ਨੂੰ ਸਹੁਰੇ ਨੇ ਟਰੱਕਾਂ ਵਾਲੇ ਭਰਾ, ਤੁਸੀਂ ਮੈਨੂੰ ਦੱਸੋ ਕਿ ਇਹ ਹੁਣ ਸਲਾਹ ਚਾਹੁੰਦੇ ਨੇ ਇਹ ਕੀ ਕਰਨ? ਔਰ ਅੰਗਰੇਜ਼ ਸਿੰਘ ਲੜਾਈ ਝਗੜਾ ਨਹੀਂ ਕਰਨਾ, ਪਿਆਰ ਨਾਲ ਗੱਲਬਾਤ ਕਰਨੀ ਆ। ਉਹਨਾਂ ਦਾ ਪੱਖ ਜਿਹੜਾ ਆ ਕੁਝ ਹੋਰ ਹੋ ਸਕਦਾ ਉਸ ਕੰਪਨੀ ਦਾ, ਅਸੀਂ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਦਾ ਨੰਬਰ ਆਪਣੇ ਸਿਲਸਿਲਾ ਨੰਬਰ ਲਾਓ ਨਾ ਤੁਸੀਂ ਕੰਪਨੀ ਦਾ, ਉਹਨਾਂ ਨੂੰ ਕਾਲ ਕਰੋ, ਕਿਉਂਕਿ ਸ਼ੋਅ ਨੂੰ ਅਸੀਂ ਬੈਲੈਂਸ ਕਰਨਾ ਚਾਹੁੰਦੇ, ਸਾਡੇ ਸਤਿਕਾਰਯੋਗ ਨੇ ਉਹ। ਔਰ ਸਾਨੂੰ ਕਾਲ ਕਰੋ ਵੀ ਟਰੱਕਾਂ ਵਾਲੇ ਮੇਰੇ ਭਰਾ ਜਿਹੜੇ ਟਰੱਕਿੰਗ ਇੰਡਸਟਰੀ ਵਿੱਚ ਸਾਡੇ ਸਤਿਕਾਰਯੋਗ ਭਰਾ ਪ੍ਰੋਬਲਮ ਸਹੁਰੇ ਨੇ, ਕਿ ਇਹਨਾਂ ਦਾ ਹੱਲ ਇਹ ਹੈ ਕਿ ਇਹ ਟਰੱਕ ਸਾਡਾ ਵਾਪਸ ਦੇਣ, ਤੇ ਇਹ ਕਹਿੰਦੇ ਉਹ ਦੇ ਨਹੀਂ ਰਹੇ। ਆਈ ਡੋਂਟ ਨੋ ਕਿ ਫਾਲਟ ਕਿਹਦਾ ਹੈ, ਕਸੂਰ ਕਿਹਦਾ ਹੈ, ਸਿਸਟਮ ਕੀ ਹੈ, ਕੰਮ ਕਿਵੇਂ ਕਰਦਾ ਸਿਸਟਮ। ਜੇ ਇਹਨਾਂ ਹਾਲਾਤਾਂ ਵਿੱਚ ਹੀ ਟਰੱਕ ਡਿੱਗ ਪਵੇ ਔਰ ਟੋ ਹੋ ਜਾਵੇ ਟਰੱਕ, ਉਹਦੀ ਇੰਸ਼ੋਰੈਂਸ ਨਾ ਹੋਵੇ, ਜ਼ਿੰਮੇਵਾਰ ਕੌਣ ਹੈ ਔਰ ਰਿਪੇਅਰ ਕਰਾਉਣ ਦਾ ਕੌਣ ਜ਼ਿੰਮੇਵਾਰ ਹੈ? ਆਈ ਡੋਂਟ ਨੋ। ਸੋ ਗਿਵ ਮੀ ਕਾਲ। ਕਿੰਨੇ ਲੋਕ ਤੁਸੀਂ ਟਰੱਕਾਂ ਵਾਲੇ ਸਹੁਰੇ ਹੋ? ਸੋ ਤੁਸੀਂ ਸਾਨੂੰ ਜ਼ਰੂਰ ਕਾਲ ਕਰੋ ਤਾਂ ਕਿ ਅਸੀਂ ਸਟੋਰੀ ਨੂੰ ਕੰਪਲੀਟ ਕਰ ਸਕੀਏ, ਤਾਂ ਕਿ ਅੰਗਰੇਜ਼ ਦਾ ਕੀ ਵੀ ਕੋਈ ਕਸੂਰ ਹੋ ਸਕਦਾ, ਆਈ ਡੋਂਟ ਨੋ, ਤੇ ਦੂਜੀ ਪਾਰਟੀ ਦਾ ਹੋ ਸਕਦਾ, ਆਈ ਡੋਂਟ ਨੋ। ਅਸੀਂ ਕਮਰਸ਼ੀਅਲ ਲੈ ਰਹੇ ਹਾਂ ਔਰ ਮੈਂ ਟਰੱਕਿੰਗ ਇੰਡਸਟਰੀ ਦੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਇਸ ਮਾਮਲੇ 'ਚ ਸਾਨੂੰ ਜ਼ਰੂਰ ਕਾਲ ਕਰੋ ਕਿ ਇਹਦਾ ਹੱਲ ਕੀ ਆ। ਅਸੀਂ ਕਮਰਸ਼ੀਅਲ ਬ੍ਰੇਕ ਜਿਹੜੀ ਆ ਅਸੀਂ ਹੁਣ ਤੁਹਾਡੀ ਸੇਵਾ ਵਿੱਚ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ, ਮੈਂ ਹੈਰਾਨ ਹੈ ਕਿ ਇੱਕ ਵੀ ਟਰੱਕਿੰਗ ਇੰਡਸਟਰੀ ਦਾ ਕਾਲ ਨਹੀਂ ਆਇਆ। ਕਾਰਨ ਕੀ ਹੈ? ਵੀ ਟਰੱਕਾਂ ਵਾਲੇ ਸਾਡੇ ਭਰਾ ਕਿੰਨੀ ਵੱਡੀ ਗਿਣਤੀ ਵਿੱਚ ਸਾਨੂੰ ਸੁਣਦੇ ਨੇ। ਸੋ ਇਹ ਮਸਲਾ ਮੇਰੇ ਸਮਝਣ ਤੋਂ ਬਾਹਰ ਹੈ। ਸੋ ਆਈ ਨੀਡ ਯੂਰ ਸਪੋਰਟ, ਤੇ ਅੰਗਰੇਜ਼ੀ ਸਪੋਰਟ ਮੰਗਦੇ ਨੇ ਕਮਿਊਨਿਟੀ ਦੀ ਕਿ ਕੀ ਕਾਰਨ, ਕਿਵੇਂ ਆਪਣਾ ਟਰੱਕ ਵਾਪਸ ਲੈਣ ਕਾਨੂੰਨ ਦੇ ਮੁਤਾਬਕ। ਔਰ ਆਓ ਸਾਨੂੰ ਤੁਸੀਂ ਕਾਲ ਕਰੋ, ਤੁਹਾਡੇ ਸੇ ਕਾਲ ਦੀ ਡੀਕ ਵਿੱਚ ਆ। ਅੰਗਰੇਜ਼ੀ ਲਾਈਨ 'ਚ ਨੇ ਵਿਨੀਪੈਗ ਤੋਂ, ਔਰ ਇਹਨਾਂ ਦਾ ਟਰੱਕ ਡਿੱਗ ਪੈਂਦਾ ਆ, ਐਕਸੀਡੈਂਟ ਹੋ ਜਾਂਦਾ ਆ, ਇੰਸ਼ੋਰੈਂਸ ਜਿਹੜੀ ਆ ਫੇਕ ਨਿਕਲਦੀ ਆ। ਜਿਹੜਾ ਕੰਪਨੀ ਜਿਹਨਾਂ ਕੰਮ ਕਰਦੇ ਸੀਗੇ ਉਹ ਇਹਨਾਂ ਨੇ ਟਰੱਕ ਨਹੀਂ ਵਾਪਸ ਕਰ ਰਹੇ, ਇਹ ਕਿਵੇਂ ਲੈ ਸਕਦੇ ਨੇ? ਵੀ ਡੋਂਟ ਨੋ। ਆਓ ਮੈਨੂੰ ਕਾਲ ਕਰੋ, ਅਸੀਂ ਇਹਨਾਂ ਸਟੇਸ਼ਨ ਤੋਂ ਬਾਅਦ ਵਾਪਸ ਆ ਰਹੇ ਹਾਂ। ਕੋਵਿਡ ਦੇ ਵਿੱਚ ਤੁਸੀਂ ਕੋਆਪਰੇਟ ਕਰੋ ਡਰਾਈਵਰ ਅਤੇ ਓਨਰ ਆਪਰੇਟਰ ਮਾਲਕਾਂ ਦੇ ਨਾਲ, ਮਾਲਕ ਕਰਨ ਛੋਟੀ ਛੋਟੀ ਗੱਲਾਂ ਤੇ ਡਿਸਪਿਊਟ ਨਾ ਕਰੋ, ਕਿਉਂਕਿ ਕੋਵਿਡ ਨਾਲ ਬਹੁਤ ਸਾਰੇ ਬਿਜ਼ਨਸ ਜਿਹੜੇ ਨੇ ਉਹ ਦੇਖਿਆ ਜਾਵੇ ਕਿ ਉਹਨਾਂ ਨੂੰ ਪੱਠਾ ਬੈਠ ਚੁੱਕਾ, ਪਿੱਛੋਂ ਪੇਮੈਂਟਾਂ ਨਹੀਂ ਮਿਲਦੀਆਂ ਡਰਾਈਵਰਾਂ ਨੂੰ। ਈਜ਼ੀਲੀ ਤੁਸੀਂ ਅੰਡਰਸਟੈਂਡ ਕਰੋ, ਕਿਉਂਕਿ ਕੋਵਿਡ ਵਿੱਚ ਸਭ ਕੁਝ ਜਿਹੜਾ ਹੈ ਉਹ ਹਿਲ ਚੁੱਕਾ ਹੈ, ਢਾਂਚਾ ਸਾਰਾ ਕੁਝ ਹਿਲਾ ਦਿੱਤਾ ਹੈ ਕੋਵਿਡ ਨੇ। ਦੁਨੀਆ ਵੱਡੀ ਵੱਡੀਆਂ 에ਅਰਲਾਈਨਾਂ ਜਿਹੜੀਆਂ ਸ਼ਟ ਡਾਊਨ ਹੋ ਗਈਆਂ ਨੇ। ਹਾਂਜੀ, ਨੰਬਰ 1 ਕਾਲਰ, ਤੁਸੀਂ ਕੀ ਕਹਿਣਾ ਚਾਹੁੰਦੇ ਇਸ ਨੌਜਵਾਨ ਨੂੰ? ਹਾਂਜੀ, ਨੰਬਰ 1 ਕਾਲਰ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ। ਹਾਂਜੀ ਬਸ ਸਾਹਿਬ, ਜੇ ਉਹ ਭਾਈ ਸਾਹਿਬ ਜਿੱਦਾਂ ਦੱਸ ਰਹੇ ਪਲੇਟਾਂ ਉਹਦੇ ਨਾਂ ਤੇ ਆ, ਕੰਪਨੀ ਵਾਲੇ ਦਾ ਇੰਸ਼ੋਰੈਂਸ ਉਹਦੇ ਨਾਂ ਤੇ ਅਸਾਈਨ ਉਹਦੇ ਆ, ਉਹਦੀ ਰਿਸਪੌਂਸਿਬਿਲਟੀ ਬਣਦੀ ਹੈ ਜੀ। ਕਿਉਂਕਿ ਜੇ ਇਹਨਾਂ ਹੁਣ ਜਦੋਂ 31 ਦਸੰਬਰ ਨੂੰ ਦੀ ਇੰਸ਼ੋਰੈਂਸ ਐਕਸਪਾਇਰ ਸੀ, 4 ਮਹੀਨੇ ਟਰੱਕ
ਬਿਨਾਂ ਫੇਕ ਸਰਟੀਫਿਕੇਟ ਤੇ ਦਬੱਲੀ ਫਿਰਿਆ। ਹੁਣ ਉਹਦੀ ਤਾਂ ਵੈਸੇ ਕੰਪਨੀ ਕੈਂਸਲ ਹੋਣੀ ਚਾਹੀਦੀ ਆ। ਜੇ ਇੰਸ਼ੋਰੈਂਸ ਨੂੰ ਐਕਸਪਾਇਰ ਹੋਣ ਤੋਂ ਬਾਅਦ ਸਰਟੀਫਿਕੇਟ ਮਿਲਣਾ ਚਾਹੀਦਾ DOT ਨੂੰ, MC ਨੂੰ, ਉਹਦਾ MC ਨੰਬਰ ਉਹ ਰਾਈਟ ਵੇ ਕੈਂਸਲ ਕਰ ਦਿੰਦੇ, ਤੇਰੀ ਐਕਟਿਵ ਇੰਸ਼ੋਰੈਂਸ ਸਾਡੇ ਕੋਲ ਹੈ ਨਹੀਂ ਆ, ਤੇਰੀ ਕੰਪਨੀ ਕੈਂਸਲ ਆ। ਉਹ 4 ਮਹੀਨੇ ਕਿੱਦਾਂ ਉੱਦਾਂ ਚਲਾਈ ਫਿਰਿਆ। ਇਹ ਕਿਹਨੂੰ ਇਨਫੋਰਮ ਕਰਦੇ ਆ? ਉਹ ਜਿਹਦੇ ਸਾਈਨ ਲੱਗੇ ਆ, ਜਿਹੜੀ ਕੰਪਨੀ ਆ ਉਹ ਰਿਸਪੌਂਸਿਬਲ ਆ। ਸੋ ਇਹ ਜਿਹੜੇ ਅੰਗਰੇਜ਼ ਆ, ਇਹ ਕੰਪਨੀ ਦੇ ਨਾਲ ਹਾਇਰ ਹੋਣਾ ਆ, ਉਹਨੇ ਮੈਨੂੰ ਸਾਈਨ ਦਿੱਤੇ ਆ, ਉਹਨੇ ਮੈਨੂੰ ਪਲੇਟਾਂ ਦਿੱਤੀਆਂ, ਉਹਦੀ ਰਿਸਪੌਂਸਿਬਿਲਟੀ ਆ ਮੇਰਾ ਟਰੱਕ ਆਪਣੀ ਇੰਸ਼ੋਰੈਂਸ ਦੇ ਵਿੱਚ ਐਡ ਕਰਾਉਣਾ ਤੇ ਉਹ ਵਿਨ ਨੰਬਰ ਤੇ ਮੈਨੂੰ ਸਰਟੀਫਿਕੇਟ ਲੈ ਕੇ ਜਾਣਾ। ਸੋ ਇਹਦੇ ਵਿੱਚ ਇੱਕ ਸੋਲੂਸ਼ਨ ਕੀ ਹੈ? ਸਭ ਮਾਲਕ ਗੱਲ ਕਰਨਾ ਚਾਹੁੰਦੇ ਨੇ। ਹੈਲੋ, ਉਹ ਕਹਿੰਦੇ ਜੀ ਬਾਅਦ ਚੋਂ ਤੁਹਾਨੂੰ ਫੋਨ ਕਰ ਲੈਣਗੇ, ਬਿਜ਼ੀ ਆ ਹੁਣ ਕਹਿੰਦੇ ਮੈਂ। ਆਈ ਸੀ। ਸੋ ਹੁਣ ਪਹਿਲਾਂ ਕੀ ਨਾਮ ਕੀ? ਕੁਲਦੀਪ ਉਹਨਾਂ ਦਾ? ਕੁਲਦੀਪ ਸਿੰਘ ਅਟਾਲ ਜੀ। ਅਟਵਾਲ ਲਾਸਟ ਟਾਈਮ ਉਹਨਾਂ ਦਾ? ਕੁਲਦੀਪ ਸਿੰਘ ਅਟਾਲ। ਕੁਲਦੀਪ ਜੀ ਤੁਸੀਂ ਕਾਲ ਕਰੋ ਔਰ ਦੱਸੋ ਕਿ ਸਿਚੁਏਸ਼ਨ ਕੀ ਹੈ। ਅਸੀਂ ਚਾਹੁੰਦੇ ਹਾਂ ਕਿ ਸੋਲਵ ਕੀਤੀ ਜਾਵੇ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਹੋ ਸਕਦਾ ਕਿ ਕੁਲਦੀਪ ਜੀ ਨੂੰ ਵੀ ਉਹਨਾਂ ਦਾ ਕਸੂਰ ਨਾ ਹੋਵੇ, ਜਿਨ੍ਹਾਂ ਨੇ ਇੰਸ਼ੋਰੈਂਸ ਕੀਤੀ ਹੋਵੇ ਉਹਨਾਂ ਨੇ ਘਪਲਾ ਕੀਤਾ ਹੋਵੇ, ਕੁਲਦੀਪ ਜੀ ਨੇ ਉਹ ਵੀ ਫਸੇ ਹੋਣ, ਇਹ ਵੀ ਹੋ ਸਕਦਾ। ਜਿਹਨੇ ਪਾਲਿਸੀ ਲਿਖੀ, ਹਾਂਜੀ ਜਿਹਨੇ ਪਾਲਿਸੀ ਲਿਖੀ ਉਹਨੇ ਜੇ ਗਲਤ ਸਰਟੀਫਿਕੇਟ ਕਿਸੇ ਕੰਪਨੀ ਦੇ ਅੰਡਰ ਗਲਤ ਬਣਾ ਕੇ ਦਿੱਤਾ, ਮੇਨ ਜਿਹਨੇ ਪਾਲਿਸੀ ਲਿਖੀ ਉਹਦਾ ਫਾਲਟ ਆ। ਹਾਂ, ਤੁਸੀਂ ਉਹ ਵੀ ਫਸੂਗਾ। ਉਹ ਵੀ ਫਸੂਗਾ, ਕਿਉਂਕਿ ਹੁਣ ਅਸੀਂ ਕਹਿ ਨਹੀਂ ਸਕਦੇ ਕੁਲਦੀਪ ਜੀ ਦੇ, ਕਿਉਂਕਿ ਜਿਹੜੇ ਜਿੰਨੇ ਬਿਜ਼ਨਸ ਕੰਮ ਕਰਦੇ ਆ, ਬਿਜ਼ਨਸ ਚਲਾਉਂਦੇ ਆ, ਉਹ ਨਹੀਂ ਚਾਹੁੰਦੇ ਸੀ ਗਲਤ ਕੰਮ ਕਰੀਏ। ਤੇ ਕਈ ਵਾਰੀ ਮੈਨੂੰ ਇਹ ਪਤਾ ਇੱਥੇ ਇੱਕ ਲੇਡੀ ਵੀ ਆਪਣੇ ਇੰਡੀਅਨ ਆ, ਉਹ ਲੋਕਾਂ ਨੂੰ ਗਲਤ ਬਣਾ ਕੇ ਇੰਸ਼ੋਰੈਂਸ ਦੇਈ ਜਾਂਦੀ ਸੀਗੀ, ਕਹਿੰਦੇ ਕੋਈ ਗੱਲ ਨਹੀਂ, ਜੇ ਐਕਸੀਡੈਂਟ ਹੋ ਗਿਆ ਉਹਨੂੰ ਮੈਂ ਭਰ ਦੂੰਗੀ। ਸੋ ਇਹ ਵੀ ਉਹਦੇ ਵੀ ਲਾਇਸੈਂਸ ਕੈਂਸਲ ਹੋਇਆ। ਸੋ ਬਾਸੀ ਸਾਹਿਬ ਇਦਾਂ ਜਿੱਦਾਂ ਹੁਣ ਮੰਨ ਲਓ ਉਹਨੇ ਪਾਲਿਸੀ ਗਲਤ ਵੀ ਲਿਖ ਕੇ ਇਹਨਾਂ ਨੂੰ ਸਰਟੀਫਿਕੇਟ ਭੇਜਤਾ ਆ, ਓਨਰ ਦੀ ਰਿਸਪੌਂਸਿਬਿਲਟੀ ਬਣਦੀ ਆਪਣੀ ਇੰਸ਼ੋਰੈਂਸ ਨੂੰ ਕਾਲ ਕਰਕੇ ਵੀ ਹਾਂ ਮੇਰੀ ਇੰਸ਼ੋਰੈਂਸ ਜਿਹੜੀ ਐਕਟੀਵੇਟ ਹੈ, ਉਹਦੇ ਤੁਸੀਂ ਗੂਗਲ ਤੇ ਰਾਈਟ ਵੇ ਆਪਣਾ DOT ਨੰਬਰ ਪਾਓ ਤੇ ਸਾਰੀ ਡਿਟੇਲ ਨਿਕਲ ਆਉਂਦੀ ਆ ਵੀ ਤੁਹਾਡੀ ਇੰਸ਼ੋਰੈਂਸ ਕਿਹੜੀ ਕੰਪਨੀ ਇੰਸ਼ੋਰੈਂਸ ਹੈ, ਐਕਟਿਵ ਹੈ ਜਾਂ ਇਨਐਕਟਿਵ ਆ, ਤੁਹਾਡਾ DOT ਨੰਬਰ ਐਕਟਿਵ ਹੈ ਜਾਂ ਕਿਹਦਾ ਬੰਦ ਹੋ ਗਿਆ। ਕਿਉਂਕਿ DOT ਨੂੰ MC ਨੰਬਰ ਜੇ ਤੁਹਾਡੀ ਇੰਸ਼ੋਰੈਂਸ ਵੈਲਿਡ ਇੰਸ਼ੋਰੈਂਸ ਨਹੀਂ ਮਿਲਦੀ, ਉਹ ਤੁਹਾਡੀ ਇੰਸ਼ੋਰੈਂਸ ਜਿਹੜੀ ਤੁਹਾਡੀ ਕੰਪਨੀ ਬੰਦ ਕਰ ਦਿੰਦੇ ਆ ਵੀ ਸਾਡੇ ਕੋਲ ਤੁਹਾਡੀ ਵੈਲਿਡ ਇੰਸ਼ੋਰੈਂਸ ਨਹੀਂ ਹੈਗੀ, ਤੁਸੀਂ ਡਰਾਈਵ ਨਹੀਂ ਕਰ ਸਕਦੇ। ਕਈ ਵਾਰੀ ਜਿਹੜਾ ਓਨਰ ਹੈ ਨਾ ਉਹ ਇੰਨਾ ਮਤਲਬ ਤੁਹਾਡੇ ਕਲੋਜ਼ ਹੁੰਦਾ, ਤੁਸੀਂ ਸਮਝਦੇ ਹੋ ਇੰਨੇ ਸਾਲਾਂ ਤੋਂ ਇੰਸ਼ੋਰੈਂਸ ਕਰਾ ਰਿਹਾ ਹੁੰਦਾ, ਉਹ ਟਰਸਟ ਕਰਦਾ ਹੁੰਦਾ ਤੁਹਾਡੇ ਤੇ। ਬਟ ਇਹ ਜਿਹੜੇ ਆ ਇੰਸ਼ੋਰੈਂਸ ਕਰਨ ਵਾਲੇ ਬਹੁਤ ਹੀ ਵੱਡੀ ਗਿਣਤੀ ਵਿੱਚ ਕੁਝ ਲੋਕ ਨੇ ਹੇਰਾਫੇਰੀ ਕਰਦੇ ਨੇ, ਇਹ ਪੈਸਾ ਆਪੇ ਖਾਈ ਜਾਂਦੇ ਨੇ। ਮੈਨੂੰ ਪਤਾ ਲੱਗਾ ਕਾਰਾਂ ਦੇ ਵਿੱਚ ਕਰਦੇ ਆ ਇਹ। ਸਰ ਜੀ ਮੈਂ ਮੰਨਦਾ ਤੁਹਾਡੀ ਗੱਲ, ਪਰ ਤੁਹਾਨੂੰ ਜਿਹੜਾ ਕੰਪਨੀ ਦਾ ਓਨਰ ਹੈ ਰਾਈਟ ਵੇ ਤੁਹਾਨੂੰ ਈਮੇਲ ਵੀ ਆਉਂਦੀ ਆ, ਲੈਟਰ ਵੀ ਆਉਂਦੀ ਆ MC ਵੱਲੋਂ DOT ਨੰਬਰ ਵੱਲੋਂ, ਉਹ DOT ਡਿਪਾਰਟਮੈਂਟ ਵੱਲੋਂ ਵੀ ਤੁਹਾਡੀ ਇੰਸ਼ੋਰੈਂਸ ਇੰਨੀ ਤਰੀਕ ਨੂੰ ਐਕਸਪਾਇਰ ਹੋ ਗਈ ਆ, ਸਾਡੇ ਕੋਲ ਵੈਲਿਡ ਇੰਸ਼ੋਰੈਂਸ ਦਾ ਸਰਟੀਫਿਕੇਟ ਹੈ ਨਹੀਂ ਆ, ਸਾਨੂੰ ਭੇਜੋ। ਅੱਛਾ, ਇਸ ਹਾਲਤ ਵਿੱਚ ਇਹ ਤੁਸੀਂ ਹੁਣ ਆਪਣੇ ਅੰਗਰੇਜ਼ ਤੁਸੀਂ ਆਪਣਾ ਟਰੱਕ ਜਾਂਦੇ ਹੋ ਕਿ ਸਾਨੂੰ ਟਰੱਕ ਵਾਪਸ ਆਈਵੇ ਤੁਹਾਡਾ? ਹਾਂਜੀ, ਚਲੋ ਇੰਸ਼ੋਰੈਂਸ ਉਹਦਾ ਦੀ ਫੇਕ ਹੈ, ਜੋ ਮਰਜ਼ੀ ਹੈ, ਨਹੀਂ ਮਿਲੀ, ਪਰ ਮੇਰਾ ਡੈਮੇਜ ਹੋਈ, ਮੇਰੀ ਚੀਜ਼ ਤਾਂ ਮੈਨੂੰ ਵਾਪਸ ਕਰ ਦੇਣਾ, ਮੈਂ ਇਹੀ ਚਾਹੁੰਦਾ। ਤੇ ਉਹਨਾਂ ਨੇ ਟਰੱਕ ਰੱਖ ਕੇ ਕੀ ਕਰਨਾ? ਉਹ ਵਾਪਸ ਕਿਉਂ ਨਹੀਂ ਕਰਦੇ ਫਿਰ? ਵਾਪਸ ਉਹ ਮੈਨੂੰ ਲੱਗਦਾ ਜੀ ਉਹਨਾਂ ਨੇ ਪਾਰਟ ਕੱਢ ਕੇ ਯੂਜ਼ ਕਰ ਲਿਆ। ਜੇ ਕੋਈ ਉਹਨਾਂ ਨੂੰ ਹੁਣ ਟਰੱਕ ਇੰਸਪੈਕਟ ਹੋਊਗਾ, ਉਹਨੇ ਤਾਂ ਜਿਹੜਾ ਇੰਸਪੈਕਟਰ ਉਹ ਭੇਜਣਗੇ, ਕੋਈ ਇੰਸਟ੍ਰਕਟਰ ਭੇਜਣਗੇ, ਉਹ ਤਾਂ ਸਹੀ ਰਿਪੋਰਟ ਬਣਾ ਕੇ ਦੇਗਾ ਨਾ ਵੀ ਇਹਦੇ ਵਿੱਚੋਂ ਆਹ ਸਮਾਨ ਹੈ ਜਿਹੜਾ ਮਿਸ ਹੈ। ਬਾਕੀ ਵੀਰੇ ਅਸੀਂ ਗੈਪ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਗੈਪ ਇੰਸ਼ੋਰੈਂਸ ਦਾ ਉਹ ਤੁਹਾਨੂੰ ਇਹ ਨਹੀਂ ਵੀ ਤੁਹਾਨੂੰ ਜਿੰਨਾ 35,000 ਦਾ ਨੁਕਸਾਨ ਹੋਇਆ ਤੁਹਾਨੂੰ 35,000 ਹੀ ਦੇ ਦੂਗਾ, ਉਹ ਤੁਹਾਨੂੰ ਮਿਲੂਗਾ ਜਿੰਨਾ ਤੁਹਾਡਾ ਲੋਨ ਹੈ 30,000 ਜੇ ਕਵਰੇਜ ਜੀ ਤੁਹਾਡਾ 5,000 ਮਗਰ ਰਹਿ ਗਿਆ, ਤੁਹਾਨੂੰ ਗੈਪ ਇੰਸ਼ੋਰੈਂਸ 5,000 ਦਊਗੀ, ਨਾ ਕਿ ਸਾਰਾ ਫੁੱਲ ਅਮਾਉਂਟ ਦਊਗੀ। ਹਾਂ, ਇਹ ਮੈਨੂੰ ਪਤਾ ਹੈ, ਮੈਂ ਗੱਲ ਕੀਤੀ ਸੀ। ਪਰ ਇਹਦੇ ਵਿੱਚ ਇਹ ਹੈ ਜੀ, ਜਿਹੜੀ ਲੀਜ਼ਿੰਗ ਕੰਪਨੀ ਹੈ ਨਾ, ਉਹਨੇ ਇੱਕ ਆਪਦੀ ਵੱਖਰੀ ਇੰਸ਼ੋਰੈਂਸ ਕਰਾਈ ਹੁੰਦੀ ਹੈ ਜਦੋਂ ਆਪਾਂ ਨੂੰ ਟਰੱਕ ਲੀਜ਼ ਕਰਦੇ ਆ। ਹਾਂਜੀ, ਉਹਨੇ ਇੱਕ ਵੀ ਜੇ ਕਿਤੇ ਵੀ ਨਾਮ ਹੱਥ ਅੜਿਆ ਤਾਂ ਅਸੀਂ ਵੀ ਇਸ ਕੰਪਨੀ ਤੋਂ ਜਿਹੜੀ ਉਹ ਆਪਦੀ ਪੈਸੇ ਜਿਹੜੇ ਕਵਰ ਕਰ ਲਾਂਗੇ। ਉਹ ਵੀ ਕੱਲੀ ਗੈਪ ਇੰਸ਼ੋਰੈਂਸ ਕਰਾਉਂਦੀ ਲੀਜ਼ਿੰਗ ਕੰਪਨੀ, ਨਾ ਕਿ ਫੁੱਲ ਇੰਸ਼ੋਰੈਂਸ ਕਰਾਉਂਦੀ ਹੈ, ਕੱਲੀ ਗੈਪ ਕਰਾਉਣੀ ਆ ਵੀ ਜਿੰਨਾ ਤੁਹਾਡਾ ਟਰੱਕ ਦਾ ਜਿੰਨੀ ਵੈਲਿਊ ਤੁਸੀਂ 55 ਦਾ ਲਿਆ, 50 ਦਾ ਲਿਆ, ਤੁਸੀਂ ਇੰਸ਼ੋਰੈਂਸ ਲਈ ਆ 50 ਦੀ ਲਈ ਹੈ, ਜੇ ਬਾਕੀ ਜਿੰਨਾ ਇੰਸ਼ੋਰੈਂਸ ਪੇ ਕਰਦੀ ਆ ਉਹ ਤੋਂ ਬਕਾਇਦਾ ਜੇ 5 ਰਹਿ ਗਿਆ 10 ਰਹਿ ਗਿਆ ਜਿੰਨਾ ਉਹ ਤੁਹਾਨੂੰ ਗੈਪ ਇੰਸ਼ੋਰੈਂਸ ਪੇ ਕਰਦੀ ਆ। ਹਾਂਜੀ, ਹਾਂ ਵੀ ਤੁਹਾਨੂੰ ਅਸੀਂ ਪੇ ਕਰਦੇ ਹਾਂ। ਤੁਸੀਂ ਕੁਝ ਹੋਰ ਕਾਲ ਲੈਣੀ ਚਾਹਾਂਗੇ ਇਸ ਮਾਮਲੇ ਵਿੱਚ? ਕਿਸੇ ਦਾ ਕੋਈ ਐਸਾ ਐਕਸਪੀਰੀਅੰਸ ਹੋਇਆ ਹੋਵੇ, ਪਹਿਲਾਂ ਉਹਦੇ ਨਾਲ ਵਾਪਰਿਆ ਹੋਵੇ ਇਸ ਤਰ੍ਹਾਂ, ਤਾਂ ਉਹਨੇ ਕਿਵੇਂ ਕਿਸ ਤਰ੍ਹਾਂ ਇਹਦਾ ਹੱਲ ਲੱਭਿਆ ਹੋਵੇ, ਸਾਨੂੰ ਤੁਸੀਂ ਕਾਲ ਕਰ ਲਓ। ਡਿਸਪਿਊਟ ਨਹੀਂ ਕਰਨਾ, ਲੜਾਈ ਨਹੀਂ ਲੜਨਾ, ਆਪਣੇ ਥ੍ਰੈਟ ਨਹੀਂ ਕਰਨਾ। ਕੁਲਦੀਪ ਆਪਣੇ ਅੰਗਰੇਜ਼ ਤੁਸੀਂ ਔਰ ਤੁਸੀਂ ਆਪਸ ਵਿੱਚ ਜਾਣਦੇ ਹੋ, ਤੁਸੀਂ ਇਕੱਠੇ ਕੰਮ ਕਰਦੇ ਰਹੇ ਹੋ, ਪਤਾ ਨਹੀਂ ਪ੍ਰੋਬਲਮ ਕਿੱਥੇ ਆ। ਹੋ ਸਕਦਾ ਕਿ ਕੁਲਦੀਪ ਜੀ ਹੁਣੀ ਵੀ ਸਟਕ ਹੋਏ ਹੋਣ, ਕਈ ਵਾਰੀ ਤੁਹਾਨੂੰ ਈਮੇਲ ਆਉਂਦੇ, ਤੁਸੀਂ ਪ੍ਰੋਪਰ ਚੈੱਕ ਨਹੀਂ ਕਰ ਸਕਦੇ, ਜੰਕ ਵਿੱਚ ਈਮੇਲ ਚੱਲ ਜਾਂਦੀਆਂ ਨੇ, ਪ੍ਰੋਪਰ ਮੇਲ ਨਹੀਂ ਆ ਰਹੀਆਂ, ਔਰ ਬੜਾ ਕੁਛ ਹੋ ਰਿਹਾ ਕੋਵਿਡ ਦੇ ਵਿੱਚ। ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਇਸ ਮਾਮਲੇ ਵਿੱਚ। ਸੋ ਮੈਂ ਚਾਹੂੰਗਾ ਤੁਸੀਂ ਉਹਨਾਂ ਨਾਲ, ਮੈਂ ਵੀ ਰਿਕਵੈਸਟ ਕਰੂੰ ਕੰਪਨੀ ਨੂੰ, ਔਰ ਮੈਂ ਚੈੱਕ ਕੀਤਾ ਕੰਪਨੀ ਬੜੀ ਰਿਸਪੈਕਟਡ ਕੰਪਨੀ ਹੈ ਔਰ ਵੈਲ ਨੋਨ ਹੈ, ਔਰ ਉਹਨਾਂ ਦਾ ਕੋਈ ਵੀ ਬੈਡ ਰੈਪੂਟੇਸ਼ਨ ਨਹੀਂ ਹੈ ਟੋਰਾਂਟੋ ਦੇ ਵਿੱਚ। ਸੋ ਅਸੀਂ
ਚਾਹਾਂਗੇ ਕਿ ਤੁਸੀਂ ਉਸ ਕੰਪਨੀ ਨਾਲ ਪ੍ਰੋਪਰ ਤਾਲਮੇਲ ਕਰ ਲਓ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣਾ ਕੀ ਮੈਸੇਜ ਹੈ ਆਪਣੇ ਗੁਰਪ੍ਰੀਤ ਜੀ ਕਲੀਅਰ ਮੈਸੇਜ ਦਿਓ ਕਿ ਕੁਲਦੀਪ ਜੀ ਕੀ ਕਹਿੰਦੇ ਗੱਲ ਕਰਨ ਤੋਂ ਬਿਜ਼ੀ ਅਸੀਂ। ਹਾਂਜੀ ਕੁਲਦੀਪ ਜੀ ਕਹਿੰਦੇ ਕਿ ਇਸ ਟਾਈਮ ਉਹ ਬਿਜ਼ੀ ਨੇ, ਬਾਅਦ ਵਿੱਚ ਤੁਹਾਡਾ ਨੰਬਰ ਲੈ ਲਿਆ ਬਾਦ ਸਾਹਿਬ ਉਹਨਾਂ ਨੇ ਮੇਥੋਂ, ਕਹਿੰਦੇ ਕਿ ਬਾਦ ਸਾਹਿਬ ਨੂੰ ਅਸੀਂ ਫੋਨ ਕਰ ਲਾਂਗੇ। ਹਾਂ ਕਿਉਂਕਿ ਹੋ ਸਕਦਾ ਬਿਜ਼ੀ, ਕਿਉਂਕਿ ਅਨਐਕਸਪੈਕਟਡ ਕਿਸੇ ਨੂੰ ਕਾਲ ਕਰਨਾ, ਕਿਸੇ ਕੰਮ ਵਿੱਚ ਹੋ ਸਕਦੇ ਨੇ ਉਹ, ਔਰ ਉਹ ਕਿਸੇ ਡਾਕਟਰ ਜਾਣਾ ਹੋਵੇਗਾ ਉਹਨਾਂ ਨੇ ਜਾਂ ਕੋਈ ਕਿਸੇ ਹੋਰ ਕੰਮ ਨਾਲ ਡੀਲ ਕਰਦੇ ਹੋਣਗੇ ਜਿਹੜੇ ਕੈਬਨੈਂਸੀ ਹੋਵੇਗੇ ਇਹ ਤੋਂ ਬਗੈਰ। ਸੋ ਇਹਦੇ ਬਾਰੇ ਵਿੱਚ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਜਿਹੜਾ ਡਿਸਪਿਊਟ ਹੈ ਸੋਲਵ ਕੀਤੀ ਜਾਵੇ। ਬਟ ਕੀਪ ਇਨ ਮਾਈਂਡ ਕਿ ਕੋਵਿਡ ਕਰਕੇ ਸਾਰਾ ਕੁਝ ਜਿਹੜਾ ਹੈ ਇਹ ਢਾਂਚਾ ਹਿੱਲਿਆ ਹੋਇਆ ਔਰ ਜੇ ਲੈਣ ਦੇਣ ਵੀ ਕੋਈ ਹੈ ਉਹਨੂੰ ਤੁਸੀਂ ਕੋਰਟਾਂ ਕਚਹਿਰੀਆਂ 'ਚ ਨਾ ਲੈ ਕੇ ਜਾਓ ਔਰ ਬੈਠ ਕੇ ਗੱਲ ਕਰ ਲਓ, ਕੋਈ ਹੱਲ ਜਿਹੜਾ ਨਿਕਲ ਆਵੇਗਾ। ਔਰ ਮੇਰੇ ਖਿਆਲ ਕਿ ਤੁਸੀਂ ਉਹਨਾਂ ਨੂੰ ਦੁਬਾਰਾ ਕਾਲ ਕਰਨ ਦੀ ਕੋਸ਼ਿਸ਼ ਕਰੋ ਕਿ ਸਾਡਾ ਟਰੱਕ ਤੁਸੀਂ ਦੇ ਦਿਓ, ਮੇਰੇ ਖਿਆਲ ਦੇ ਰਹੇ ਕਾਫੀ ਵਾਰ ਕੀਤੀ ਹੈ ਜੀ। ਮੈਨੂੰ ਕਹਿੰਦੇ ਮੇਰੇ ਕੋਲ ਉਹ ਟਰੱਕ ਹੈ ਨਹੀਂ, ਉਹ ਟੋਇੰਗ ਕੰਪਨੀ ਕੋਲੇ ਮੈਂ ਬਹੁਤ ਵਾਰ ਆਖਿਆ ਵੀ 3 ਵਿੱਚ ਲੈ ਲਓ ਉਹਨੂੰ, ਟੋਇੰਗ ਕੰਪਨੀ ਨੂੰ, ਚੱਲ ਦੋਨੋਂ ਜਣੇ। ਹੁਣ ਮੇਨ ਤਾਂ ਦੋ ਆ, ਜਾਂ ਟੋਇੰਗ ਕੰਪਨੀ ਹੈ ਜਾਂ ਵੀ ਟਰਾਂਸ ਕੰਪਨੀ ਹੈ ਨਾ। ਤੁਸੀਂ ਕੀ ਕਰੋ, ਪੁਲਿਸ ਨੂੰ ਫੋਨ ਕਰ ਦਿਓ ਕਿ ਸਾਨੂੰ ਸਾਡੀ ਪ੍ਰਾਪਰਟੀ ਜਿਹੜੀ ਮਿਲ ਨਹੀਂ ਰਹੀ। ਹਾਂਜੀ ਇਹ ਮੈਂ ਆਪਣਾ ਪਹਿਲਾਂ ਵੀ ਇਦਾਂ ਸੀਗਾ ਵੀ ਚਲੋ ਕੋਈ ਬੈਠ ਕੇ ਹੱਲ ਨਿਕਲ ਜੇਦਾ ਹੈ ਨਾ ਜੀ, ਪਰ ਐਂਡ ਨੂੰ ਤਾਂ ਫਿਰ ਮੈਨੂੰ ਕੋਈ ਜਾਂ ਕੋਰਟ ਥਰੂ ਜਾਂ ਪੁਲਿਸ ਥਰੂ ਜਾਣਾ ਹੀ ਪਵੇਗਾ। ਨਹੀਂ ਯੂ ਟੈਲ them to replace ਕਿ ਮੇਰਾ ਜਿਹੜਾ ਹੈ ਇਹ ਮਤਲਬ ਟਰੱਕ ਮੇਰਾ ਮੈਨੂੰ ਮਿਲ ਨਹੀਂ ਰਿਹਾ, ਸਿੰਪਲ ਇਜ਼ ਦਿਸ। ਹੋਲਡ ਰੱਖੋ। ਹਾਂਜੀ ਲਾਈਨ 1 ਸਿੱਧੂ ਸਾਹਿਬ, ਲਾਈਨ 1 ਪਲੀਜ਼। ਹਾਂਜੀ ਨੰਬਰ 1 ਕਾਲਰ ਜੀ। ਆਪਣੇ ਵੀਰੇ ਨੂੰ ਕਹਿੰਦਾ ਯਾਰ ਇੱਥੋਂ ਮੈਨੂੰ ਪਤਾ ਨਹੀਂ ਕੈਨੇਡਾ ਬਾਰੇ ਬਾਹਲਾ ਕੀ ਇੱਥੇ ਰੂਲ ਹੈ, ਪਰ ਇੱਥੇ ਸਾਡੇ ਤਾਂ ਪਤਾ ਲੱਗ ਜਾਂਦਾ ਜੇ ਲਾਇਸੈਂਸ ਐਕਸਪਾਇਰ ਹੋਇਆ ਵਾ ਹਨਾ, ਤੁਸੀਂ ਗੱਡੀ ਡਰਾਈਵ ਕਰ ਰਹੇ ਹੋ, ਤੁਹਾਡੇ ਪੁਲਿਸ ਦਾ ਮਗਰ ਲੱਗ ਜਾਂਦਾ ਆ, ਰਜਿਸਟ੍ਰੇਸ਼ਨ ਐਕਸਪਾਇਰ ਹੋਈ ਆ ਉਦੋਂ ਹੀ ਪਤਾ ਲੱਗ ਜਾਂਦਾ। 4-4 ਮਹੀਨੇ ਇੰਨਾ ਲੰਮਾ ਸਮਾਂ ਨਹੀਂ ਪਤਾ ਲੱਗਦਾ ਕੈਨੇਡਾ 'ਚ, ਪਤਾ ਨਹੀਂ ਮੈਨੂੰ ਇਹਦੇ ਪਤਾ ਨਹੀਂ ਇਸ ਬਾਰੇ ਹਨਾ। ਹਾਂਜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਗੱਲ, ਅਸੀਂ ਉਸੇ ਦਿਨ ਫਸਟ ਟ੍ਰਿਪ ਹੀ ਸੀਗਾ, ਉਸੇ ਦਿਨ ਹੀ ਪਲੇਟਾਂ ਦਿੱਤੀਆਂ। ਇਹ ਨਹੀਂ ਆਪਾਂ ਨੂੰ ਪਤਾ ਜਿਹੜੀ ਆਪਾਂ ਨੂੰ ਪਿੰਕ ਸਲਿੱਪ ਦਿੱਤੀ ਜਾਂ ਇੰਸ਼ੋਰ ਸਰਟੀਫਿਕੇਟ ਦਿੱਤਾ ਉਹ 1 ਸਾਲ ਵਾਸਤੇ ਵੈਲਿਡ ਸੀਗਾ, ਸਮਝ ਲਓ ਅਪ੍ਰੈਲ ਤੋਂ ਲੈ ਕੇ 21 ਤੋਂ ਲੈ ਕੇ ਅਪ੍ਰੈਲ 22 ਤੱਕ। ਹਜੇ ਵੀ ਮੇਰੇ ਕੋਲ ਪਿੰਕ ਸਲਿੱਪ, ਸਰਟੀਫਿਕੇਟ, ਕੈਬ ਕਾਰਡ ਸਭ ਕੁਝ ਪਿਆ ਵਾ ਜੀ। ਤੇ ਉਹਦੇ ਉੱਤੇ ਇੱਕ ਡਰਾਈਵਰ ਦੀ ਜ਼ਿੰਮੇਵਾਰੀ ਹੁੰਦੀ ਹੈ ਨਾ, ਟਰੱਕ ਬਾਈਂਡਰ ਚੈੱਕ ਕਰਨਾ, ਉਹਦੇ ਤੇ ਵੇਖਣਾ ਵੀ ਸਾਰਾ ਕੁਝ ਵੈਲਿਡ ਹੈ ਇਹਦਾ, ਵੀ ਜਾਂ ਐਕਸਪਾਇਰ ਤਾਂ ਨਹੀਂ ਹੋਇਆ। ਉਹ ਡਰਾਈਵਰਾਂ ਨੇ ਕੀਤਾ ਤੇ ਤੋਰ ਲਿਆ ਟਰੱਕ ਹਨਾ। ਬਟ ਜਿਹੜੀ ਆਪਣਾ ਹੈਗਾ ਆਪਾਂ ਕਹਿੰਦੇ ਲਾਇਸੈਂਸ ਪਲੇਟ ਤੋਂ ਪਤਾ ਲੱਗਦਾ। ਹੁਣ ਪੁਲਿਸ ਨੇ ਰਿਪੋਰਟ ਵੀ ਬਣਾਈ ਖੜ ਕੇ ਉੱਥੇ, ਉਹਨਾਂ ਨੂੰ ਤਾਂ ਵੀ ਨਹੀਂ ਪਤਾ ਲੱਗਿਆ ਵੀ ਇਹਦੀ ਇੰਸ਼ੋਰੈਂਸ ਵਗੈਰਾ ਜਾਂ ਕੋਈ ਇਹ 'ਚ ਗੜਬੜ ਹੈ ਇੰਸ਼ੋਰੈਂਸ ਦੇ ਵਿੱਚ। ਉਹਨਾਂ ਨੇ ਆਪਣੀ ਰਿਪੋਰਟ ਬਣਾ ਕੇ ਦੇ ਦਿੱਤੀ। ਸਾਡੇ ਤਾਂ ਇੱਥੇ ਮੈਂ ਬੈਂਕ ਗਿਆ ਤੇ ਪੁਲਿਸ ਵਾਲਾ ਪਹਿਲਾਂ ਮੈਂ ਮੂੰਹ ਦੀ ਲੰਘਿਆ, ਜਦੋਂ ਮੈਂ ਮੁੜਦਾ ਮੈਂ ਲੇਟਾ ਲਾ ਲਿਆ, ਮੈਨੂੰ ਕਹਿੰਦਾ ਤੇਰਾ ਲਾਇਸੈਂਸ ਐਕਸਪਾਇਰ ਹੈ, ਤੈਨੂੰ ਪਤਾ? ਮੈਂ ਕਿਹਾ ਨਹੀਂ, ਜਾ ਵੇਖਿਆ ਸੱਚੀ ਐਕਸਪਾਇਰ ਸੀਗਾ, ਮੈਨੂੰ ਟਿਕਟ ਤਾਂ ਨਹੀਂ ਦਿੱਤੀ ਪਰ ਉਹਨੂੰ ਵਾਰਨਿੰਗ ਦੇ ਗਿਆ 1 ਵੀਕ ਦੀ। ਉਹ ਤੁਸੀਂ ਜਦੋਂ ਇਹ ਟਰੱਕ ਚਲਾਇਆ ਸਰ ਸਾਹਿਬ ਕਾਲ ਲੈ ਲਓ, ਤੁਸੀਂ ਜਦੋਂ ਟਰੱਕ ਚਲਾਇਆ ਆਪਣਾ ਇਹ ਤਾਂ ਉਦੋਂ ਕਿੰਨੇ ਮਹੀਨੇ ਤੋਂ ਬਾਅਦ ਐਕਸੀਡੈਂਟ ਵਾਪਰਿਆ ਤਾਂ ਉਦੋਂ ਵੈਲਿਡ ਸੀਗਾ? ਨਹੀਂ ਮੇਰੇ ਨਾਲ ਗੱਲ ਕਰ ਰਹੇ ਅੰਗਰੇਜ਼ ਸਿੰਘ ਨਾਲ ਜੀ? ਹਾਂਜੀ ਅੰਗਰੇਜ਼ ਨਾਲ ਗੱਲ ਕਰ ਰਿਹਾ ਮੈਂ ਤੁਹਾਡੇ। ਨਹੀਂ ਜੀ ਹਾਂਜੀ ਬਟ ਮੈਂ ਇੱਕ ਦੇਖੋ ਮੈਂ 18 ਤਰੀਕ ਨੂੰ 19 ਤਰੀਕ ਨੂੰ ਉਧਰੋਂ ਟਰੱਕ ਭੇਜਿਆ ਟੋਰਾਂਟੋ ਵਿਨੀਪੈਗ ਤੋਂ, ਉਹ 24 ਘੰਟਿਆਂ 'ਚ ਮੇਰੇ ਡਰਾਈਵਰ ਉੱਥੇ ਪਹੁੰਚ ਗਏ, ਉਹਨਾਂ ਨੇ ਉੱਥੋਂ ਪਲੇਟਾਂ ਲਾਈਆਂ, ਡੈਕਾ ਸਟਿੱਕਰ ਲਾਏ, ਲੋਡ ਚੱਕਿਆ। ਨਹੀਂ ਤੁਸੀਂ ਇੱਕ ਮਿੰਟ, ਤੁਸੀਂ ਕਿੰਨਾ ਚਿਰ ਕੰਮ ਕੀਤਾ ਹੈ ਉਹਨਾਂ ਪਲੇਟਾਂ ਤੇ? ਉਹਨਾਂ ਪਲੇਟਾਂ ਤੇ ਫਸਟ ਟ੍ਰਿਪ ਹੀ ਸੀ, ਪਹਿਲਾ ਟ੍ਰਿਪ ਹੀ ਸੀਗਾ ਜੀ। ਪਹਿਲੇ ਟ੍ਰਿਪ ਸੀਗਾ। ਇਹ ਕਦੋਂ ਇੰਸ਼ੋਰੈਂਸ ਹੋਈ ਸੀ ਤੇ ਕਦੋਂ ਖਤਮ ਹੋਣੀ ਸੀ? ਇਹ ਇੰਸ਼ੋਰੈਂਸ ਅਪ੍ਰੈਲ 2021 ਚ ਹੋਈ ਹੈ ਤੇ ਅਪ੍ਰੈਲ 2022 ਚ ਹਜੇ ਖਤਮ ਹੋਣੀ ਸੀਗੀ। ਤੇ ਤੁਸੀਂ ਚਲਾਇਆ ਟਰੱਕ ਪਹਿਲੇ ਦਿਨ ਕਿੱਦਣ ਆ? ਪਹਿਲੇ ਦਿਨ 20 ਅਪ੍ਰੈਲ ਨੂੰ ਉਹਨਾਂ ਨੇ ਚੱਕਿਆ ਲੋਡ ਜੀ ਆਪਣਾ ਬ੍ਰੈਂਪਟਨ। ਮਤਲਬ ਉਧਰ ਇੰਸ਼ੋਰੈਂਸ ਸ਼ੁਰੂ ਹੋਈ ਆ 20 ਅਪ੍ਰੈਲ ਤੋਂ ਹੋਈ ਆ? ਹਾਂ ਨਹੀਂ ਉਦੋਂ ਪਹਿਲਾਂ ਸੀ 2-4 ਦਿਨ ਉਹਨਾਂ ਨੇ ਜਿਹੜੀ ਪਿੰਕ ਸਲਿੱਪ ਮੈਨੂੰ ਪਹਿਲਾਂ ਭੇਜਤੀ ਸੀ 2-3 ਦਿਨ, ਉਦੋਂ ਬਾਅਦ ਮੈਂ ਟਰੱਕ ਭੇਜਿਆ। ਤੁਸੀਂ ਕੰਪਨੀ ਨੂੰ ਕਾਲ ਕਰਕੇ ਚੈੱਕ ਕੀਤਾ ਕਿ ਇੰਸ਼ੋਰੈਂਸ ਤੁਹਾਡੇ ਨਾਲ ਇਹ ਹੋਈ ਆ? ਨਹੀਂ ਇਹ ਆਪਣਾ ਮੈਂ ਤਾਂ ਪਿੰਕ ਸਲਿੱਪ ਵੇਖੀ ਆ, ਆਪਾਂ ਜਦੋਂ ਕੋਈ ਵੀ ਆਪਾਂ ਚੈੱਕ ਨਹੀਂ ਕਰਦੇ ਹੁੰਦੇ ਇਦਾਂ ਵੀ ਆਪਾਂ ਜਾਂ ਨਹੀਂ, ਪਰ ਤੁਸੀਂ ਦੁਬਾਰਾ ਉਹਨਾਂ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਹੈ? ਯੂ ਕੈਨ ਕਾਲ them ਨੋ। ਹਾਂਜੀ ਨਹੀਂ ਜੇ ਆਪਾਂ ਚੈੱਕ ਕਰਦੇ ਆ, ਮੈਨੂੰ ਇੰਗਲਿਸ਼ ਦੀ ਥੋੜੀ ਪ੍ਰੋਬਲਮ ਹੈ, ਮੈਂ ਕਰਵਾਈ ਸੀ 1-2 ਕੰਪਨੀਆਂ ਤੋਂ, ਬਟ ਉਹ ਕਹਿੰਦੇ ਵੀ ਅਸੀਂ ਐਡਜਸਟਰ ਨਾਲ ਹੀ ਗੱਲ ਕਰਦੇ ਆ, ਜੋ ਉਹਨਾਂ ਦਾ ਐਡਜਸਟਰ ਹੁੰਦਾ ਹੈ ਵੀ ਜਾਨੀ ਜੇ ਜਿਵੇਂ ਮੰਨ ਲਓ ਲੀਜ਼ਿੰਗ ਕੰਪਨੀ ਆ, ਉਹਦਾ ਕੋਈ ਇੱਕ ਐਡਜਸਟਰ ਹੈ, ਉਹਨੇ ਗੱਲ ਕਰਨੀ ਹੈ ਲੀਜ਼ਿੰਗ ਕੰਪਨੀ ਇੰਸ਼ੋਰੈਂਸ ਕੰਪਨੀ ਨਾਲ। ਤੁਸੀਂ ਨਾ ਗੱਲ ਕਰੋ, ਜਿਹੜਾ ਬੰਦਾ ਡਰਾਈਵ ਕਰ ਰਿਹਾ ਆ, ਜਿਹਨੂੰ ਆਥੋਰਾਈਜ਼ ਕੀਤਾ ਆ ਟਰੱਕ ਤੁਸੀਂ ਚਲਾਉਣ ਲਈ, ਉਹਨਾਂ ਹਾਇਰ ਕੀਤਾ ਕੰਪਨੀ ਨੇ, ਉਹਦੇ ਕੋਲ ਰਾਈਟਸ ਹੋਣਗੇ। ਉਹ ਕਹਿੰਦਾ ਆਈ ਵੁੱਡ ਮੇਕ ਸ਼ੋਰ ਕਿ ਮੈਂ ਡਰਾਈਵ ਕਰ ਰਿਹਾ, ਮੈਂ ਮੇਕ ਸ਼ੋਰ ਹੋਣਾ ਚਾਹੁੰਦਾ ਆ ਕਿ ਆ ਇੰਸ਼ੋਰੈਂਸ ਕੰਪਨੀ ਤੁਹਾਡੇ ਨਾਲ ਰਜਿਸਟਰ ਹੈ ਜਾਂ ਨਹੀਂ। ਬਟ ਇਦਾਂ ਦਾ ਕਦੇ ਹੈਪਨ ਨਹੀਂ ਹੋਇਆ, ਮੈਂ ਕਾਫੀ ਕੰਪਨੀਆਂ 'ਚ ਕੰਮ ਕਰ ਰਿਹਾ। ਨਹੀਂ ਆਈ ਨੋ, ਬਟ ਯੂ ਮਸਟ ਜਿਹੜਾ ਡਰਾਈਵਰ ਆ ਜਿਹੜਾ ਆਥੋਰਾਈਜ਼ ਕੀਤਾ ਗਿਆ ਚਲਾਉਣ ਨੂੰ ਗੱਡੀ ਨੂੰ, ਔਰ ਜਿਹਨੂੰ ਇੰਸ਼ੋਰੈਂਸ ਦਿੱਤੀ ਗਈ ਆ, ਤੁਸੀਂ ਉਹਨਾਂ ਨੂੰ ਕਹੋ ਕਿ ਉਹ ਕਾਲ ਕਰਨ।
ਨਹੀਂ ਮੈਨੂੰ ਲੱਗਦਾ ਨਹੀਂ ਜੀ ਇਦਾਂ ਹੋਇਆ, ਨਾ ਹੀ ਸਾਨੂੰ ਕਿਸੇ ਨੇ ਇਦਾਂ ਨਹੀਂ, ਯੂ ਮਸਟ ਚੈੱਕ ਵਿਦ them ਕਿ ਪਤਾ ਲੱਗੂਗਾ ਕਿ ਇਹ ਕਿੱਥੇ ਫਰਾਡ ਹੈ। ਮੇਰਾ ਖਿਆਲ ਕਿ ਕੰਪਨੀਆਂ ਨਹੀਂ ਕਰਦੀਆਂ, ਕਈ ਵਾਰੀ ਜਿਹੜੇ ਇੰਸ਼ੋਰੈਂਸ ਕਰਨ ਵਾਲੇ ਇਹ ਹੇਰਾਫੇਰੀ ਕਰਦੇ ਆ ਕਈ ਲੋਕ। ਹਾਂ, ਹੋ ਸਕਦਾ ਬ੍ਰੋਕਰ ਨੇ ਨਾ ਕੀਤਾ, ਗਾਹ ਨਾ ਕਰੀ ਹੋਵੇ ਆਪਦੇ ਕੋਲੋਂ। ਹੋ ਸਕਦਾ ਕੁਲਦੀਪ ਵੀ ਫਸਿਆ ਹੋਵੇ ਇਸ ਮਾਮਲੇ ਵਿੱਚ। ਬਸ ਆ ਪਹਿਲੀ ਲਾਈਨ ਤੇ ਰਣਜੀਤ ਜੀ ਆਏ ਨੇ, ਉਹ ਕਹਿੰਦੇ ਗੱਲ ਕੋਈ ਵੱਡੀ ਹੈ, ਇਹਦੇ ਵਿੱਚ ਸਕਿਪ ਕਰ ਗਏ, ਪਰ ਉਹ ਕਹਿੰਦੇ ਮੈਨੂੰ ਸਮਝ ਲੱਗ ਚੁੱਕੀ। ਪਹਿਲੀ ਲਾਈਨ ਤੇ ਅਟੈਂਡ ਕਰੋ ਜੀ। ਨੰਬਰ 1 ਕਾਲਰ, ਗੋ ਅहेड, ਪ੍ਰੋਸੀਡ ਕਰੋ ਪਲੀਜ਼। ਹਾਂ ਬਾਦਸ਼ਾਹ, ਗੁੱਡ ਮਾਰਨਿੰਗ ਜੀ। ਮਾਰਨਿੰਗ ਡੀਅਰ। ਹਾਂਜੀ, ਦੇਖੋ ਜੀ ਗੱਲ ਇਹ ਆ, ਮੈਂ ਭਾਜੀ ਦੇ ਬਚਾਅ ਬਿਆਨ ਹੁਣ ਸੁਣੇ ਨੇ। ਇਹਨਾਂ ਨੇ ਕਿਹਾ ਵੀ 18 ਤਰੀਕ ਨੂੰ ਪਲੇਟਾਂ ਲਾ ਕੇ ਇਹਨਾਂ ਨੇ ਟਰੱਕ ਤੋੜਿਆ ਵਾ 18 ਅਪ੍ਰੈਲ ਨੂੰ, ਤੇ ਪਹਿਲਾਂ ਇਹਨਾਂ ਨੇ ਦੱਸਿਆ ਵੀ 22 ਅਪ੍ਰੈਲ ਤੋਂ ਸ਼ੁਰੂ ਹੋ ਕੇ ਇੰਸ਼ੋਰੈਂਸ 21 ਅਪ੍ਰੈਲ ਅਗਲੇ ਸਾਲ ਤੱਕ ਸੀਗੀ। 4 ਦਿਨ ਪਹਿਲਾਂ ਟਰੱਕ ਇਹਨਾਂ ਨੇ ਤੋੜਿਆ ਤੇ ਐਕਸੀਡੈਂਟ ਪਹਿਲਾਂ ਹੋ ਗਿਆ 22 ਤੋਂ। ਇਹ ਕਸੂਰਵਾਰ ਆ ਬਾਈ ਹੋਣੀ। 22 ਅਪ੍ਰੈਲ ਤੋਂ ਸ਼ੁਰੂ ਹੁੰਦੀ ਹੈ ਇੰਸ਼ੋਰੈਂਸ, 18 ਅਪ੍ਰੈਲ ਨੂੰ ਪਲੇਟਾਂ ਲਾ ਕੇ ਟਰੱਕ ਰੋਡ ਤੇ ਚਾੜਿਆ ਇਹਨਾਂ ਨੇ 4 ਦਿਨ ਪਹਿਲਾਂ। ਕਿਉਂ ਨੇ ਬਿਆਨ ਹੈ ਬਾਈ ਜੀ ਨੇ ਆਪ ਬਿਆਨ ਦਿੱਤਾ, ਰਿਕਾਰਡ ਕੱਢ ਕੇ ਦੇਖ ਲਓ ਤੁਸੀਂ ਸਾਰਿਆਂ ਨੇ ਸੁਣੀ ਗੱਲ ਇਹ। ਸਰ ਹਾਂਜੀ, 2000 ਅਪ੍ਰੈਲ 2021 ਕਿਹਾ ਜੀ, 21 ਅਪ੍ਰੈਲ ਨਹੀਂ ਕਿਹਾ, 2021 ਅਪ੍ਰੈਲ ਦੇ ਮਹੀਨੇ ਤੋਂ ਸ਼ੁਰੂ ਹੋ ਕੇ ਅਪ੍ਰੈਲ ਦੇ ਮਹੀਨਾ ਨਹੀਂ ਦੇਖੀ ਦਾ ਹੁੰਦਾ, ਤਰੀਕ ਦੇਖੀ ਦੀ ਹੁੰਦੀ ਆ ਵੀਰੇ। ਅਪ੍ਰੈਲ 22 ਤੋਂ ਤੇਰੀ ਇੰਸ਼ੋਰੈਂਸ ਸ਼ੁਰੂ ਆ, 18 ਅਪ੍ਰੈਲ ਨੂੰ ਪਲੇਟਾਂ ਲਾ ਕੇ ਟਰੱਕ ਰੋਡ ਤੇ ਚੜ੍ਹਿਆ ਉਹਦੀ 4 ਦਿਨ ਪਹਿਲਾਂ। ਨਹੀਂ ਭਾਜੀ, ਮੈਂ ਜੀਆਰ ਦੀ ਗੱਲ ਕਰਦਾ। ਨਹੀਂ ਜੀਅਰ ਦਾ ਮੈਟਰ ਨਹੀਂ ਹੈ, ਅੰਗਰੇਜ਼ ਹੈ। ਤੁਸੀਂ ਇੰਸ਼ੋਰ ਜਿਹੜੀ ਹੈ ਉਹ 20 ਜਾਂ 22 ਅਪ੍ਰੈਲ ਤੋਂ ਸ਼ੁਰੂ ਹੁੰਦੀ ਹੈ, ਤੁਸੀਂ 18 ਅਪ੍ਰੈਲ ਤੋਂ ਨਹੀਂ ਜੀ। ਹਾਂ 18 ਅਪ੍ਰੈਲ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਜੀ, ਮੈਂ 18 ਅਪ੍ਰੈਲ ਨੂੰ ਟਰੱਕ ਤੋਰਿਆ, ਉਦੋਂ ਪਹਿਲਾਂ ਉਹਨਾਂ ਨੇ ਪਿੰਕ ਸਲਿੱਪ ਮੈਨੂੰ ਭੇਜਤੀ ਇੰਸ਼ੋਰੈਂਸ ਕਰਾ ਕੇ। ਆਈ ਨੋ, ਪਰ ਜਿਹੜੀ ਪਿੰਕ ਸਲਿੱਪ ਤੇ ਤੁਸੀਂ 18 ਨੂੰ ਆਪਣਾ ਟਰੱਕ ਰੋਡ ਤੇ ਲੱਗ ਗਏ ਹੋ, ਠੀਕ ਹੈ ਜੀ? ਹਾਂ, 4 ਦਿਨ ਪਹਿਲਾਂ ਲੈ ਕੇ ਗਏ। ਅੱਛਾ, 18 ਨੂੰ ਗਏ 4 ਦਿਨ ਪਹਿਲਾਂ ਨਹੀਂ ਲਗਾਏ ਜੀ, 21 ਤਰੀਕ ਨਹੀਂ ਕਿਹਾ ਜੀ, ਮੈਂ 2021 ਦੀ ਗੱਲ ਕਰ ਰਿਹਾ ਜੀ, ਅਪ੍ਰੈਲ 2021। ਅੱਛਾ, ਸਾਲ 2021 ਜੀ, ਇਹ ਨਹੀਂ ਹੋਇਆ 2021 ਦੀ ਗੱਲ ਕਰ ਰਿਹਾ ਮਹੀਨਾ। ਅੱਛਾ, ਅਪ੍ਰੈਲ ਦੀ ਕਦੋਂ ਤੋਂ ਵੈਲਿਡ ਆ ਉਹ, ਕਦੋਂ ਸ਼ੁਰੂ ਹੋਈ ਇੰਸ਼ੋਰੈਂਸ? ਇੱਕੋ ਮਿੰਟ ਜੀ, ਮੇਰੇ ਕੋਲੇ ਸਾਰੀ ਪਈ ਹੈ, ਮੈਂ ਇੱਕ ਪਿੰਕ ਸਲਿੱਪ ਤੇ ਹੁਣੇ ਹੀ ਤੁਹਾਨੂੰ ਦੱਸ ਦਿੰਦਾ। ਹਾਂ ਬਾਈ, ਕਸੂਰ ਆ ਬਾਈ ਇਹਦਾ, ਡਰਾਈਵਰ। ਹੋਲਡ ਔਨ ਪਲੀਜ਼ ਕਾਲਰਸ, ਯੂ ਆਰ ਟੂ ਮਚ। ਡਰਾਈਵਰਾਂ ਨੇ ਪੇਪਰ ਹੀ ਨਹੀਂ ਵੇਖੇ, ਕਹੀ ਜਾਂਦਾ ਇਹ। ਹੋਲਡ ਔਨ, ਡਰਾਈਵਰਾਂ ਨੇ ਪੇਪਰ ਨਹੀਂ ਵੇਖੇ। ਹੋਲਡ ਔਨ ਪਲੀਜ਼। ਹਾਂਜੀ, ਮੈਂ ਚਾਹ ਵੀ ਬੰਦਾ ਫਸੀ ਜਾਂਦਾ ਇਹ। ਮੈਨੂੰ ਵੀ 25 ਸਾਲ ਹੋ ਗਏ ਟਰੱਕਿੰਗ ਦੇ ਵਿੱਚ, ਟਰੱਕ ਚਲਾਉਂਦੇ ਨੂੰ। ਰਣਜੀਤ ਜੀ, ਤੁਸੀਂ ਤਾਂ ਗਾਲਾ ਅਗਲੇ ਨੇ ਫੜ ਨੂੰ ਫਿਰਦੇ, ਹੋਲਡ ਕਰੋ। ਨਹੀਂ ਏਦਾਂ ਨਹੀਂ, ਦੇਖੋ ਕਾਨੂੰਨ ਦੇ ਮੁਤਾਬਕ ਚੱਲੋ ਭਾਈ ਸਾਹਿਬ। ਬਿਨਾਂ ਸਭ ਤੋਂ ਟਰੱਕ ਰੋਡ ਤੇ ਚੜਨਾ ਪਤਾ ਕਿੰਨਾ ਜੇਲ੍ਹ ਹੋ ਸਕਦੀ ਹੈ ਬੰਦੇ ਨੂੰ, ਜੇਲ੍ਹ। ਹੋਲਡ ਔਨ ਪਲੀਜ਼, ਸਟਾਪ ਇਟ। ਭਾਜੀ ਗੱਲ ਤਾਂ ਸੁਣ ਲਓ ਜੀ, ਤੁਸੀਂ ਮੈਨੂੰ ਲੱਗਦਾ ਕੁਲਦੀਪ ਦੇ ਬੰਦੇ ਤਾਂ ਨਹੀਂ ਜਿਹੜੇ ਗੱਲ ਕਰੀ ਜਾਂਦੇ ਤਾਂ। ਡੋਂਟ ਸੇ ਦੈਟ। ਆਪਣੇ ਅੰਗਰੇਜ਼ ਹੈ, ਕੁਲਦੀਪ ਕੋਈ ਬੈਡ ਬੰਦਾ ਨਹੀਂ ਹੈ, ਹੀ ਇਜ਼ ਗੁੱਡ ਮੈਨ। ਹਾਂਜੀ ਹਾਂ, ਨਹੀਂ ਮੈਂ ਕਹਿੰਦਾ ਉਹਨਾਂ ਦੇ ਪੱਖ ਦੇ ਬੰਦੇ ਤਾਂ ਨਹੀਂ। ਵੇਖੋ ਨਹੀਂ ਪੱਖ ਦੇ ਮੈਟਰ ਨਹੀਂ ਹੈ। ਹਾਂ, ਤੁਸੀਂ ਅਪ੍ਰੈਲ 2021 ਦੀ ਗੱਲ ਕੀਤੀ ਹੈ ਜੀ। ਆਪਣੀ 15-16 ਅਪ੍ਰੈਲ ਨੂੰ ਜਿਹੜੀ ਮੈਨੂੰ ਉਹਨੇ ਭੇਜੀ ਆ ਪਿੰਕ ਸਲਿੱਪ, 15-16 ਅਪ੍ਰੈਲ ਤੋਂ ਜਦੋਂ ਵੈਲਡ ਸੀਗੀ। 15-16 ਇੱਕ ਡੇ ਦੱਸੋ ਕਿਹੜੀ ਵੈਲਡ ਸੀ? 15 ਜਾਂ 16? ਹਾਂ, 15 ਤਰੀਕ ਵੈਲਡ ਸੀਗੀ। 15 ਤੋਂ ਉਹਨਾਂ ਨੇ ਕਰਕੇ ਮੰਨ ਲਓ ਇੰਸ਼ੋਰੈਂਸ 2022 ਤੱਕ 14 ਅਪ੍ਰੈਲ ਤੱਕ 1 ਸਾਲ ਵਾਸਤੇ ਵੈਲਡ ਹੁੰਦੀ ਹੈ ਪਿੰਕ ਸਲਿੱਪ, ਜਾਂ ਜਿਹੜਾ ਇੰਸ਼ੋਰੈਂਸ ਸਰਟੀਫਿਕੇਟ ਹੁੰਦਾ ਹੈ। ਸਰਟੀਫਿਕੇਟ ਦੇ ਉੱਪਰ ਲਿਖਿਆ 15 ਅਪ੍ਰੈਲ 2021 ਤੋਂ ਲੈ ਕੇ 14 ਅਪ੍ਰੈਲ 2022। ਆਮ ਰਾਈਟ? ਹਾਂਜੀ ਇਦਾਂ ਹੁੰਦਾ ਜੀ। ਔਰ ਜਰਨਜੀਤ ਜੀ, ਹੁੰਦਾ ਨਹੀਂ ਹੈ, ਡਾਟ ਸੇ ਹੁੰਦਾ ਹੈ, ਉਹਦੇ ਉੱਪਰ ਲਿਖਿਆ ਆਇਆ ਇਹ। ਜੀ ਬਸ ਬਿਲਕੁਲ ਕੰਟੀਨਿਊ ਕਰਦੇ ਹਾਂ। ਰਣਜੀਤ ਸਿੰਘ ਜੀ ਹੋਲਡ ਰੱਖੋ। ਬਸ ਇੱਕ ਬ੍ਰੇਕਿੰਗ ਨਿਊਜ਼ ਵੀ ਕਹਿ ਸਕਦੇ ਹਾਂ ਤੇ ਸੈਡ ਨਿਊਜ਼ ਵੀ ਕਹਿ ਸਕਦੇ ਹਾਂ ਜੀ। 2019 ਦੇ ਵਿੱਚ ਲੜਕੀ ਆਈ ਸੀ ਪਨੀਤ ਕੌਰ, ਕੈਨੇਡਾ ਦੇ ਵਿੱਚ ਅੰਟਾਰੀਓ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਉਹਨੇ ਆਪਣੇ ਆਪ ਨੂੰ ਹੈਂਗ ਕਰ ਲਿਆ ਜੀ। ਤੇ ਸੋ ਬਹੁਤ ਹੀ ਦੁਖੀ ਜਿਹੜੇ ਉਹਨਾਂ ਦੇ ਮਾਪਿਓ ਨੇ ਉਹ ਸਾਡੇ ਨਾਲ ਲਾਈਨ ਤੇ ਜੁੜ ਰਹੇ ਨੇ। ਕੀ ਕਾਰਨ ਬਣਿਆ ਜੀ? ਕੁੜੀ ਦਾ 20 ਸਾਲਾਂ ਦੀ ਕੁੜੀ ਸੀ ਸਿਰਫ ਅਜੇ। ਸੋ ਇੱਕ ਬੜੀ ਸੈਡ ਸਟੋਰੀ ਅਸੀਂ ਜੀ ਕਵਰ ਕਰਨ ਜਾ ਰਹੇ ਹਾਂ। ਸਟੂਡੈਂਟ ਕੁੜੀ ਨੇ ਜੀ ਆਪਣੇ ਆਪ ਨੂੰ ਖਤਮ ਕਰ ਲਿਆ। ਆ ਦੋ ਆਪਾਂ ਲਾਈਨਾਂ ਲੈ ਲਈਏ। ਹਾਂਜੀ ਹਾਂਜੀ 10 ਮਿੰਟ ਪਲੀਜ਼ ਕੰਟੀਨਿਊ ਕਰੋ। ਹਾਂਜੀ, ਅੱਗੇ ਨੰਬਰ 3 ਕਾਲ ਪਲੀਜ਼। ਇੱਕ ਬੱਚੀ ਨੇ ਹੈਂਗ ਅਪ ਕਰ ਲਿਆ ਔਰ ਸੈਡ ਸਟੋਰੀ ਕਵਰ ਕਰ ਰਹੇ ਹਾਂ। ਨੰਬਰ 3 ਕਾਲ ਪਲੀਜ਼। ਜੀ ਭਾਜੀ, ਇਹ ਬੰਦਾ ਬਿਲਕੁਲ ਸਹੀ ਬੋਲ ਰਿਹਾ ਵਾ। ਉਹ ਅੰਕਲ ਜਿਹੜੇ ਕਹਿੰਦੇ ਮੈਂ 25 ਸਾਲ ਚਲਾਉਂਦੇ ਨੇ, ਆਈ ਡੋਨਟ ਥਿੰਕ ਹੀ ਹੈਜ਼ ਨੌਲੇਜ ਫॉर दैट। ਜਦੋਂ ਆਪਾਂ ਟਰੱਕ ਲੀਜ਼ ਕਰਦੇ ਆ ਨਾ, ਜਿਹੜੀ ਲੀਜ਼ਿੰਗ ਕੰਪਨੀ ਆ, ਉਹ ਟਰੱਕ ਉਹਨਾਂ ਚਿਰ ਜਦੋਂ ਉਹਨਾਂ ਨੇ ਆਪਾਂ ਨੂੰ ਫਾਈਨਾਂਸ ਕਰਨਾ ਹੁੰਦਾ ਟਰੱਕ, ਉਹਨਾਂ ਚਿਰ ਉਹ ਰਿਲੀਜ਼ ਹੀ ਨਹੀਂ ਕਰਦੇ। ਉਹ ਚੈੱਕ ਕਰ ਸਕਦੇ ਆ, ਅਸੀਂ ਨਹੀਂ ਚੈੱਕ ਕਰ, ਐਜ਼ ਅ ਓਨਰ ਆਪਰੇਟਰ ਬਾਈ ਚੈੱਕ ਨਹੀਂ ਕਰ ਸਕਦਾ। ਇਹਦੇ ਕੋਲ ਅਥਾਰਟੀ ਹੈ ਨਹੀਂ ਕਿ ਇਹਨੂੰ ਕਿਸੇ ਇੰਸ਼ੋਰੈਂਸ ਇਹਦੇ EMPLOYE ਨੇ ਚੈੱਕ ਨਹੀਂ ਕਰਨ ਦੇਣਾ ਇਹਨੂੰ। ਓਕੇ, ਬਟ ਜਿਹੜੀ ਲੀਜ਼ਿੰਗ ਕੰਪਨੀ ਆ, ਉਹਨਾਂ ਚਿਰ ਟਰੱਕ ਰਿਲੀਜ਼ ਹੀ ਨਹੀਂ ਕਰਦੇ ਜਿੰਨਾ ਚਿਰ ਉਹਨਾਂ ਕੋਲ ਪ੍ਰੋਪਰ ਪੇਪਰ ਨਹੀਂ ਕਰਦੇ। ਇਹਦੇ ਵਿੱਚ ਲੀਜ਼ਿੰਗ ਕੰਪਨੀ ਨੇ ਉਹਨਾਂ ਨੂੰ ਸੂ ਕਰਨਾ। ਸੋ ਜੇ ਉਹਨੂੰ ਇਹਦਾ ਟਰੱਕ ਮਿਲ ਗਿਆ, ਉਹਨਾਂ ਨੇ ਆਪੇ ਉਹਨੂੰ ਖਿੱਚ ਲੈਣਾ ਬੰਦੇ ਨੂੰ।
ਸੋ ਹੁਣ ਕਰੇ ਕੀ ਬੰਦਾ ਆਪਣਾ ਟਰੱਕ ਲੈਣਾ ਚਾਹੁੰਦਾ, ਵਾਟ ਸ਼ੁੱਡ ਹੀ ਡੂ? ਹੁਣ ਆਈ ਡੋਨਟ ਨੋ ਉਹਦੇ ਵਿੱਚ ਕੀ ਕਰੂਗਾ, ਪਰ ਇਹਦਾ ਕੋਈ ਕਸੂਰ ਨਹੀਂ ਉਹਦੇ ਵਿੱਚ, ਕਿਉਂਕਿ ਇਹ ਐਜ਼ ਅ ਜੇ ਹੁਣ ਮੈਂ ਇਵਨ ਸੀਐਨ ਕੈਨੇਡੀਅਨ ਨੈਸ਼ਨਲ ਰੇਲਵੇ ਵਰਗੀ ਨੋ ਕੰਪਨੀਆਂ ਆਈ ਅੰਡਰਸਟੈਂਡ, ਪਰ ਹੁਣ ਸੋਲੂਸ਼ਨ ਕੀ ਹੈ ਦਾ, ਕਿਉਂਕਿ ਮੈਨੂੰ ਪਤਾ ਨਹੀਂਗਾ ਇਹ ਹੁਣ ਹੀ ਸ਼ੁੱਡ ਕਾਲ ਪੁਲਿਸ ਔਰ ਹੀ ਸ਼ੁੱਡ ਵਾਟ ਡੂ? ਇਹ ਹੁਣ ਇੰਸ਼ੋਰੈਂਸ ਕੰਪਨੀ ਹੀ ਕਾਲ ਕਰੂਗੀ ਜੀ, ਇੰਸ਼ੋਰੈਂਸ ਕੰਪਨੀ ਨਾਲ ਕਹਿ ਸਕਦਾ ਵੀ ਉਹ ਦੱਸਦੇ ਨਹੀਂ ਕਦੋਂ, ਆਪੇ ਫਿਰ ਪੁਲਿਸ ਨੂੰ ਇਨਵੋਲਵ ਕਰਨਗੇ, ਕਿਉਂਕਿ ਇਹਨੇ ਤਾਂ ਇੰਸ਼ੋਰੈਂਸ ਦੀ ਆਪਦੀ ਪੇਮੈਂਟ ਦਿੱਤੀ ਆ ਨਾ, ਇਹਨੇ ਆਪਦੇ ਉਹਨਾਂ ਨੂੰ ਪ੍ਰੋਪਰ ਡਾਕੂਮੈਂਟ ਭੇਜੇ, ਇਹਨੇ ਟਰੱਕ ਦੀ ਪੇਮੈਂਟ ਮੇਕ ਕੀਤੀ Okay, I think he should better he should advise ਕਿਸੇ ਵਕੀਲ ਦੀ ਐਡਵਾਈਸ ਲੈਣ ਅੰਗਰੇਜ਼ ਦੀ। ਥੈਂਕ ਯੂ ਸੋ ਮਚ। ਨੰਬਰ 4 ਕਾਲ ਪਲੀਜ਼, ਦਿਸ ਇਜ਼ ਇੰਗਲੈਂਡ ਕਾਲ, ਬੋਲੋ ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਜੀ ਭਾਜੀ ਸਾਹਿਬ ਜੀ, ਆਪਣੇ ਇਸ ਤਰ੍ਹਾਂ ਹੈ ਜਿਹੜਾ ਕਿ ਨਾ ਇਹਦੇ ਟਰੱਕ ਹੈ ਨਾ ਜਿਹੜਾ, ਜੇ ਤੇ ਇਹ ਆਪਣਾ ਟਰੱਕ ਲੈਣਾ ਚਾਹੁੰਦਾ ਉਹਦੇ ਵਿੱਚ ਇਹ ਵੀ ਪੋਸੀਬਿਲਿਟੀ ਹੁੰਦੀ ਹੈ ਕਿ ਨਾ ਜੇ ਇੰਸ਼ੋਰੈਂਸ ਕਰਵਾ ਕੇ ਜਾਏਗਾ ਨਾ ਆਪਣਾ ਲੈ ਕੇ ਕਿਸੇ ਹੋਰ ਕੰਪਨੀ ਕੋਲ ਆਪਣਾ ਟਰੱਕ ਦਾ ਇੰਸ਼ੋਰੈਂਸ ਕਰਵਾ ਕੇ ਲੈ ਕੇ ਜਾਵੇ ਤੇ ਉਹਨਾਂ ਨੂੰ ਦਿਖਾਵੇ ਤੇ ਉਹ ਉਹਨੂੰ ਟਰੱਕ ਦੇ ਸਕਦੇ ਨੇ ਵਾਪਸ, ਉਹ ਟਰੱਕ ਇਹਦਾ, ਕਿਉਂਕਿ ਇਹਦਾ ਕਸੂਰ ਨਹੀਂ ਹੈ ਕੋਈ ਵੀ, ਇਹਦਾ ਕੋਈ ਫਾਊਂਡ ਨਹੀਂ ਹੈ ਵਿੱਚ ਕੋਈ ਵੀ। ਓਕੇ ਜੀ। ਨੰਬਰ 6 ਕਾਲਰ ਪਲੀਜ਼, ਨੰਬਰ ਲਾਈਨ ਤੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਵੀਰ ਜੀ, ਗੱਲ ਜਿਹੜੇ ਬਾਈ ਕਹਿੰਦਾ 25 ਸਾਲ ਦਾ ਨਾ ਐਕਸਪੀਰੀਅੰਸ ਮਤਲਬ ਜ਼ੀਰੋ ਇਸ ਟਾਈਮ, ਮੈਂ ਵੀ ਜਿਵੇਂ ਜਦੋਂ ਨਾ ਕੋਈ ਅਸੀਂ ਟਰੱਕ ਲੀਜ਼ਿੰਗ ਕੰਮ ਲੀਜ਼ ਤੇ ਹੁੰਦਾ ਤੇ ਪਹਿਲਾਂ ਸਾਨੂੰ ਇੰਸ਼ੋਰੈਂਸ ਸਰਟੀਫਿਕੇਟ ਉਹ ਕੰਪਨੀ ਨੂੰ ਭੇਜਣਾ ਪੈਂਦਾ, ਉਹਨਾਂ ਦਾ ਆਥੋਰਾਈਜ਼ ਲੈਟਰ ਲੈਣੀ ਪੈਂਦੀ ਆ, ਫਿਰ ਉਹ ਪਾਲਿਸੀ ਵਿੱਚ ਐਡ ਕਰਦੇ ਆ, ਫਿਰ ਟਰੱਕ ਰੋਡ ਤੇ ਆਉਂਦਾ, ਅਦਰਵਾਈਜ਼ ਟਰੱਕ ਰੋਡ ਤੇ ਨਹੀਂ ਆ ਸਕਦੇ ਬਿਨਾਂ ਇੰਸ਼ੋਰੈਂਸ ਤੋਂ ਜੀ। ਜੇ ਹਾਂ ਫ੍ਰੀ ਟਰੱਕ ਆ ਉਹਦੇ ਲਈ ਉਹ ਓਨਰ ਆਪਰੇਟਰ ਜਿਹੜਾ ਓਨਰ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਨਾ ਵੀ ਉਹਨੇ ਟਰੱਕ ਐਡ ਕਰਾਉਣਾ ਇੰਸ਼ੋਰੈਂਸ ਦੇ ਵਿੱਚ। ਓਕੇ ਜੀ, ਥੈਂਕ ਯੂ ਸੋ ਮਚ। ਨੰਬਰ 3 ਕਾਲਰ ਪਲੀਜ਼, ਹੈਲੋ ਨੰਬਰ 3 ਕਾਲਰ। ਹਾਂਜੀ ਬਾਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰ। ਬਾਸੀ ਸਾਹਿਬ, ਜਦੋਂ ਆਪਾਂ ਨੂੰ ਪਿੰਕ ਸਲਿੱਪ ਇੰਸ਼ੋਰੈਂਸ ਵੱਲੋਂ ਆਉਂਦੀ ਹੁੰਦੀ ਹੈ ਨਾ, ਉਹ ਕਦੇ ਵੀ ਇਹ ਨਹੀਂ ਹੁੰਦਾ ਵੀ ਅੱਜ 20 ਤਰੀਕ ਆ ਤੇ ਉਹ ਮੈਨੂੰ 25 ਤਰੀਕ ਪਾ ਕੇ ਪਿੰਕ ਸਲਿੱਪ ਭੇਜ ਦੇਣਗੇ। ਅਗਰ ਮੇਰੀ ਅੱਜ ਇੰਸ਼ੋਰੈਂਸ ਹੋਈ ਆ, ਮੈਨੂੰ ਈਮੇਲ ਅੱਜ ਆਈ ਆ, ਤਾਂ ਮੇਰੀ ਅੱਜ ਤੋਂ ਹੀ ਇੰਸ਼ੋਰੈਂਸ ਸਟਾਰਟ ਹੋ ਜਾਣੀ ਆ। ਇਹ ਨਹੀਂ ਹੈਗਾ ਵੀ 25 ਜਨਵਰੀ ਨੂੰ ਪਾ ਕੇ ਭੇਜਣਗੇ ਤੇ ਮੈਨੂੰ ਪਿੰਕ ਸਲਿੱਪ 4 ਦਿਨ 5 ਦਿਨ ਪਹਿਲਾਂ ਭੇਜ ਦੇਣਗੇ, ਇਹ ਕਦੇ ਨਹੀਂ ਹੁੰਦਾ। ਇਹ ਉਸੇ ਦਿਨ ਤੋਂ ਉਹਨਾਂ ਨੇ ਭੇਜਣੇ ਜਿਸ ਦਿਨ ਤੋਂ ਤੁਹਾਡੀ ਇੰਸ਼ੋਰੈਂਸ ਸਟਾਰਟ ਹੋਣੀ ਆ। ਇਹ ਹੁਣ ਆਪਣਾ ਟਰੱਕ ਲੈਣਾ ਚਾਹੁੰਦੇ ਨੇ ਤੇ ਵਾਪਸ ਕਿਵੇਂ ਲੈ ਸਕਦੇ ਨੇ? ਨਹੀਂ ਇਹ ਨਹੀਂ ਪਤਾ ਜੀ, ਉਹ ਕਲੇਮ ਕਿੱਦਾਂ ਲੈਣਗੇ, ਉਹ ਟਰੱਕ ਕਿਉਂ ਨਹੀਂ ਰਿਲੀਜ਼ ਕਰ ਰਹੇ, ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਉਹਨਾਂ ਨੂੰ ਟਰੱਕ ਰਿਲੀਜ਼ ਕਰਨਾ ਚਾਹੀਦਾ। ਇਹਨਾਂ ਦਾ ਟਰੱਕ ਆ, ਇਹ ਪੁਲਿਸ ਦੇ ਵਿੱਚ ਕਾਲ ਕਰਨ, ਆਪਣੀ ਸਾਰੀ ਰਿਪੋਰਟ ਲਿਖਾਉਣ ਤੇ ਉਹਨਾਂ ਨੂੰ ਟਰੱਕ ਰਾਈਟ 'ਤੇ ਦੇਣਾ ਪੈਣਾ। ਉਹ ਗਲਤ ਕਰ ਰਹੇ ਨੇ ਬਹੁਤ ਜ਼ਿਆਦਾ। ਇੰਸ਼ੋਰੈਂਸ ਦੀ ਗੱਲ ਤਾਂ ਡੈਫੀਨੇਟ ਸਾਈਡ ਤੇ ਰਹੇਗੀ, ਘੱਟੋ ਘੱਟ ਟਰੱਕ ਤਾਂ ਦੇਣੇ ਦਾ। ਅੱਛਾ ਮੈਂ ਇੱਕ ਚੀਜ਼ ਤੁਸੀਂ ਜਾਣਨਾ ਚਾਹੁੰਦੇ, ਅੰਗਰੇਜ਼ ਇਹ ਟਰੱਕ ਆ ਇਹਦੀ ਓਨਰਸ਼ਿਪ ਤੁਹਾਡੇ ਨਾਂ ਹੈ ਨਾ? ਨਹੀਂ ਜੀ, ਓਨਰਸ਼ਿਪ ਲੀਜ਼ਿੰਗ ਕੰਪਨੀ ਕੋਲੇ ਆ ਫਿਲਹਾਲ। ਜਦੋਂ ਮੇਰੇ ਕਿਸ਼ਤਾਂ ਪੂਰੀਆਂ ਚੱਲ ਜਾਣਗੀਆਂ ਉਦੋਂ ਬਾਅਦ ਦੇਣੀ ਸੀ ਉਹਨਾਂ ਨੇ ਓਨਰਸ਼ਿਪ ਮੈਨੂੰ। ਆਈ ਡੋਨਟ ਅੰਡਰਸਟੈਂਡ। ਅੱਛਾ ਟਰੱਕ ਜਿਹੜਾ ਆ ਉਹ ਜਿਹੜਾ ਆ ਉਹਦਾ ਓਨਰ ਜਿਹੜਾ ਆ ਉਹ ਟਰੱਕਿੰਗ ਇੰਡਸਟਰੀ ਦਾ ਮਾਲਕ ਹੈ? ਨਹੀਂ ਭਾਜੀ, ਮੈਨੂੰ ਇੱਕ ਗੱਲ ਦੱਸਿਓ ਅੰਗਰੇਜ਼ ਭਾਜੀ, ਇੱਕ ਗੱਲ ਦੱਸਿਓ, ਤੁਸੀਂ ਤਾਂ ਟਰੱਕ ਲਿਆ, ਇਹ ਲੀਜ਼ ਟੂ ਓਨ ਲਿਆ ਹਨਾ? ਲੀਜ਼ ਟੂ ਓਨ ਲਿਆ, ਹਾਂਜੀ। ਇਹ ਲੀਜ਼ ਟੂ ਓਨ ਆ ਬਾਸੀ ਸਾਹਿਬ। ਇਹਨਾਂ ਦਾ ਜਦੋਂ ਟਰੱਕ ਦੀਆਂ ਕਿਸ਼ਤਾਂ ਪੂਰੀਆਂ ਹੋ ਗਈਆਂ, ਟਰੱਕ ਇਹਨਾਂ ਦੇ ਨਾਮ ਆਪਣੇ ਆਪ ਚੜ ਜਾਣਾ। ਇਹ ਲੀਜ਼ ਟੂ ਓਨ ਜਿਹੜਾ ਲਿਆ ਕਿੱਥੋਂ ਆ ਇਹ ਟਰੱਕ? ਇਹ ਮੈਂ ਬੋਡਕਿਨ ਕੰਪਨੀ ਤੋਂ ਲਿਆ ਸੀ। ਤੇ ਫਿਰ ਯੂ ਸ਼ੁਡ ਕੰਟੈਕਟ ਵਿਦ them। ਹਾਂਜੀ ਮੈਂ ਕੀਤਾ। ਹੋਲਡ ਔਨ, ਤੁਸੀਂ ਇਸ ਲੀਜ਼ ਟੂ ਓਨ ਜਿੱਥੋਂ ਵੀ ਲਿਆ, ਲੀਜ਼ ਤੇ ਲਿਆ ਆ, ਚਾਹੇ ਤੁਸੀਂ ਬਾਈ ਕੀਤਾ ਆ, ਬਾਕੀ ਗੱਲ ਤੁਸੀਂ ਪੇਮੈਂਟ ਆ ਕਿਹਨੂੰ, ਇਸ ਵੇਲੇ ਪ੍ਰਾਪਰਟੀ ਜਿਹੜੀ ਆ ਇਹ ਟਰੱਕ ਕਿਹਦਾ ਆ? ਇਹ ਤੁਸੀਂ ਪੇਮੈਂਟ ਕਿਹਨੂੰ ਕਰਦੇ ਹੋ? ਲੀਜ਼ਿੰਗ ਕੰਪਨੀ ਨੂੰ ਕਰ ਰਿਹਾ ਜੀ ਪੇਮੈਂਟ ਮੈਂ। ਕੀ ਨਾ ਕੰਪਨੀ ਦਾ? ਹੋਲਡ ਔਨ, ਕਿਹੜੀ ਕੰਪਨੀ? ਬੋਡਕਿਨ ਜੀ। ਓਕੇ, ਸੋ ਉਹਨਾਂ ਨੂੰ ਤੁਸੀਂ ਕੰਟੈਕਟ ਕਰੋ ਕਿ ਮੇਰੀ ਪ੍ਰਾਪਰਟੀ ਜਿਹੜੀ ਆ ਮਿਸਿੰਗ ਹੈ। ਹਾਂਜੀ, ਉਹਨਾਂ ਨੂੰ ਮੈਂ ਦੱਸਤਾ, ਉਹ ਕਹਿੰਦੇ ਵੀ ਅਸੀਂ ਆਪਦੀ ਇੰਸ਼ੋਰੈਂਸ ਜਿਹੜੀ ਗੈਪ ਇੰਸ਼ੋਰੈਂਸ ਲੈਂਦੇ ਆ, ਪਰ ਸਾਨੂੰ ਟਰੱਕ ਦੱਸੋ ਵੀ ਕਿੱਥੇ ਲੋਕੇਟਡ ਹੈ। ਪਰ ਜੂ ਟੈਲ ਦਮ ਉਹਨਾਂ ਨੂੰ ਕਿੱਥੇ ਆ, ਉਹਨੂੰ ਦੱਸ ਦਿਓ ਉਹਨਾਂ ਨੂੰ। ਤੁਸੀਂ ਉਹਨਾਂ ਨੂੰ ਜਿਹੜਾ ਪੁਲਿਸ ਅਫਸਰ ਤੁਹਾਨੂੰ ਇੱਕ ਸਲਿੱਪ ਦੇ ਗਿਆ ਜਦੋਂ ਟੋ ਕੀਤਾ, ਐਕਸੀਡੈਂਟ ਹੋਇਆ ਆ, ਉਹ ਰਿਪੋਰਟ ਜਿਹਦੇ ਨਾਲ ਸਿੰਪਲ ਇਜ਼ ਦਿਸ, ਓਕੇ ਦੇ ਕੈਨ ਫਾਈਂਡ ਆਊਟ। ਹਾਂਜੀ, ਉਹਨਾਂ ਨੂੰ ਦੇ ਦਿੱਤੀ। ਉਹ ਕਹਿੰਦੇ ਵੀ ਸਾਡਾ ਬੰਦਾ ਜਿਹੜਾ ਗ੍ਰੇਡ 1 ਇੰਸ਼ੋਰੈਂਸ ਕਹਿੰਦੀ ਵੀ ਸਾਡਾ ਇੱਕ ਕੋਈ ਬੰਦਾ ਉਹਨੂੰ ਲੱਭਣ ਤੇ ਲੱਗਿਆ ਹੋਇਆ। ਬਸ ਠੀਕ ਹੈ, ਤੁਸੀਂ ਲੀਵ ਇਟ ਔਨ, ਇਨਵੈਸਟੀਗੇਟਰ ਆ। ਬਸ ਠੀਕ ਹੈ, ਉਹਨਾਂ ਨੂੰ ਫਾਈਂਡ ਆਊਟ ਕਰਨ ਦਿਓ। ਬਟ ਜਿਹੜੇ ਬ੍ਰੋਕਰ ਹੈ ਗੌਰਵ, ਉਹਨਾਂ ਦੇ ਦਫ਼ਤਰ ਮੈਂ ਫੋਨ ਕਰਦਾ ਹੁੰਦਾ ਵੀ ਉਹਦਾ ਕੀ ਬਣਿਆ। ਯੂ ਡੋਂਟ ਇਨਵੋਲਵ, ਤੁਹਾਨੂੰ ਲੋੜ ਨਹੀਂ ਕਿ ਤੁਸੀਂ ਸਿਰਫ ਤੇ ਸਿਰਫ ਪ੍ਰੋਪਰ ਚੈਨਲ ਯੂਜ਼ ਕਰੋ। ਤੁਸੀਂ ਜਿਸ ਦੀ ਪ੍ਰਾਪਰਟੀ ਆ, ਇਹ ਪ੍ਰਾਪਰਟੀ ਆ ਜੇ ਤੁਸੀਂ ਲੀਜ਼ ਲਿਆ ਹੋਇਆ, ਤੁਸੀਂ ਉਹਨਾਂ ਨੂੰ ਪੇ ਕਰ ਦਿਓ। ਉਹਨਾਂ ਨੂੰ ਕਹਿ ਦਿਓ ਜੀ ਮੇਰਾ ਟਰੱਕ ਐਕਸੀਡੈਂਟ ਹੋ ਗਿਆ ਸੀ, ਪੁਲਿਸ ਵਾਲੇ ਨੇ ਟੋ ਕਰਾਤਾ, ਟੋ ਕਰਾ ਕੇ ਕਿੱਥੇ ਲੱਗ ਗਏ ਆ, ਔਰ ਆ ਪੁਲਿਸ ਦਾ ਕੰਟੈਕਟ ਨੰਬਰ ਆ,
ਤਾਂ ਮੈਂ ਤੁਹਾਨੂੰ ਪੇ ਕਰ ਰਿਹਾ ਤੇ ਲੱਭ ਕੇ ਦਿਓ ਮੈਨੂੰ, ਉਹਨਾਂ ਦੀ ਜੌਬ ਰਹਿ ਗਈ ਹੈ। ਹਾਂ ਮੈਂ ਇਹ ਕਹਿ ਦਿੱਤਾ ਜੀ, Okay, ਬਸ that's all. ਹੁਣ ਇਨਸਟਾਲਮੈਂਟ ਵੀ ਜਾ ਰਹੀ ਹੈ। ਠੀਕ ਹੈ, ਜੋ ਪੇ ਉਹ ਤੁਹਾਨੂੰ ਪੇ ਕਰਨੀ ਪੈਣੀ ਹੈ। ਸੋ ਇਜ਼ ਈਜ਼ੀ ਫॉर ਯੂ ਕਿ ਤੁਸੀਂ ਡੋਂਟ ਡੀਲ ਵਿਦ ਐਨੀਬਾਡੀ, ਤੁਹਾਨੂੰ ਕੁਲਦੀਪ ਨੂੰ ਫੋਨ ਕਰਨ ਦੀ ਲੋੜ ਨਹੀਂ ਗੀ। ਪੁਲਿਸ ਦਾ ਨੰਬਰ ਹੈਗਾ ਤੁਹਾਡੇ ਕੋਲ, ਠੀਕ ਹੈ ਜੀ, ਜੇ ਤੁਸੀਂ ਖਰੀਦਿਆ ਉਹਨਾਂ ਨੂੰ ਇਨਫੋਰਮ ਕਰ ਦਿਓ, ਇਹ ਉਹਨਾਂ ਦੀ ਜੌਬ ਹੈ। ਹਾਂ ਬਟ ਉਹ ਮੈਨੂੰ ਕਹਿ ਰਹੇ ਨਾ ਤੂੰ ਲੱਭ ਕੇ ਦੇ ਤੱਕ। No, that's not your job. You said how I can do it. ਤੁਸੀਂ ਪੁਲਿਸ ਨੂੰ ਕਹਿ ਦਿਓ, ਪੁਲਿਸ ਵਾਲੇ ਜਿਹੜੇ ਨੇ ਉਹ ਆਪੇ ਦੱਸਣਗੇ ਉਹਨਾਂ ਨੂੰ ਜਿਹਨਾਂ ਦਾ ਟਰੱਕ ਹੈ ਕਿ ਕਿਹੜੀ ਕੰਪਨੀ ਟੋ ਕਰਕੇ ਲੈ ਗਈ ਸੀ, ਟਰੱਕ ਕਿੱਥੇ ਆ, ਉਹ ਆਪੇ ਪੁਲਿਸ ਨੂੰ ਇਨਫੋਰਮ ਕਰਨਗੇ, ਠੀਕ ਹੈ। ਹਾਂਜੀ ਹੁਣ 2 ਬੰਦੇ ਇਨਵੋਲਵ ਹੈ ਇਹਦੇ ਵਿੱਚ। All right, you must listen what I'm saying. Hold on please. Number 1, okay, ਹਰਜਿੰਦਰ ਬੋਲੋ। ਹਾਂਜੀ ਭਾਜੀ, ਆਪਣੇ ਕਈ ਕੰਪਨੀਆਂ ਇਸ ਤਰ੍ਹਾਂ ਕਰਦੀਆਂ ਜਿੱਦਾਂ ਇਹਨਾਂ ਦੀ ਇੰਸ਼ੋਰੈਂਸ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਇੰਸ਼ੋਰੈਂਸ ਘਟਾ ਦਿੰਦੇ ਆ ਥੋੜੇ ਚਿਰ ਬਾਅਦ, ਜਦੋਂ ਪਿੰਕ ਸਲਿੱਪ ਆ ਜਾਂਦੀ ਆ ਉਹ ਸਾਲ ਲਈ ਵੈਲਿਡ ਹੁੰਦੀ ਹੈ ਨਾ। ਅੱਛਾ, ਉਹ ਕਟਾ ਦਿੰਦੇ ਆ ਮਤਲਬ ਹਾਂਜੀ, ਇਹ ਬਹੁਤ ਫਰਾਡ ਹੁੰਦਾ ਜੀ। ਇਹ ਫਰਾਡ ਹੁੰਦਾ ਹੈ, ਇਹ ਓਨਰ ਹੀ ਕਰ ਸਕਦਾ ਹੈਗਾ। ਓਨਰ ਦੇ ਨਾਲ ਰਲ ਕੇ ਜਿਹੜਾ ਆਪਣੇ ਬ੍ਰੋਕਰ ਆ, ਮਿਡਲ ਮੈਨ ਆ, ਉਹ ਕਰ ਸਕਦਾ ਹੈਗਾ। ਭਲਾ ਤੁਹਾਡਾ ਆਪ ਦਾ ਟਰੱਕ ਆ, ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਫੋਨ ਕਰਕੇ ਪੁੱਛੋਗੇ ਕਿ ਮੈਂ ਬਾਸੀ ਜੀ ਬੋਲਦਾ, ਮੇਰੀ ਇੰਸ਼ੋਰੈਂਸ ਐਕਟਿਵ ਹੈਗੀ ਹੈ ਕਿ ਨਹੀਂ, ਤੁਹਾਨੂੰ ਇੱਕ ਪੰਜੀ ਦਾ ਵੀ ਜਵਾਬ ਨਹੀਂ ਦੇਣਾ ਉਹਨਾਂ ਨੇ। ਭਲਾ ਤੁਹਾਡਾ ਇੱਕ ਟਰੱਕ ਆ, ਭਲਾ ਕੰਪਨੀ 'ਚ 5 ਚੱਲਦੇ ਆ। ਇਹ ਬਹੁਤ ਕੁਛ ਹੋ ਰਿਹਾ ਜੀ ਫਰਾਡ, ਕਿਉਂਕਿ ਜਿਹੜੀ ਪਿੰਕ ਸਲਿੱਪ ਹੈਗੀ ਆ ਉਹ 1 ਸਾਲ ਲਈ ਵੈਲਿਡ ਹੁੰਦੀ ਆ ਤੇ ਬਾਅਦ ਵਿੱਚ ਇੰਸ਼ੋਰੈਂਸ ਕਟਵਾ ਦਿੰਦੇ ਆ। ਬਹੁਤ ਟਰੱਕ ਇਸ ਤਰ੍ਹਾਂ ਰੋਡ ਦੇ ਉੱਤੇ ਚੱਲਦੇ। ਮੈਨੂੰ ਪਤਾ ਕਿ ਇੱਥੇ ਇੱਕ ਪੰਜਾਬਣੀ ਲੇਡੀ ਸੀ, ਉਹਨੇ ਬਹੁਤ ਹੀ ਇਹ ਧੰਦਾ ਕੀਤਾ ਹੋਇਆ ਸੀਗਾ ਔਰ ਉਹ ਲੱਖਾਂ ਹਜ਼ਾਰਾਂ ਡਾਲਰ ਰੇਟ ਕਰ ਰਹੇ, ਮਤਲਬ ਹੁਣ ਆਈ ਕੈਨ ਸੇ ਦੈਟ, ਮੈਨੂੰ ਪਤਾ ਲਾਇਸੈਂਸ ਕੈਂਸਲ ਹੋਇਆ ਉਹਦਾ। ਸੋ ਸਾਡੇ ਕੀ ਕਰਦੇ ਲੋਕ ਕਿ ਇੰਸ਼ੋਰੈਂਸ ਜਦੋਂ ਹਾਂਜੀ ਕਰਾਤੀ ਹੈ ਕਿ ਜਦੋਂ ਕੋਈ ਹੋਊਗਾ ਮੈਂ ਭਰ ਦੂੰਗੀ। ਦੈਟਸ ਨਾਟ, ਇਹ ਤਾਂ ਸਿਸਟਮ ਸਾਡੇ ਲੋਕਾਂ ਨੇ ਮਿਸਯੂਜ਼ ਕੀਤਾ, ਇਸੇ ਕਰਕੇ ਇੰਸ਼ੋਰੈਂਸਾਂ ਵਧੀਆ ਜੀ ਆਪਣੇ ਦੱਸਣ ਵਾਲੇ ਆ ਤੇ ਕਰਾਉਣ ਵਾਲੇ ਵੀ ਆਪਣੇ ਆ ਤੇ ਆਪਣੀਆਂ ਲੱਤਾਂ। ਜਿਹੜੇ ਇੰਸ਼ੋਰੈਂਸ ਕਰਨ ਵਾਲੇ ਲੋਕ ਹੈ, ਅਗਰ ਕੋਈ ਕਰਦਾ ਹੈ ਦੱਸੋ ਚਾਰਜ ਹੋ ਜਾਊਗਾ ਔਰ ਉਹ ਜੇਲ੍ਹ ਜਾਊਗਾ, ਉਹਦਾ ਲਾਇਸੈਂਸ ਕੈਂਸਲ ਹੋਊਗਾ। ਇਹ ਇੰਸ਼ੋਰੈਂਸ ਵਾਲੇ ਇਦਾਂ ਕਈ ਪੈਸਾ ਬਣਾਉਂਦੇ ਆ ਔਰ ਟਾਈਮ ਵਾਲਾ ਘੁੰਮਦੇ ਆ। 1 ਮਹੀਨਾ ਵੀ ਸ਼ੁਕਰਾਨਾ ਸੀ ਮੈਂ ਕੱਢ ਦਿੱਤਾ ਸੀਗਾ ਔਰ ਉਹ ਵੀ ਇਦਾਂ ਕਰ ਰਿਹਾ ਸੀਗਾ, ਉਹਦਾ ਵੀ ਲਾਇਸੈਂਸ ਕੈਂਸਲ ਹੋਇਆ ਪਿੱਛੇ ਜਾਏ, ਉਹ ਮਾਰਕੂ ਜਿਹਾ ਸੀਗਾ। ਜਿਹੜੀ ਇਹਨਾਂ ਦੀ ਇੰਸ਼ੋਰੈਂਸ ਹੈਗੀ ਆ ਉੱਤੇ ਬਿਨ ਨੰਬਰ ਨਹੀਂ ਹੁੰਦਾ, ਜਿੱਦਾਂ 10 ਟਰੱਕ ਤੋਂ ਉੱਪਰ ਟਰੱਕ ਹੋ ਜਾਂਦੇ ਆ ਉਹਨੂੰ ਫਲੀਟ ਇੰਸ਼ੋਰੈਂਸ ਕਹਿ ਦਿੰਦੇ ਆ। ਉਹਦੇ ਵਿੱਚ ਸਿਰਫ ਨਾ ਹੀ ਹੁੰਦਾ ਇੰਸ਼ੋਰੈਂਸ ਦਾ। ਥੈਂਕ ਯੂ ਸੋ ਮਚ। 10 ਟਰੱਕ ਤੋਂ ਘੱਟ ਇਦਾਂ ਹੁੰਦਾ ਜੀ। ਥੈਂਕ ਯੂ ਸਰ। ਹਰਜਿੰਦਰ ਥੈਂਕਸ। ਹਾਂਜੀ ਲਾਸਟ ਕਾਲਰ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਾਸੀ ਸਾਹਿਬ ਜੀ ਹੋ ਰਿਹਾ ਵਾ ਤੇ ਬਾਈ ਜੀ ਦਾ ਸਾਰਾ ਕੇਸ ਜੇ ਅਮਰੀਕਾ 'ਚ ਹੁੰਦਾ ਮੈਂ ਇੱਥੇ ਦੇ ਹਿਸਾਬ ਨਾਲ ਦੱਸ ਸਕਦਾ। ਇਹਨਾਂ ਨੂੰ ਇੱਕ ਐਕਸੀਡੈਂਟ ਰਿਪੋਰਟ ਚਾਹੀਦੀ ਹੈ, ਦੂਜੀ ਇਹਨਾਂ ਨੂੰ ਟੋ ਕੰਪਨੀ ਦੀ ਰਿਪੋਰਟ ਚਾਹੀਦੀ ਹੈ। ਜਦੋਂ ਟੋ ਕੰਪਨੀ ਵਾਲੇ ਜਿੱਥੇ ਟ੍ਰੇਲਰ ਛੱਡ ਕੇ ਜਾਂਦੇ ਨੇ ਉਹਨਾਂ ਕੋਲ ਇੱਕ ਸਾਈਨ ਕਰਵਾਉਂਦੇ ਨੇ ਤੇ ਇਹ ਦੋਨੇ ਰਿਪੋਰਟਾਂ ਲੈ ਕੇ ਇਹਨਾਂ ਨੂੰ ਜਿਹੜਾ ਕੋਨੀ ਵਾਲਿਆਂ ਦਾ ਲਾਇਰ ਹੁੰਦਾ ਉਹਨੂੰ ਜਾ ਕੇ ਪੁਲਿਸ ਰਿਪੋਰਟ ਬਣ ਜਾਣੀ ਤੇ ਜਾ ਕੇ ਲੀਜ਼ ਵਾਲੀ ਕੰਪਨੀ ਨੂੰ ਦੇ ਦੇਣ। ਥੈਂਕ ਯੂ ਸੋ ਮਚ। ਬਾਅਦ ਚ ਕੋਰਟ ਨੇ ਆਪੇ ਸਾਰਿਆਂ ਨੂੰ ਸਮਨ ਭੇਜ ਦੇਣੇ ਜੀ ਤੇ ਆਪੇ ਉੱਥੇ ਜਵਾਬ ਦੇਣਾ ਪੈਣਾ ਇਹਨਾਂ ਨੂੰ। ਓਕੇ ਜੀ, ਨੰਬਰ 3 ਕਾਲਰ ਪਲੀਜ਼। ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ ਜੀ। ਬਸ ਜਿੱਦਾਂ ਪਹਿਲਾਂ ਕਾਲਰ ਨੇ ਕਿਹਾ ਮੈਂ ਉਹੀ ਸੇਮ ਗੱਲ ਬਾਈ ਨੂੰ ਕਹਿਣਾ ਚਾਹੁੰਦਾ, ਜਿੱਦਾਂ ਇਹਨਾਂ ਨੂੰ ਪੁਲਿਸ ਨੂੰ ਇਨਫੋਰਮ ਕਰਨਾ ਚਾਹੀਦਾ ਕਿ ਏਦਾਂ ਟਰੱਕ ਟੋਇੰਗ ਕੰਪਨੀ ਕੋਲ ਸੀਗਾ ਤੇ ਮੇਰਾ ਟਰੱਕ ਗਵਾਚ ਗਿਆ ਹੈ ਨਾ, ਮਿਸਿੰਗ ਦੀ ਰਿਪੋਰਟ ਲਿਖਾ ਕੇ ਸੋ ਉਹਨਾਂ ਨੇ ਆਪੇ ਫਾਈਂਡ ਆਊਟ ਕਰ ਲੈਣਾ। ਹਾਂ ਸੋ ਪੁਲਿਸ ਦੱਸਦਾ ਕਿ ਆ ਟੋਈ ਕੰਪਨੀ ਜਿਹੜੀ ਹੈ ਟਰੱਕ ਟੋ ਕਰਕੇ ਲਗਾਈ ਤਾਂ ਪੁਲਿਸ ਰਿਪੋਰਟ ਹੈ ਸਾਡੇ ਕੋਲ। ਸਿੰਪਲ ਇਜ਼ ਦਿਸ, ਸਿੰਪਲ ਹੈ। ਥੈਂਕ ਯੂ ਬਸ। ਹਾਂਜੀ ਨੰਬਰ 4 ਕਾਲਰ ਬੜਾ ਈਜ਼ੀ ਹੈ। ਨੰਬਰ 4 ਕਾਲਰ। ਹੈਲੋ, ਅੰਗਰੇਜ਼ ਨਾ ਹੈ ਔਰ ਅੰਗਰੇਜ਼ੀ ਆਉਂਦੀ ਨਹੀਂ ਹੈ, ਅੰਗਰੇਜ਼ ਕਹਿੰਦੇ ਨੇ। ਹਾਂਜੀ ਘੱਟ ਆਉਂਦੀ ਹੈ, ਘੱਟ ਕੀ ਸਰ ਸਾਹਿਬ ਨਾਮ ਅੰਗਰੇਜ਼ ਹੈ ਤੇ ਅੰਗਰੇਜ਼ੀ ਨਹੀਂ ਕਹਿੰਦੇ ਉਹਨੇ ਸਾਨੂੰ। ਹਾਂਜੀ ਅੱਛਾ ਜੀ, ਨੰਬਰ 4 ਜਿੱਦਾਂ ਬਾਈ ਨਾਲ ਹੋਇਆ ਜੀ ਇਦਾਂ ਹੀ ਸਾਡੇ ਨਾਲ ਵੀ ਹੋਇਆ ਸੀਗਾ ਜੀ। ਓਕੇ, ਜਿੱਦਾਂ ਅਸੀਂ ਇੰਸ਼ੋਰੈਂਸ ਵਾਲੇ ਜਿੱਦਾਂ ਕੰਪਨੀ ਦੇ ਓਨਰ ਤਾਂ ਜੀ ਉਹ ਤੋਂ ਪੈਸੇ ਲੈਣੇ ਸੀ ਤੇ ਕੰਪਨੀ ਦਾ ਓਨਰ ਸਾਨੂੰ ਕਹਿੰਦਾ ਬਈ ਅਸੀਂ ਤੁਹਾਨੂੰ ਥੋੜੇ ਥੋੜੇ ਕਰਕੇ ਪੈਸੇ ਕਟਾ ਦੂੰਗੇ। ਠੀਕ ਹੈ ਜੀ, ਬਈ ਤੁਸੀਂ ਆਪਣਾ ਟਰੱਕ ਸਾਡੀ ਕੰਪਨੀ 'ਚ ਪਾ ਦਿਓ ਤੇ ਅਸੀਂ ਪਾਤਾ ਤੇ ਟਰੱਕ 4 ਮਹੀਨੇ ਰੋਡ ਤੇ ਚੱਲਿਆ। ਉਹਦੀ ਸਕੇਲ ਤੇ ਰੋਕਿਆ ਸਾਨੂੰ, ਸਾਰੀ ਇੰਸਪੈਕਸ਼ਨ ਕੀਤੀ ਉੱਥੇ। ਹੁਣ ਇੰਸ਼ੋਰੈਂਸ ਵੀ ਚੈੱਕ ਹੁੰਦੀ ਹੈ ਜੀ ਤੇ 1 ਵੀਕ ਬਾਅਦ ਉਹਦਾ ਟਰੱਕ ਦਾ ਹੋ ਗਿਆ ਐਕਸੀਡੈਂਟ ਜੀ, ਟਰੱਕ ਟੋਟਲ ਹੋ ਗਿਆ। ਤੇ ਜਦੋਂ ਅਸੀਂ ਇੰਸ਼ੋਰੈਂਸ ਦਾ ਕਲੇਮ ਕਰਨਾ ਚਾਹਿਆ ਤਾਂ ਇੰਸ਼ੋਰੈਂਸ ਹੈ ਹੀ ਨਹੀਂ ਸੀ। ਨੰਬਰ 1 ਕਾਲਰ ਪਲੀਜ਼। ਸਤਿ ਸ਼੍ਰੀ ਅਕਾਲ ਜੀ ਜੀ ਜੀ, ਕੈਰੀ ਔਨ।
ਬਸ ਮੈਂ ਯੂਐਸ ਤੋਂ ਬੋਲਦਾ। ਸਾਡੇ ਤਾਂ ਇੱਥੇ ਜਦੋਂ ਵੀ ਟਰੱਕ ਦੀ ਲਾਇਸੈਂਸ ਪਲੇਟ ਦੇ ਪਿੱਛੇ ਪੁਲਿਸ ਵਾਲਾ ਲਾ ਕੇ ਲਾਇਸੈਂਸ ਪਲੇਟ ਤੋਂ ਚੈੱਕ ਕਰਕੇ ਦੱਸ ਦਿੰਦਾ ਵੀ ਇਹਦੀ ਟਰੱਕ ਦੀ ਇੰਸ਼ੋਰੈਂਸ ਹੈਗੀ ਜਾਂ ਨਹੀਂ ਹੈਗੀ, ਉਹ ਤਾਂ ਉੱਥੇ ਹੀ ਪਤਾ ਲੱਗ ਜਾਂਦਾ ਵਾ। ਪਹਿਲੀ ਗੱਲ। ਦੂਸਰੀ ਗੱਲ, ਬਾਈ ਜੀ ਅੰਗਰੇਜ਼ ਸਿੰਘ ਜੀ ਨਾ ਥੋੜੇ ਜਿਹੇ ਭੋਲੇ ਜਿਹੇ ਟਾਈਪ ਦੇ, ਸਾਊ ਜਿਹੇ ਟਾਈਪ ਦੇ ਨੇ। ਜਿਵੇਂ ਉਹ ਕਹਿੰਦੇ ਨੇ 3500 ਇੰਸ਼ੋਰੈਂਸ ਲੱਗੀ, ਕਹਿੰਦਾ ਬਾਈ ਮੈਂ ਦੇ ਦਿੰਦਾ। ਇਹਨਾਂ ਨੂੰ ਲੱਗਦਾ ਵੀ ਏਦਾਂ ਉਲਝਾ ਜੂ ਕੇ ਉਹਨਾਂ ਨੇ ਏਦਾਂ ਹੀ ਕੇਸ ਰਫਾ ਦਫਾ ਕਰ ਦੇਣਾ। ਹੁਣ ਜਿਵੇਂ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਹੋ ਵੀ ਉਹ ਕੰਪਨੀ ਵਧੀਆ ਹੈਗੀ ਆ, ਤੁਸੀਂ ਖੁਦ ਆਪ ਉਹਨਾਂ ਨਾਲ ਗੱਲ ਕਰਕੇ ਆਫ ਦੀ ਨਹੀਂ, ਮੈਂ ਉਹਨਾਂ ਨਾਲ ਗੱਲ ਕਰਾਂਗਾ। ਹੀ ਇਜ਼ ਨਾਈਸ ਪਰਸਨ, ਉਹ ਵੈਲ ਰਿਸਪੈਕਟਡ ਬੰਦਾ ਹੈ। ਹਾਂਜੀ ਆਈ ਵਿਲ ਟਾਕ ਟੂ ਹਿਮ, ਨੋ ਪ੍ਰੋਬਲਮ, ਨੋ ਇਸ਼ੂ। ਇਹ ਵੱਡਾ ਇਸ਼ੂ ਨਹੀਂ ਹੈ, ਆਈ ਵਿਲ ਸੋਲਵ दैट ਇਸ਼ੂ, ਨੋ ਪ੍ਰੋਬਲਮ। ਬਸ ਪੁਲਿਸ ਪਾਸ ਦੇ ਚੱਕਰਾਂ 'ਚ ਪੈਣ ਨੂੰ ਰਹਿਣ ਦਿਓ। ਤੇ ਭਾਈ ਥੋੜੇ ਜਿਹੇ ਭੋਲੇ ਭਾਲੇ ਹੈਗੇ ਨੇ, ਥੋੜੇ ਜਿਹੇ ਅੰਗਰੇਜ਼। ਤੁਸੀਂ ਇੱਕ ਵਾਰੀ ਆਪ ਟਰਾਈ ਕਰੋ ਉਹਨੂੰ ਫੋਨ ਕਰਕੇ, ਕੁਲਦੀਪ ਨੂੰ ਮੈਂ ਕਾਲ ਕਰ ਨਹੀਂ, ਲੂੰਗਾ। ਮੈਂ ਕਾਫੀ ਪਰਸੋਂ I will call him. He's a great man. I will call him. ਜੀ ਬਿਲਕੁਲ ਬਸ। ਜੇ ਕੋਈ ਇਸ਼ੂ ਹੋ ਰਹਾ ਔਰ ਆਈ ਥਿੰਕ ਵੀ ਸਟਾਪ ਦਿਸ ਮੈਟਰ। ਹਾਂਜੀ, ਲਾਸਟ ਕਾਲ ਹੋਗਾ। ਕਾਲਰ ਕੀ ਸੈਸ਼ਨ ਕੀ ਹੈ, ਬੋਲੋ। ਹਾਂਜੀ ਬਸ ਸਤਿ ਸ਼੍ਰੀ ਅਕਾਲ ਜੀ। ਜੀ ਪ੍ਰੋਸੀਡ ਕਰੋ। ਬਸ ਮੈਂ ਜਿੱਦਾਂ ਆ ਦੋ ਭਾਈਆਂ ਨੇ ਪਹਿਲਾਂ ਕਾਲ ਕੀਤੀ ਸੀਗੀ ਜੀ। ਪਹਿਲੀ ਗੱਲ ਤਾਂ ਬਾਪੂ ਸਾਹਿਬ ਇਹਨਾਂ ਕੋਲ ਦੋ ਗੱਲਾਂ ਕਲੀਅਰ ਕਰਨੀਆਂ ਜੀ। ਕੁਲਦੀਪ ਸਿੰਘ ਦਾ ਮੈਟਰ ਦੂਰ ਰਹਿ ਗਿਆ ਜੀ, ਕਿ ਉਹ ਫਲੀਟ ਇਹ ਰਨ ਕਰ ਰਹੇ ਆ। ਬਸ ਇਹਨਾਂ ਨੂੰ ਇਹ ਪੁੱਛੋ ਕਿ ਪਹਿਲੀ ਗੱਲ ਤਾਂ ਜਿੱਦਾਂ ਬਾਈ ਨੇ ਕਿਹਾ ਸੀ ਇੱਕ ਦੋ ਕਾਲਾਂ ਪਹਿਲਾਂ ਵੀ ਇਹਨਾਂ ਨੇ ਐਕਸੀਡੈਂਟ ਰਿਪੋਰਟ ਭਰੀ ਕਿ ਨਹੀਂ ਭਰੀ। ਦੂਜੀ ਗੱਲ ਜੀ, ਟੋਇੰਗ ਕੰਪਨੀ ਨੇ ਵੀ ਰਿਪੋਰਟ ਦੇਣੀ ਸੀ ਵੀ ਟਰੱਕ ਉਹਨਾਂ ਨੇ ਕਿੱਥੇ ਡ੍ਰੌਪ ਕੀਤਾ। ਤੇ ਦੂਜੀ ਗੱਲ ਬਸ ਇਹਨਾਂ ਨੇ ਐਕਸੀਡੈਂਟ ਰਿਪੋਰਟ ਦੇ ਵਿੱਚ ਡਰਾਈਵਰ ਦੀ ਇਨਫੋਰਮੇਸ਼ਨ ਦੇਣੀ ਸੀ। ਡਰਾਈਵਰ ਕੋਲ ਟਰੱਕ ਚਲਾਉਣ ਦੇ ਵਰਕ ਰਾਈਟ ਹੈਗੇ ਸੀ ਬਾਈ, ਇਹ ਕਿਤੇ ਡਰਦੇ ਤਾਂ ਨਹੀਂ ਰਿਪੋਰਟ ਭਰਨ ਤੋਂ ਐਕਸੀਡੈਂਟ ਟਰੱਕ ਹੋਇਆ ਆ, ਜਾਂ ਡਰਾਈਵਰ ਦੂਜਾ ਕਿਤੇ ਦੂਜੇ ਡਰਾਈਵਰ ਤੇ ਨਾ ਬਲੇਮ ਕਰਦੇ ਹੋਣ ਤੇ ਐਕਸਪੀਰੀਅੰਸ ਡਰਾਈਵਰ ਉਹ ਆ, ਉਹਦੇ ਕੋਲ ਐਕਸੀਡੈਂਟ ਹੋਇਆ। ਕਿਤੇ ਇਹ ਚੀਜ਼ ਤਾਂ ਨਹੀਂ ਹੈਗੀ ਵਿੱਚ, ਉਹ ਹਿਡਨ ਤਾਂ ਨਹੀਂ ਹੈਗਾ ਇਹਦੇ ਵਿੱਚ ਬਾਈ ਜੀ। ਬੋਲੋ ਅੰਗਰੇਜ਼ ਸਿੰਘ। ਕੋਈ ਨਹੀਂ ਬਾਈ ਜੀ, ਆਪਣਾ ਡਰਾਈਵਰ ਨੂੰ ਬਕਾਇਦਾ ਟਿਕਟ ਵੀ ਦੇ ਕੇ ਜਿਹੜੇ ਮੁੰਡੇ ਨੇ ਬਾਈ ਜੀ, ਜਿਹੜਾ ਮੁੰਡਾ ਟਰੱਕ ਚਲਾਉਂਦਾ ਸੀ ਉਹਨੂੰ ਟਰੱਕ ਚਲਾਉਣ ਦਾ ਐਕਸਪੀਰੀਅੰਸ ਕਿੰਨੇ ਲਾਇਸੈਂਸ ਕਦੋਂ ਲਿਆ ਸੀ ਉਹਨੇ ਟਰੱਕ ਚਲਾਉਣ ਦਾ? ਨਿਊ ਸੀਗਾ ਜੀ, ਆਪਾਂ ਐਵੇਂ ਕਹਿ ਦਈਏ ਬੰਦਾ ਨਿਊ ਕਿੰਨਾ ਨਿਊ ਸੀਗਾ ਬਾਈ ਜੀ? ਕਿੰਨਾ, ਇਹ ਦੱਸੋ ਕਿੰਨਾ ਨਿਊ ਸੀਗਾ? ਹਾਂ ਬਿਲਕੁਲ, ਮੈਨੂੰ ਲੱਗਦਾ ਉਹਨੇ ਇਧਰੋਂ ਲੈ ਕੇ ਗਿਆ ਟਰੱਕ ਵਿਨੀਪੈਗ ਤੋਂ ਟੋਰਾਂਟੋ ਤੋਂ ਵਾਪਸ ਆਉਂਦਿਆਂ ਦਾ ਐਕਸੀਡੈਂਟ ਹੋਇਆ ਵਾ। ਨਹੀਂ ਇੰਨੇ ਚਲਾਇਆ। ਅੰਗਰੇਜ਼ ਸਵਾਲ ਉਹਨਾਂ ਨੇ ਇਹ ਆ, ਨਿਊ ਕਿੰਨਾ, 2 ਦਿਨ ਦਾ ਜਾਂ 2 ਮਹੀਨੇ ਦਾ? ਬਸ ਫਸਟ ਟਾਈਮ ਚਲਾਉਣ ਲੱਗਾ ਸੀ ਬਾਈ। ਓ ਮਾਈ ਗॉड, ਜਿੱਦਣ ਟਰੱਕ ਦਾ ਲਾਇਸੈਂਸ ਲਿਆ ਉਧਰ ਚਲਾਉਣ ਲੱਗ ਪਿਆ। ਮੈਂ ਦੱਸ ਦਿੰਦਾ ਇਹ ਐਕਸੀਡੈਂਟ ਰਿਪੋਰਟ ਭਰਨ ਤੋਂ ਡਰਦੇ ਆ ਕਿ ਪੁਲਿਸ ਨੂੰ ਉਹਨਾਂ ਨੇ ਕਲੀਅਰ ਇਨਫੋਰਮੇਸ਼ਨ ਨਹੀਂ ਦਿੱਤੀ ਜੀ। ਪਹਿਲੀ ਗੱਲ ਬਸ, ਇਹ ਸਾਰੇ ਕੰਮ ਸਾਡੇ ਨਾਲ ਹੋਏ ਹੋਆ ਹੈ। ਅਸੀਂ ਵੀ ਆਰ ਬੀਨ ਥਰੂ ਦਿਸ ਸਿਚੁਏਸ਼ਨ ਆਲਰੇਡੀ। ਇਹਨਾਂ ਨੇ ਰਿਪੋਰਟ ਕਲੀਅਰ ਨਹੀਂ ਕੀਤੀ। ਇਹ ਕਲੇਮ ਵੀ ਲੈਣਾ ਚਾਹੁੰਦੇ ਆ ਤੇ ਇਹਨਾਂ ਨੇ ਰਾਈਟ ਇਨਫੋਰਮੇਸ਼ਨ ਵੀ ਨਹੀਂ ਦਿੱਤੀ। ਦੂਜੀ ਗੱਲ, ਮੁੰਡੇ ਕੋਲ ਵਰਕ ਰਾਈਟ ਸੀਗਾ ਜੀ ਟਰੱਕ ਚਲਾਉਣ ਦੇ, ਇਹ ਪਤਾ ਨਹੀਂ ਇਹਨਾਂ ਨੂੰ। ਅੰਗਰੇਜ਼ ਹੈ, ਯੂ ਵਿਲ ਬੀ ਇਨ ਟਰਬਲ। ਕਮਾਲ ਦੇ ਹੋਲਡ ਔਨ, ਪਤਾ ਨਹੀਂ ਤੁਸੀਂ ਹੋਲਡ ਔਨ ਕਾਲਰ। ਕੈਨੇਡਾ ਚ ਰਹਿੰਦੇ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਮੁੰਡੇ ਕੋਲ ਵਰਕ ਰਾਈਟ ਹੈਗੇ ਕਿ ਨਹੀਂ ਹੈਗੇ। ਕਾਲਰ, ਆਈ ਐਮ ਨਾਟ ਅ ਟਰੱਕ ਡਰਾਈਵਰ, ਐਕਸਕਿਊਜ਼ ਮੀ ਪਲੀਜ਼ ਸਟਾਪ ਇਟ। ਨਹੀਂ ਸੋਨੇ ਦਾ ਮੈਂ ਬਾਈ ਨੂੰ ਕਹਿ ਰਿਹਾ, ਤੁਹਾਨੂੰ ਨਹੀਂ ਕਹਿ ਰਿਹਾ ਜੀ। ਮੈਂ ਬਾਈ ਨੂੰ ਪੁੱਛ ਰਿਹਾ। ਮੇਰੀ ਗੱਲ ਸੁਣ ਲਓ ਪਹਿਲਾਂ। ਹਾਂਜੀ, ਮੈਂ ਬੰਦਿਆਂ ਦੇ ਲਾਇਸੈਂਸ ਭੇਜਤੇ ਕੰਪਨੀ ਨੂੰ, ਪਲੇਟਡ ਕੰਪਨੀ ਨੂੰ, ਵੀ ਆਹ ਬੰਦੇ ਆਉਣਗੇ, ਇਹ ਟਰੱਕ ਲੈ ਕੇ ਆਉਣਗੇ, ਪਲੇਟਾਂ ਲਾ ਕੇ ਇੱਥੋਂ ਲੋਡ ਚੱਕ ਕੇ ਲੈ ਜਾਣਗੇ। ਉਹ ਉਹਨਾਂ ਨੇ ਬਾਈ ਜੀ ਤੁਸੀਂ ਕੰਪਨੀ ਨੂੰ ਭੇਜ ਦਿੱਤੇ, ਉਹ ਕੰਪਨੀ ਆ, ਉਹਨਾਂ ਨੇ ਕੰਪਨੀ ਨੇ ਤੁਹਾਡੇ ਟਰੱਕ ਲੋ, ਉਹਨਾਂ ਨੇ ਉਹ ਵੱਖਰੀ ਗੱਲ ਆ। ਤੁਸੀਂ ਕੰਪਨੀ ਫਲੀਟ ਤੁਸੀਂ ਰਨ ਕਰ ਰਹੇ ਆ, ਟਰੱਕ ਤੁਸੀਂ ਲੀਜ਼ ਕੀਤਾ, ਫਲੀਟ ਤੁਸੀਂ ਰਨ ਕਰ ਰਹੇ। ਪਹਿਲੀ ਗੱਲ, ਤੁਸੀਂ ਆਪ ਟਰੱਕ ਨਹੀਂ ਚਲਾ ਰਹੇ, ਤੁਸੀਂ ਗਾਹ ਬੰਦੇ ਭੇਜੇ, ਉਹ ਤੁਹਾਡੇ EMPLOYE ਹੋ ਗਏ ਬੰਦੇ, ਤੁਸੀਂ ਉਹਨਾਂ ਨੂੰ ਕੰਮ ਦਿੱਤਾ ਬੰਦਿਆਂ ਨੂੰ, ਤੁਸੀਂ ਵਰਕ ਰਾਈਟ, ਤੁਸੀਂ ਰਾਈਟ ਇਨਫੋਰਮੇਸ਼ਨ ਨਹੀਂ ਸ਼ੇਅਰ ਕੀਤੀ। ਤੁਸੀਂ ਸਬ ਕੰਟਰੈਕਟ ਕੀਤਾ ਇਹਨਾਂ ਨੇ ਸਬ ਕੰਟਰੈਕਟ ਕੀਤਾ ਹੈ। ਅੰਗਰੇਜ਼ ਮੈਂ ਤੁਹਾਨੂੰ ਸਮਝਾਉਂਦਾ ਕਿ ਤੁਸੀਂ ਕੰਪਨੀ ਦੇ ਟਰੱਕ ਆਪਣੇ ਵਾਸਤੇ ਲਿਆ ਚਲਾਉਣ ਲਈ, ਠੀਕ ਹੈ, ਤੁਸੀਂ ਗਾਹ ਨੂੰ ਸਬ ਕੰਟਰੈਕਟ ਕਰ ਦਿੰਦੇ ਆ, ਤੁਸੀਂ ਇਹ ਕੀਤਾ। ਅੱਛਾ, ਤੁਸੀਂ ਮੈਨੂੰ ਦੱਸੋ ਕਿ ਜਿਹੜਾ ਡਰਾਈਵਰ ਸੀਗਾ ਉਹਨੇ ਕਿੰਨੇ ਦਿਨ ਪਹਿਲਾਂ ਟਰੱਕ ਦਾ ਲਾਇਸੈਂਸ ਲਿਆ ਸੀ, ਨੰਬਰ 1, ਤੇ ਨੰਬਰ 2 ਮੈਨੂੰ ਦੱਸੋ ਕਿ ਉਹਦੇ ਕੋਲ ਵਰਕ ਪਰਮਿਟ ਸੀਗਾ ਕੰਮ ਕਰਨ ਦਾ? ਹਾਂਜੀ, ਵਰਕ ਪਰਮਿਟ ਵੀ ਸੀ, 2 ਮਹੀਨੇ ਪੁਰਾਣਾ ਲਾਇਸੈਂਸ ਸੀ ਬੰਦੇ ਦਾ। ਜਿਹੜਾ ਉਹਦੇ ਨਾਲ ਦਾ ਡਰਾਈਵਰ ਸੀ ਉਹ 1.5 ਸਾਲ ਦੇ ਐਕਸਪੀਰੀਅੰਸ ਵਾਲਾ ਸੀਗਾ। ਨੰਬਰ 2 ਤੇ ਉਹਨਾਂ ਨੇ ਉਹਨੂੰ ਹਾਇਰ ਕੀਤਾ ਪ੍ਰੋਪਰ ਕੰਪਨੀ ਨੇ, ਜਦੋਂ ਭੇਜਿਆ ਉਹਨਾਂ ਲਾਇਸੈਂਸ ਭੇਜੇ ਹੋਏ ਆ। ਨਹੀਂ, ਵਰਕ ਪਰਮਿਟ ਇਹ ਮੁੰਡੇ ਕੋਲ ਸੀਗਾ, ਉਹ ਸਟੂਡੈਂਟ ਸੀਗਾ। ਹਾਂਜੀ ਵਰਕ ਪਰਮਿਟ। ਉਹ ਕਿੰਨੇ ਘੰਟੇ ਕੰਮ ਕਰਨ ਦੇ ਆਗਿਆ ਸੀ? ਉਹਦੇ ਆਪਣਾ ਫੁੱਲ ਟਾਈਮ ਜਿਵੇਂ 13 ਘੰਟੇ ਦੀ ਜੌਬ ਹੁੰਦੀ ਆ ਪਰ ਡੇ, 24 ਘੰਟਿਆਂ ਦੇ ਵਿੱਚ ਟਰੱਕ ਦੀ ਚਲਾ ਸਕਦੇ ਅਸੀਂ ਆਪਣੇ। ਨੋ ਹੋਲਡ ਔਨ। ਹਾਂਜੀ ਕਈ ਬੱਚੇ ਸਿਰਫ ਕਈ ਬੱਚੇ ਜਿਹੜੇ ਅੰਗਰੇਜ਼ ਹਫਤੇ ਵਿੱਚ ਆਪਣੇ ਗਰਪੇਜੀ ਆਇਓ, ਮੇਰੇ ਖਿਆਲ ਕਿ ਜਿਹੜੇ ਪੜ੍ਹਦੇ ਬੱਚੇ ਉਦੋਂ 20 ਘੰਟੇ ਕੰਮ ਕਰ ਸਕਦੇ ਹੋ, ਕੁਝ ਇਸ ਤਰ੍ਹਾਂ। ਪੜ੍ਹਦਾ ਨਹੀਂ ਸੀਗਾ, ਓਪਨ ਪਰਮਿਟ। ਹਾਂਜੀ 20 ਆਵਰਸ 20 ਆਵਰਸ। ਆਈ ਥਿੰਕ ਸਮਥਿੰਗ ਫਿਸ਼ੀ ਅੰਗਰੇਜ਼ੀ, ਸਮਥਿੰਗ ਫਿਸ਼ੀ ਗੋਇੰਗ ਔਨ।
ਬਾਕੀ ਸਾਹਿਬ ਇਹ ਸਿਰ ਇਹਨਾਂ ਨੇ ਰਾਈਟ ਇਨਫੋਰਮੇਸ਼ਨ ਸ਼ੇਅਰ ਕੀਤੀ। ਐਕਸੀਡੈਂਟ ਰਿਪੋਰਟ ਦੇ ਵਿੱਚ ਸਾਰਾ ਕੁਝ ਹੋਣਾ ਜੀ। ਐਕਸੀਡੈਂਟ ਰਿਪੋਰਟ ਦੇ ਵਿੱਚ ਥੈਂਕ ਯੂ ਸੋ ਮਚ ਇਨਫੋਰਮੇਸ਼ਨ ਦੇਣੀ ਪੈਣੀ ਇੰਸ਼ੋਰੈਂਸ ਕੰਪਨੀ ਨੂੰ। ਪੈਸੇ ਰਿਜੈਕਟ ਕਰ ਦੇਣਾ ਜਿਹਨਾਂ ਦਾ। ਓਕੇ, ਅਸੀਂ ਇੱਥੇ ਜਿਹੜਾ ਡਿਸਪਿਊਟ ਹੈ ਕਿਉਂਕਿ ਅਸੀਂ ਸ਼ੇਅਰ ਕੀਤਾ ਪਬਲਿਕ ਪਿਨ ਲਏ ਨੇ ਔਰ ਜਿਹੜੇ ਓਨਰ ਨੇ ਜਿਸ ਦੀ ਗੱਲ ਕਰ ਰਹੇ ਵੀ ਇਜ਼ ਵੈਰੀ ਰਿਸਪੈਕਟਡ ਸਾਡੀ ਕਮਿਊਨਿਟੀ ਦੇ ਔਰ ਕਾਫੀ ਚਿਰ ਤੋਂ ਬਿਜ਼ਨਸ ਵਿੱਚ ਨੇ ਔਰ ਉਹਨਾਂ ਨੇ ਕੋਈ ਵੀ ਕਿਸੇ ਨਾਲ ਹੇਰਾਫੇਰੀ ਨਹੀਂ ਕੀਤੀ ਹੋਈ, ਸਾਫ਼ ਸੁਥਰਾ ਕੰਮ ਕਰਦੇ ਨੇ। ਇਹਨਾਂ ਦਾ ਕੋਈ ਡਿਸਪਿਊਟ ਦੇ ਵਿੱਚ ਕੋਈ ਮੈਟਰ ਆ, ਇਸ਼ੂ ਆ ਜਿਹੜਾ ਕਿ ਰਿਜ਼ੋਲਵ ਹੋਣ ਦੀ ਲੋੜ ਹੈ ਤੇ ਜਿਸ ਕਰਕੇ ਅਦਰਵਾਈਜ਼ ਉਹਨਾਂ ਨੇ ਕੀ ਟਰੱਕ ਕਰਨਾ ਕਿਉਂਕਿ ਉਹ ਪੇ ਕਰਦੇ ਨੇ। ਸੋ ਉਹਨਾਂ ਦਾ ਕੋਈ ਫਾਇਦਾ ਨਹੀਂ, ਟਰੱਕ ਖੜਾ ਆ ਉਹ। ਸੋ ਉਹਨਾਂ ਦਾ ਕੁਲਦੀਪ ਜੀ ਨੂੰ ਤਾਂ ਕੋਈ ਫਾਇਦਾ ਨਹੀਂ, ਟਰੱਕ ਡੈਮੇਜ ਹੋਏ ਤਾਂ ਕੀ ਫਾਇਦਾ ਉਹਨਾਂ ਨੂੰ। ਸੋ ਬਟ ਫਾਰ ਦੇ ਨੀਡ ਟੂ ਕੀਪ ਇਟ ਫॉर व्हाट। ਸੋ ਆਈ ਥਿੰਕ ਸੋ ਕਿ ਉਹਨਾਂ ਦੇ ਦੋਸ਼ ਨੇ ਜੀ ਉਹਨਾਂ ਨੇ ਆਪਣੇ ਵੇਚ ਦਿੱਤੇ ਹੋਣਗੇ ਪਾਰਟਸ। ਇਹ ਵੀ ਅੰਗਰੇਜ਼ ਕਹਿਣਾ ਠੀਕ ਨਹੀਂ ਹੈ ਜਿੰਨੇ ਚਿਕ ਤੁਸੀਂ ਕੋਈ ਪ੍ਰੂਫ ਨਹੀਂ ਉਹਨੇ ਚਿਕ ਤੁਸੀਂ ਐਲੀਗੇਸ਼ਨ ਨਾ ਲਾਓ। ਹੁਣ ਐਲੀਗੇਸ਼ਨ ਉਦੋਂ ਲਾਓ ਜੋ ਸੱਚੇ ਆ। ਹੁਣ ਅਸੀਂ ਚੰਨੀ ਭਾਵੇਂ 100 ਲੱਖ ਵਾਰੀ ਕਹਿ ਦੇਵੇ ਕਿ ਇਹ ਤਾਂ ਜੀ ਪੰਜਾਬ ਦੇ ਲੋਕ ਮੇਰੇ ਨਾਲ ਖੰਡ ਮੈਂ ਖੜਾ ਸੀਗਾ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਆਏ ਮੋਦੀ ਜੀ ਤਾਂ ਜਿਸ ਕਰਕੇ ਲੋਕਾਂ ਨਾਲ ਮੈਂ ਖੜਾ ਸੀ, ਉਹਨੂੰ ਪੁੱਛਣ ਵਾਲੇ ਲੋਕਾਂ ਨਾਲ ਖੜਾ ਸੀਗਾ ਤੇ ਸਿਕਿਉਰਿਟੀ ਜਿਹੜੀ ਪ੍ਰੋਪਰ ਨਾ ਕਰਨਾ ਲੋਕ ਕਹਿੰਦੇ ਸੀ ਕਿ ਤੂੰ ਸਿਕਿਉਰਿਟੀ ਨਾ ਦੇਈ। ਪਬਲਿਕ ਦੇ ਪੰਜਾਬ ਦੇ ਲੋਕਾਂ ਨੇ ਕਿਹਾ ਸੀਗਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੂੰ ਆਉਣੇ ਵਾਲ ਨੂੰ ਸਿਕਿਉਰਿਟੀ ਨਹੀਂ ਦੇਈ। ਤੂੰ ਕਹਿ ਰਿਹਾ ਕਿ ਪੰਜਾਬ ਦੇ ਲੋਕਾਂ ਨਾਲ ਮੈਂ ਖੜਾ ਸੀ ਤਾਂ ਹੁਣ ਲੋਕ ਮੇਰੇ ਨਾਲ ਖੜਨ, ਲੋਕ ਕਿਉਂ ਖੜਨ ਤੇਰੇ ਨਾਲ। ਮਿਸਟਰ ਚੰਨੀ ਚਰਨਜੀਤ ਆਮ ਟੈਲਿੰਗ ਯੂ ਕਿ ਯੂ ਡੈਡ ਬਿਗ ਮਿਸਟੇਕ ਕਿ ਜਿਹੜੀ ਪ੍ਰੋਪਰ ਸਿਕਿਉਰਿਟੀ ਨਹੀਂ ਹੋਈ। ਡਿਫਰੈਂਟ ਇਸ਼ੂ ਹੈ, ਉਹ ਬਦਲਾਖੋਰੀ ਨਹੀਂ ਹੈ। ਤੁਸੀਂ ਦੱਸੋ ਕਿ ਤੁਹਾਡੇ ਕੋਲੋਂ ਤੁਹਾਡੇ ਪਰਿਵਾਰ ਦੇ ਮੈਂਬਰ ਦੇ ਕੋਲੋਂ ਕਰੋੜਾਂ ਰੁਪਈਆ ਬਰਾਮਦ ਹੋਇਆ। ਸਵਾਲ ਇਹ ਆ ਚੰਨੀ ਜਿਹੜੇ ਲੁਕਾਉਣਾ ਚਾਹੁੰਦੇ ਆ ਚੁੰਨੀ ਲੈ ਕੇ ਇਹ ਗੱਲ ਜਿਹੜੀ ਆ ਉੱਥੇ ਮੀਡੀਆ ਟ੍ਰਾਂਟ ਪੰਜਾਬ ਦਾ ਕਿਉਂ ਨਹੀਂ ਕਹਿ ਰਿਹਾ। ਸਵਾਲ ਇਹ ਪੈਦਾ ਹੁੰਦਾ ਕਿ ਚੰਨੀ ਦੇ ਕੋਲੋਂ ਪਰਿਵਾਰ ਦੇ ਕੋਲੋਂ ਕਿਹਦੇ ਕੋਲੋਂ ਜਿਹੜਾ ਅਮਾਉਂਟ ਬਰਾਮਦ ਹੋਇਆ ਗੱਲ ਉਸ ਦੀ ਹੋ ਰਹੀ ਹੈ। ਸੋ ਤੁਹਾਡਾ ਵੀ ਇਸ਼ੂ ਜਿਹੜਾ ਆ ਸਿਮਿਲਰ ਇਹ ਆ ਕਿ ਤੁਹਾਡੀ ਮਿਸਅੰਡਰਸਟੈਂਡਿੰਗ ਕੋਈ ਆ। ਲੈਟ ਮੀ ਰਿਜ਼ੋਲਵ ਅੰਗਰੇਜ਼ ਯੂ ਸ਼ੁਡ ਵੇਟ ਫॉर दैट। ਹਾਂਜੀ ਪਰ ਜਾਣ ਤੋਂ ਪਹਿਲਾਂ ਇੱਕ ਵਾਰੀ ਸ਼ੋਅ 'ਚ ਕਹਿ ਦੋ ਕਿ ਅੰਗਰੇਜ਼ੀ ਕਿ ਇਹ ਤੁਸੀਂ ਜੋ ਕਿਹਾ ਆ ਇਹ ਆਪਣੇ ਬਿਹਾਫ ਤੇ ਕਿਹਾ ਹੈ ਔਰ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਹੈ ਟਰੱਕ ਦੇ ਪਾਰਟਸ ਚੋਰੀ ਹੋਏ ਜਾਂ ਨਹੀਂ ਹੋਏ। ਤੁਹਾਡੇ ਕੋਲ ਕੋਈ ਪ੍ਰੂਫ ਹੈ? ਨਹੀਂ ਜੀ हाँ मेरे को प्रूफ नहीं है। ओके फाइन, ठीक है, फाइन, ओके फाइन फाइन, कोई प्रूफ नहीं है। सो थैंक यू सो मच। सो जस्ट से दैट कि आई एम सॉरी कि बिना प्रूफ में गल की है। कैन यू से दैट प्लीज? हाँ जी आई एम सॉरी मैं बिना प्रूफ तो गल की। थैंक यू सो मच, थैंक्स। मैं ਤੁਹਾਡੀ ਸੋल्व करने की कोशिश कर रहा। थैंक यू वेरी मच। ठीक है सर, ठीक, बाय।